KRP 1550 AM ਤੇ ਤੁਹਾਡਾ ਸਵਾਗਤ ਹੈ। मैं ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:31 ਹੋ ਗਏ ਤੇ 20 ਸਤੰਬਰ है वरा 2021 ਦਾ ਸੋਮਵਾਰ है। 580 ਨਕਸ਼ੇ ਸੰਬੰਧ 553 ਵੋਟਾਂ ਪੈਂਦੀਆਂ ਭਾਈ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੋਧ ਦੇ ਮਸਲਿਆਂ ਤੇ ਗੱਲਬਾਤ, ਕੁਝ ਖਬਰਾਂ ਦੇ ਨਾਲ ਕੋਈ ਵਿਚਾਰਧਾਰਾ, ਵੋਟਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੈ, ਰੇਟਿੰਗ ਅੱਜ ਕਿੱਥੇ ਹੈ ਤੇ ਅੱਜ ਪੋਲ ਕੀ ਕਹਿੰਦੀ ਹੈ, ਨੇੜੇ ਜਾ ਲੱਗੀਆਂ ਜਿਹੜੀਆਂ ਲੋਕਲ ਸਰੀ ਨਿਊਟਨ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਸੈਂਟਰਲ ਸਰੀ ਸੈਂਟਰਲ NDP ਦੀ ਰਾਈਡਿੰਗ ਹੈ, ਉੱਥੇ ਮਤਲਬ NDP ਬਹੁਤ ਵਧੀਆ ਪਰਫਾਰਮ ਕਰਦੀ ਹੈ। ਤੇ ਸਰੀ ਨਿਊਟਨ ਦੇ ਵਿੱਚ 338 ਕੀ ਪੋਲ ਕਹਿੰਦੀ ਹੈ, ਜਿਹੜੀ 20-25 45 ਤੋਂ 47 ਸੀ, 20 ਤੋਂ 47 ਸੀ, ਅੱਜ 34 ਤੋਂ 39 ਹੈ, ±8%। ਤੋ ਇਹ ਜਿਹੜੀ ਸ਼ਿਫਟ ਹੈ, ਇਹ ਸ਼ਿਫਟ ਦਾ ਕੀ ਕਾਰਨ ਹੈ, ਤੁਹਾਡੇ ਨਾਲ ਅੱਜ ਗੱਲਬਾਤ ਕਰਾਂਗੇ। 1844 247 1550 184424715550 ਔਨ 에ਅਰ ਨੰਬਰ ਰਹੇਗਾ। ਸਾਰੇ ਸ਼ੋਅ ਜਿਹੜੇ ਨੇ YouTube ਦੇ ਲੋਕ ਸੱਤ ਤੇ ਪਾਏ ਜਾਂਦੇ ਨੇ, LOKSATTH। ਜੇ ਦੇਖ ਸੁਣਦੇ ਹੋ ਉੱਥੇ ਤਾਂ ਉਹਨੂੰ ਸਬਸਕ੍ਰਾਈਬ ਵੀ ਕਰੋ ਪਲੀਜ਼, ਤੇ ਉਹਦਾ ਘੇਰਾ ਵਧਾਓ, ਅੱਗੇ ਭੇਜੋ ਤਾਂ ਕਿ ਪਵਨ ਸ਼ੌਕ ਦੇ ਨਾਲ ਉਸਨੂੰ ਕਰਦਾ ਰਹੇ ਵੀ ਲੋਕ ਸੁਣਦੇ। ਇਹ ਘੱਟ ਕਈ ਵਾਰ ਉਹਦਾ ਮਨ ਹੁੰਦਾ ਵੀ ਯਾਰ ਵਾਲੇ ਤਾਂ ਆਪਾਂ ਨੂੰ ਸੁਣਦੇ ਨਹੀਂ। ਆਸਟ੍ਰੇਲੀਆ ਵਾਲਿਆਂ ਦਾ ਤੇ ਪੰਜਾਬ ਵਾਲਿਆਂ ਦਾ ਥੋੜਾ ਜਿਹਾ ਖਿਆਲ ਰੱਖ ਕੇ ਉਹਨੂੰ ਕਰਨਾ ਪੈਂਦਾ, ਕਿਉਂਕਿ ਸ਼ੁਰੂ ਕੀਤਾ ਉਹਨੂੰ ਬੰਦ ਨਹੀਂ ਕਰਨਾ ਚਾਹੁੰਦੇ, ਪਰ ਉਹਨੂੰ ਸਬਸਕ੍ਰਾਈਬ ਕਰੋ ਜੇ ਉਸ ਤੋਂ ਅੱਗੇ YouTube ਦਾ ਚੈਨਲ ਚੱਲਦਾ ਰਹੇ। 604 729 1224 WhatsApp ਤੇ ਟੈਕਸਟ ਲਈ ਨੰਬਰ। ਰਾਤ ਵੇਲੇ ਟਿਮਟਮਾਉਂਦੇ ਤਾਰਿਆਂ ਦੇ ਨਾਲ ਰਹਿ, ਹੋ ਸਕੇ ਤਾਂ ਦਿਨ ਸਮੇਂ ਬਣਜਾਰਿਆਂ ਦੇ ਨਾਲ ਰਹਿ। ਪੁੱਛਿਆ ਮਹਿਲਾ ਦੇ ਅੰਦਰ ਰਾਖਸ਼ਾਂ ਦਾ ਵਾਸ ਹੈ, ਜਾਨ ਜੇ ਪਿਆਰੀ ਹੈ ਤੈਨੂੰ ਧਾਰਿਆਂ ਦੇ ਨਾਲ ਰਹਿ। ਇੱਕ ਬੜਾ ਬਦਨਾਮ ਜੰਗਲ ਹੈ ਤੇਰੀ ਹੀ ਭਾਲ ਵਿੱਚ, ਤਿਤਲੀਏ ਬਚਣਾ ਹੈ ਜੇ ਤੂੰ ਆਰਿਆਂ ਦੇ ਨਾਲ ਰਹਿ। ਅਰਸ਼ ਦੇ ਵਿੱਚ ਉੱਡਦਿਆਂ ਨੂੰ ਹੋਰ ਨਾ ਉੱਚਾ ਉਡਾ, ਹੈ ਹਵਾ ਤੂੰ ਹਾਰਿਆਂ ਦਰਕਾਰਿਆਂ ਦੇ ਨਾਲ ਰਹਿ। ਰੋਸ਼ਨੀ ਜਦ ਬੁਝ ਗਈ ਤੈਨੂੰ ਨਜ਼ਰ ਆਉਣੇ ਨਹੀਂ, ਰੋਸ਼ਨੀ ਜਦ ਬੁਝ ਗਈ ਤੈਨੂੰ ਨਜ਼ਰ ਆਉਣੇ ਨਹੀਂ। ਨਾ ਕਿਸੇ ਕੋਕੇ ਦੇ ਲਿਸ਼ਕਾਰਿਆਂ ਦੇ ਨਾਲ ਰਹਿ। ਜੇ ਖਰਾ ਰਹਿਣਾ ਮੈਂ ਕਹਿਣਾ ਖੁਦ ਨੂੰ ਆਪਣੇ ਨਾਲ ਰੱਖ, ਕਿਸਨੇ ਤੈਨੂੰ ਆਖਿਆ ਕਿ ਸਾਰਿਆਂ ਦੇ ਨਾਲ ਰਹਿ। ਜੇ ਤੂੰ ਇੱਕ ਆਕਾਰ ਲੈਣਾ ਲੋਚਣਾ ਪੱਠੀ ਚ ਤੱਪ, ਸੁਰਖ ਹੋਣੇ ਤੀਕ ਤੂੰ ਗਿਆਰਿਆਂ ਦੇ ਨਾਲ ਰਹਿ। ਸ਼ਿਕਰਿਆਂ ਦੇ ਕੋਲ ਪਾ ਕੇ ਬਹਿ ਗਈਏ ਆਲਣਾ, ਸ਼ਿਕਰਿਆਂ ਦੇ ਕੋਲ ਪਾ ਕੇ ਬਹਿ ਗਈਏ ਆਲਣਾ। ਘੁੱਗੀਏ ਉੱਡ ਜਾ ਨਾ ਤੂੰ ਹਥਿਆਰਿਆਂ ਦੇ ਨਾਲ ਰਹਿ। ਜ਼ਲਜ਼ਲਾ ਆਇਆ ਜਦੋਂ ਰੋਸ਼ਨੇ ਸਭ ਡਿੱਗ ਜਾਣਗੇ, ਨਾ ਹਵਾ ਵਿੱਚ ਲਟਕਦੇ ਚੁਬਾਰਿਆਂ ਦੇ ਨਾਲ ਰਹਿ, ਨਾ ਹਵਾ ਵਿੱਚ ਲਟਕਦੇ ਚੁਬਾਰਿਆਂ ਨਾਲ ਰਹਿ। ਰਾਤ ਵੇਲੇ ਟਿਮਟਮਾਉਂਦੇ ਤਾਰਿਆਂ ਨਾਲ ਰਹਿ, ਹੋ ਸਕਦਾ ਦਿਨ ਸਮੇਂ ਬਣਜਾਰਿਆਂ ਦੇ ਨਾਲ। ਗੁਰਦਿਆਲ ਰੋਸ਼ਨ ਜੀ ਨੇ ਇਹ ਗਜ਼ਲ ਲਿਖੀ ਹੈ। ਧੰਨਵਾਦ। ਜਿੱਥੇ ਵੀ ਬੈਠੇ ਪ੍ਰੋਗਰਾਮ ਸੁਣ ਰਹੇ ਹੋ, ਕੈਨੇਡੀਅਨ ਲੋਕ ਅੱਜ ਵੋਟਾਂ ਪਾ ਰਹੇ ਨੇ ਤੇ ਵੋਟਾਂ ਵੀ ਵੱਡੀ ਗਿਣਤੀ ਚ ਪਾ ਰਹੇ। 6.5 ਮਿਲੀਅਨ ਦੇ ਕਰੀਬ ਐਡਵਾਂਸ ਵੋਟਿੰਗ, 12-13 ਲੱਖ ਮੇਲ ਇਨ ਬੈਲਟ ਆਰਡਰ ਕੀਤੇ ਹੋਏ ਨੇ। ਤੇ ਪਤਾ ਨਹੀਂ ਕੀ ਮਨ ਚ ਹੈ, ਹਲੇ ਪਤਾ ਤਾਂ ਲੱਗੂ, ਹੱਥ ਨਹੀਂ। ਪਰ ਲੋਕ ਜ਼ੋਰ ਨਾ ਰਹੇ। ਦੋਨੇ ਪਾਰਟੀਆਂ ਬਰਾਬਰ ਜਿਹੜੀਆਂ ਨੇ। ਅੱਜ 338 ਦੀ ਜਿਹੜੀ ਪੋਲ ਆ, ਤੁਹਾਨੂੰ ਸਦਾ ਦੱਸਦਾ ਰਿਹਾ ਮੈਂ, 338 ਆ ਜਿਹੜੀ ਉਹ 31.5 ਤੇ 31.9 0.5% ਦਾ ਫਰਕ ਹੈ ਲਿਬਰਲ ਪਾਰਟੀ ਦਾ ਤੇ ਕੰਜ਼ਰਵੇਟਿਵ ਪਾਰਟੀ ਦਾ, ±4%, ਮਤਲਬ 0.5% ਫਰਕ ਹੈ। ਤੇ 19.5% ਤੇ ਖੜੀ ਹੈ NDP ਤੇ 7% ਹੈ ਬਲਾਕ ਕੁਬੈਕ ਦਾ, ਤੇ ਪੀਪਲ ਪਾਰਟੀ ਕੈਨੇਡਾ 6% ਤੇ ਹੈ, ਗ੍ਰੀਨ ਪਾਰਟੀ ਤੋਂ ਉੱਪਰ।
सीटां जिहड़ियां बहुत की फेर बदल हुई जब तो शुरू हुई 35% ते बैठी सी लिबरल, मुड़ के हुण वेखो एक बार बिल्कुल थल्ले आ गई सी 26 अगस्त नूं ते कंसरवेटिव 26 अगस्त नूं उपर चढ़ गए सी ते फिर सितंबर 10 नूं फिर इकट्ठे हो गए। हुण इकट्ठे इकट्ठे चलदे 148 सीटां लिबरल पार्टी नूं दे रहा अज 338 कैनेडा वाला +-40 बहुत वड्डा इशू है। 40% बहुत 40 सीटां 148 दे विच जुड़ गईयां तां मेजोरिटी है, 40 घट गया तो 108 रह जानियां। 125 कंसरवेटिव पार्टी है, 36 +- घट गईयां तो 90 रह जानियां, वध गईयां तां फिर भी मेजोरिटी नहीं बनती 160 से। 32 ब्लॉक बैकवा नूं, 31 NDP नूं। BC दे विच जिहड़ी है जे ਉਹਦੇ 'ਚ ਤੁਸੀਂ ਜਾਓਗੇ फाइंड यूर फैडरल राइडिंग ਤਾਂ ਤੁਸੀਂ ਆਪਣੀ ਰਾਈਡਿੰਗ ਵੀ ਵੇਖ ਸਕਦੇ ਹੋ 338canada.com ਤੇ। ਅੱਛਾ, BC ਦੇ ਵਿੱਚ ਕੰਸਰਵੇਟਿਵ ਪਾਰਟੀ ਨੂੰ 18 ਸੀਟਾਂ ਦੇ ਰਿਹਾ, 17 ਦੇ ਅੱਗੇ 18.5, ਲਿਬਰਲ ਪਾਰਟੀ ਨੂੰ ਦੇ ਰਿਹਾ 8 ਤੇ NDP ਨੂੰ ਦੇ ਰਿਹਾ ਅਬਾਊਟ 14। पिछली बार 19 ਚ 17 कंसरवेटिव ਦੀਆਂ ਸੀ, 11 लिबरल ਦੀਆਂ ਸੀ ਤੇ 11 ਹੀ NDP ਤੇ ग्रीन ਦੀਆਂ 2 ਸੀ। ਐਤਕੀ 1.5 ਦੇ ਰਿਹਾ, 2 ਦੇ ਰਿਹਾ। ਕੱਲੀ ਰਾਈਡਿੰਗ ਹੈ ਜਿਹੜੀ। ਅੱਛਾ, ਫੈਡਰਲ ਬੋਰਡ ਜਿਹੜੀ ਪ੍ਰੋਜੈਕਸ਼ਨ ਦੇ ਰਿਹਾ 42 ਸੀਟਾਂ ਤੇ 32% ਦੇ ਰਿਹਾ ਕੰਸਰਵੇਟਿਵ ਪਾਰਟੀ ਨੂੰ, 30% ਦੇ ਰਿਹਾ NDP ਨੂੰ ਤੇ 23% ਦੇ ਰਿਹਾ ਲਿਬਰਲ ਪਾਰਟੀ। ਇਹ 19 ਉਹੀ ਜਿਵੇਂ ਪਹਿਲਾਂ ਮੈਂ ਦੱਸਿਆ 19 +-6 ਕੰਸਰਵੇਟਿਵ ਦੀਆਂ, 14 +-5 NDP ਦੀਆਂ, 8 +-4 ਲਿਬਰਲ ਪਾਰਟੀ। ਰਾਈਡਿੰਗ ਜਿਹੜੀਆਂ ਨੇ ਉਹ ਅਲੱਗ-ਅਲੱਗ ਰਾਈਡਿੰਗ ਜੇ ਤੁਸੀਂ ਜਾਣਦੇ ਹੋ ਲੋਕਲ ਡੈਲਟਾ ਵਾਲੇ ਪਾਸੇ ਜੇ ਸ਼ੁਰੂ ਕਰਾਂ ਪਹਿਲੇ ਪਾਸਿਓਂ ਤੇ ਬਹੁਤ ਜਿਹੜਾ ਬਹੁਤ ਫਸਵੀਂ ਟੱਕਰ ਹੈ ਗੈਰੀ ਸ਼ੇਰਰ ਤੇ ਕਾਰਲਾ ਕੁਆਲਟਰੋ ਦੀ। ਬਿਲਕੁਲ 35% ਨੇ ਦੋਨੇ ਹੀ ਪਾਰਟੀਆਂ, ਦੋਨੇ ਉਮੀਦਵਾਰ +-8%। ਬਹੁਤ ਫਸਮਾ ਮੁਕਾਬਲਾ ਤੇ ਬਹੁਤ ਉੱਪਰਲੇ ਪਾਸਿਓਂ ਜਦ ਸ਼ੁਰੂ ਹੋਈ ਹੈ ਤਾਂ 25% ਤੇ ਕੰਸਰਵੇਟਿਵ ਪਾਰਟੀ ਬੈਠੀ ਸੀ ਤੇ ਅਬਾਊਟ 50% ਤੇ ਜਿਹੜਾ ਕਾਰਲਾ ਕੁਆਲਟਰੋ ਸੀ। ਤੇ ਉਹਦੇ ਬਾਅਦ ਟੌਸ ਹੋ ਗਈ, ਕਦੇ ਉੱਪਰ ਚਲੀ ਗਈ, ਕਦੇ ਥੱਲੇ, ਬਹੁਤ ਸਵਿੰਗ ਹੋਈ ਹੈ। ਅੱਛਾ, ਕੀ ਕਰਦੇ ਨੇ 200 ਬੰਦਿਆਂ ਨਾਲ, 500 ਬੰਦਿਆਂ ਨਾਲ। ਮੈਂ ਇਸ ਨੂੰ ਤਾਂ 338 ਨੂੰ ਤੁਹਾਨੂੰ ਦੱਸਦਾ ਕਿ ਬਹੁਤ ਜਿਹੜੀ ਹੈ ਇਸ ਦੀ ਸਰਵੇਖਣ ਦੇ ਸਹੀ ਰਹਿੰਦੇ। ਫਰੀਦਕੋਟ ਪੋਰਟ ਕਾਲਜ ਦੇ ਵਿੱਚ ਬਹੁਤ ਫਸਦਾ ਮੁਕਾਬਲਾ ਹੈ, ਦੋਨੇ ਹੀ ਲਿਬਰਲ ਪਾਰਟੀ ਤੇ ਕੰਸਰਵੇਟਿਵ ਪਾਰਟੀ। ਕੈਨ ਹਾਰਡੀ ਤੇ ਦੇਵ ਹੇਅਰ 33% ਤੇ, NDP 24% ਤੇ, ਬਿਲਕੁਲ ਰਾਜੀ ਤੂਰ ਹੋਣੀ ਨਵੇਂ ਨੇ ਪਰ ਉਹ ਵੀ 24%। ਉਹ 33% ਲਿਬਰਲ ਦੇ ਜਿੱਤਣ ਦਾ ਤੇ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਦੇ ਜਿੱਤਣ ਦਾ ਕੁਛ ਨਹੀਂ ਪਤਾ, ਬਰਾਬਰ ਹੈ, ਬਿਲਕੁਲ ਫਸਵੀਂ ਟੱਕਰ ਹੈ। ਭਾਈਚਾਰਾ ਜਿੱਧਰ ਭੁਗਤ ਗਿਆ ਆਪਣਾ ਖਾਸਾ ਫਰਕ ਹੈ ਤੇ ਉਹਦਾ ਬੜਾ ਫਰਕ ਪਊ। ਦੇਵਹੇਰ ਹੋਣੀ MLA ਰਹੇ ਹੈ ਤੇ ਉਸ ਤੋਂ ਬਾਅਦ ਰਾਜਨੀਤੀ ਤੋਂ ਪਰਾਂ ਹੋ ਗਏ ਤੇ ਫੇਰ ਹੁਣ ਦੁਬਾਰਾ। ਅੱਛਾ, ਸਰੀ ਦੀਆਂ ਜਿਹੜੀਆਂ ਸਾਊਥ ਸਰੀ ਵਾਈਟ ਰੌਕ ਦੇ ਵਿੱਚ ਗੋਲਡੀ ਹੌਗ ਤੇ ਕੈਰੀਲਨ ਫਿਨਲੇ। ਕੈਰੀ 48% ਤੇ ਆ +-9, ਉਹਨੇ CPC ਲਾਈਕਲੀ ਕਿਹਾ ਹੋਇਆ ਕੰਸਰਵੇਟਿਵ ਪਾਰਟੀ ਤੇ 32% ਹੈ ਗੋਲਡੀ ਹੌਗ +-8%। ਉਹ ਕੈਰੀਲਨ ਫਿਨਲੇ ਦੇ ਚਾਂਸ ਬਹੁਤ ਦਿਖਾਏ ਹੋਏ। ਅੱਛਾ, ਉਹਦੇ ਬਾਅਦ ਸਰੀ ਸੈਂਟਰਲ NDP ਦੀ ਜਿਹੜੀ ਬਹੁਤ ਸੇਫ ਸੀਟ ਹੈ, ਵਧੀਆ ਉਮੀਦਵਾਰ ਹੋਵੇ, ਨਵੇਂ ਬਿਲਕੁਲ
ਇੱਥੇ ਤਜਰਬੇ ਕਰਦੀ ਹੈ। ਪਿਛਲੀ ਵਾਰ ਸਰਾਹ ਨਹੀਂ ਖੜਾਏ ਸੀ ਮੁੰਡੇ, ਤੇ ਉਸ ਤੋਂ ਬਾਅਦ ਇਸ ਵਾਰ ਸੋਨੀਆ ਆਂਦੀ ਹੈ। ਸਰਾਏ ਹੋਣੀ ਪਿਛਲੀ ਵਾਰ ਜਿੱਤੇ ਨੇ, ਤੇ ਮੁਕੱਦਰਾਂ ਦੀਆਂ ਕਹਾਣੀਆਂ ਨੇ। ਹਾਰ ਕੇ ਡਾਕਟਰ ਸ਼ਿੰਦਰਪੁਰੇ ਵਾਲੇ ਰਾਈਡਿੰਗ ਛੱਡ ਕੇ ਕੰਸਰਵੇਟਿਵ ਪਾਰਟੀ ਜਾ ਵੜੇ, ਉਹਦੇ ਬਾਅਦ ਉੱਥੇ ਲਿਬਰਲ ਪਾਰਟੀ ਵੱਲੋਂ ਸਰਾਏ ਚਲੇ ਗਏ, ਸਰਾਏ ਜਿੱਤ ਗਏ। ਤੇ ਹੁਣ 35% ਦਿਖਾ ਰਹੇ ਨੇ ਸਰਾਏ ਨੂੰ, ±8, 29% ਤੇ ਬੈਠੀ ਹੈ ਐਨਡੀਪੀ, ਸਿਰਫ 6 ਪੁਆਇੰਟ ਦਾ ਫਰਕ। ਸ਼ੁਰੂਆਤ ਦੇ ਵੇਲੇ ਐਨਡੀਪੀ ਬੈਠੀ ਸੀ 30% ਤੇ, ਜਿੱਦਣ ਕੈਂਪੇਨ ਸ਼ੁਰੂ ਹੋਈ ਹੈ ਅਬਾਊਟ 48% ਤੇ ਜਿਹੜੀ ਲਿਬਰਲ ਪਾਰਟੀ ਬੈਠੀ ਸੀ, ਨੇੜੇ ਲੱਗਿਆ ਗੈਪ। ਸਰੀ ਨਿਊਟਨ ਦੇ ਵਿੱਚ ਇਸ ਵਾਰ ਬੜਾ ਫੈਕਟਰ ਇੱਕ ਗੱਲ ਦਾ ਹੋ ਰਿਹਾ ਹੈ ਕਿ ਕੰਸਰਵੇਟਿਵ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਸ ਨੂੰ ਭਾਈਚਾਰੇ ਦੇ ਵਿੱਚ ਕੋਈ ਜਾਣਦਾ ਨਹੀਂ, ਤੇ ਉਹ ਸਈਦ ਮੁਹਸਿਨ ਨੇ, ਅਵਨੀਤ ਜੌਹਰ ਮੁੰਡਾ ਜਿਹੜਾ ਹੈ ਉਹ ਵੀ ਚਾਹੇ ਭਾਈਚਾਰੇ ਦੇ ਵਿੱਚੋਂ ਹੈ, ਪਰ ਕਿਉਂਕਿ ਜੇ ਤੁਸੀਂ ਪਬਲਿਕਲੀ ਐਕਟਿਵ ਨਹੀਂ ਤਾਂ ਭਾਈਚਾਰੇ ਨੂੰ ਪਤਾ ਨਹੀਂ ਲੱਗਦਾ। ਪਰ ਉਹ ਐਨਡੀਪੀ ਨਾਲ ਚਿਰਾਂ ਦਾ ਕੰਮ ਕਰ ਰਿਹਾ। ਹੈਰੀ ਬੈਂਸ ਉਹਨਾਂ ਦੀ ਟੀਮ ਦੇ ਵਿੱਚ, ਉਹ ਕਹਿੰਦਾ ਮੈਂ ਚਿਰਾਂ ਦਾ ਕੰਮ ਕਰ ਰਿਹਾ। ਅੱਛਾ, 34 ਤੇ 39 ਸਿਰਫ 5% ਦਾ ਫਰਕ ਹੈ। ਤੇ ਇੱਕ ਬੰਨੇ 20 ਸਾਲਾਂ ਦੀ ਰਾਜਨੀਤੀ ਹੈ ਸੁਖ ਧਾਲੀਵਾਲ ਉਹਨਾਂ ਦੀ, 2000 ਦੇ ਸ਼ੁਰੂ ਹੋਏ ਨੇ, 21 ਸਾਲ ਦੀ। 4 ਚ ਹਾਰੇ ਗੁਰਮੰਤ ਉਹਨਾਂ ਤੋਂ, 8 ਚ ਜਿੱਤ ਗਏ, 11 ਚ ਫਿਰ ਹਾਰ ਗਏ ਆਪਣੇ ਤੋਂ ਜਿੰਨੀ ਸਿੰਘ ਤੋਂ, 15 ਚ ਜਿੱਤ ਗਏ, 19 ਚ ਮੈਨੂੰ ਜਿੱਤੇ। 39% ਤੇ 34% ਬਹੁਤ ਨੇੜੇ ਕਹਾਣੀ ਬੈਠੀ ਹੈ, ਤੇ ±8% ਹੈ। ਤੇ ਜਿੱਦਣ ਕੈਂਪੇਨ ਸ਼ੁਰੂ ਹੋਈ ਹੈ 55% ਤੇ ਸੀ ਲਿਬਰਲ ਪਾਰਟੀ, ਤੇ 26% ਤੇ ਸੀ ਐਨਡੀਪੀ। ਬਹੁਤ ਡਿਕਲਾਈਨ ਜਿਹੜਾ ਹੋਇਆ ਸਤੰਬਰ 16 ਤੋਂ ਬਾਅਦ। ਐਕਚੁਅਲੀ ਹੁੰਦਾ ਹੀ ਇਸ ਤਰ੍ਹਾਂ, ਜਿਹੜੇ ਪਿਛਲੀ ਵਾਰ ਵੀ ਇਸ ਤਰ੍ਹਾਂ ਹੀ ਸੀ, ਕਿਉਂਕਿ ਜਿਹੜਾ ਨਵਾਂ ਬੰਦਾ ਹੈ ਰਾਜਨੀਤੀ 'ਚ ਉਸ ਨੂੰ ਥੱਲੇ ਸ਼ੁਰੂ ਕਰਦੇ ਆ, ਉਹ ਜਿਹੜਾ ਜਿੱਤਿਆ ਹੋਇਆ ਉਹਨੂੰ ਉੱਪਰੋਂ ਕਰ ਦਿੰਦੇ। ਪਿਛਲੀ ਵਾਰ ਵੀ ਇੱਥੇ ਕੀ ਗੱਲ ਖੜੀ ਸੀ। ਹੁਣ ਭਾਈਚਾਰੇ ਦੇ ਉੱਪਰ ਆ ਕਹਾਣੀ। ਜੇ ਭਾਈਚਾਰਾ ਕਿਤੇ ਭੁਗਤ ਗਿਆ ਜਿਹਦੇ ਵੱਲ, ਇਸ ਵਾਰ ਪੰਜਾਬੀ ਵੋਟ, ਪਿਛਲੀ ਵਾਰ ਪੰਜਾਬੀ ਵੋਟ 3 ਜਗ੍ਹਾ ਵੰਡੀ ਗਈ ਸੀ। ਦੇਖੋ, ਪਾਰਟੀ ਦੀ ਇੱਕ ਵੋਟ ਹੈ, ਇੱਕ ਬੰਦੇ ਦੀ ਨਿੱਜੀ ਵੋਟ ਹੈ। ਪਿਛਲੀ ਵਾਰ 3 ਜਗ੍ਹਾ ਸੀ ਉਹ, ਹਰਪ੍ਰੀਤ ਸਿੰਘ ਨੂੰ, ਮੈਨੂੰ ਤੇ ਸੁਖ ਧਾਲੀਵਾਲ ਉਹਨਾਂ। ਜਿੰਨੇ ਕੁ ਮੈਨੂੰ ਚਾਹੁੰਦੇ ਸੀ ਮੈਨੂੰ ਪਾਤੀ, ਹਰਪ੍ਰੀਤ ਉਹਨਾਂ ਦਾ ਆਪਣਾ ਆਧਾਰ ਹੈ ਕਮਿਊਨਿਟੀ ਦੇ ਵਿੱਚ, ਤੇ ਸੁਖ ਧਾਲੀਵਾਲ ਹੋਣੀ ਕਿਉਂਕਿ ਪੁਰਾਣੇ ਨੇ ਬਹੁਤ, 20-21 ਸਾਲ ਹੋ ਗਏ, ਬਹੁਤ ਲੰਮੀ ਰਾਜਨੀਤੀ। 21 ਸਾਲ ਦੇ ਵਿੱਚ ਤਾਂ ਤੁਸੀਂ, ਤੁਹਾਡੇ ਸਾਹਮਣੇ ਜਵਾਕ ਜੰਮੇ ਵੱਡੇ ਹੋ ਗਏ। ਤੇ ਉਹ ਨਿੱਜੀ ਵੋਟ ਹੈ, ਪਾਰਟੀ ਦੀ ਵੀ ਵੋਟ ਹੈ। ਕੁਛ ਰੜਖੇਸਾ ਕਿਸੇ ਨਾਲ, ਕਿਸੇ ਦੀ ਕਿਸੇ ਨਾਲ ਰੜਖੇਸਾ, ਕਿਸੇ ਦੀ ਕਿਸੇ ਬਾਅਦ ਨੇ ਥੱਲੇ ਸਿੱਟਣਾ ਹੈ। ਕਿ ਦੇਖ ਲਓ ਕੰਸਟੀਚੁਐਂਸੀ ਦੇ ਵਿੱਚ ਚੁੱਪਚਾਪ ਛਾਈ ਹੋਈ ਹੈ। ਪਿਛਲੀ ਵਾਰ ਇਹ ਗੜ ਬਣਿਆ ਹੋਇਆ ਸੀ, ਖਲਾਰੇ ਪੈਂਦੇ ਸੀ, ਜਿਹੜੇ ਮੇਰੇ ਵਿਰੋਧੀ ਸੀ ਉਹਨਾਂ ਨੇ ਮੁੱਛਾਂ ਨੂੰ ਤਾਰ ਦਿੱਤੇ ਹੋਏ ਸੀ। ਇਸ ਵਾਰ ਰੜਕਦੇ ਨਹੀਂ ਉਹ। ਇਸ ਤਰ੍ਹਾਂ ਹੀ ਚਲੋ ਸੁੱਖ ਉਹਨਾਂ ਦੇ ਵਿਰੋਧੀ ਤਾਂ ਜਿਹੜੇ ਹੁਣ ਨੇ ਉਹ ਹੁਣ ਵੀ ਨੇ। ਮਤਲਬ ਕਈ ਵਾਰ ਤੁਹਾਡੇ ਨਿੱਜੀ ਜ਼ਿੰਦਗੀ ਦੇ ਵਿੱਚ ਜਿਹਨਾਂ ਨਾਲ ਤੁਹਾਡੀ ਠੀਕ ਨਹੀਂ ਹੁੰਦੀ, ਉਹ ਕਹਿੰਦੇ ਵੀ ਹੁਣ ਸਮਾਂ ਆਇਆ, ਹੁਣ ਕਰੀਏ ਸੂਦ। ਤੋ ਇਸ ਵਾਰ ਇਹੀ ਰਾਈਡਿੰਗ ਹੈ ਤੇ ਚੁੱਪਚਾਪ ਦਾ ਉੱਥੇ। ਤੋ ਇਹ ਰਾਜਨੀਤੀ ਹੈ ਜਿਹੜੀ, ਇਹਦੇ ਚ ਕੁਛ ਨਹੀਂ, ਬੰਦੇ ਦਾ ਸੁਭਾਅ ਹੈ ਇਹ ਹਰ ਇੱਕ ਦਾ। ਜਿਹਦਾ ਸੂਤ ਆਉਂਦਾ ਫਿਰ ਉਹ ਕਹਿੰਦਾ ਵੀ ਹੁਣ ਸੂਤ ਆਇਆ, ਹੁਣ ਧੌਣ ਤੇ ਗੋਡਾ ਰੱਖ ਲਾ। ਇਹਨੇ ਬਹੁਤ ਵੀਰਵਾਰ ਲੰਘਾਏ ਨੇ, ਇਸ ਤਰ੍ਹਾਂ ਹੀ ਕਹਿੰਦੇ ਆਪਾਂ। ਫਿਰ ਉਹ ਚ ਪਾਰਟੀ ਪਲੇਟਫਾਰਮ, ਪਾਰਟੀ ਦੀਆਂ ਪਾਲਿਸੀਆਂ ਖੂਹ ਚ ਪੈਣ ਅਗਲੇ ਦਿਨ। ਉਹ ਕਹਿੰਦਾ ਪਿੰਡ ਉੱਜੜ ਜੇ ਚਾਹੇ, ਤੈਨੂੰ ਲੰਬੜ ਨਹੀਂ ਬਣ ਦੇਣਾ। ਐਤਕੀ ਹੁਣ ਮੋਹਸਿਨ ਹੋਣੀ ਕੰਸਰਵੇਟਿਵ ਪਾਰਟੀ ਦੀ ਤਿਆਰ, ਬਹੁਤ ਵਧੀਆ ਉਮੀਦਵਾਰ ਸੀ ਕੰਸਰਵੇਟਿਵ ਪਾਰਟੀ ਦੇ, ਬਹੁਤ ਵਧੀਆ, ਜਿਹੜਾ ਨੇ ਇਹਦੇ ਤੋਂ ਕੰਸਟੀਚੁਐਂਸੀ ਚੋਂ ਲੜਿਆ ਹੋਇਆ, ਛੱਡ ਕੇ ਪਤਾ ਨਹੀਂ ਕਿਹੜੇ ਪਾਸਿਓਂ ਕੀ ਇਸ ਕੰਸਟੀਚੁਐਂਸੀ ਦੇ ਵਿੱਚ ਲੈਣ ਦੇਣ, ਜਿਹੜਾ ਤੂੰ ਇੱਥੇ ਕਰਨਾ ਉੱਥੇ ਕਰੂ, ਇਹ ਵੀ ਬਹੁਤ ਚੱਲਦਾ। ਹੁਣ ਕੰਸਰਵੇਟਿਵ ਪਾਰਟੀ ਨੂੰ ਉਮੀਦਵਾਰ ਨਹੀਂ ਲੱਭਿਆ ਇੱਥੋਂ ਕੋਈ ਪੰਜਾਬੀ। ਕਿੰਨੇ ਵਧੀਆ ਉਮੀਦਵਾਰ ਨੇ ਜਿਹੜੇ ਬੰਦਿਆਂ ਨੇ ਇੱਥੇ ਕੰਮ ਕੀਤਾ ਹੋਇਆ ਕਿੰਨੇ ਚਿਰ ਦਾ ਕਮਿਊਨਿਟੀ 'ਚ, ਪਰ ਨਹੀਂ। ਤੁਸੀਂ
ਉੱਪਰਲੇ ਪੈਨਲਾਂ 'ਚ ਬੈਠਣ ਵਾਲੇ ਇਸ ਕੰਸਟੀਚੁਐਂਸੀ 'ਚੋਂ ਬੰਦੇ ਨੇ, ਪਰ ਨਾ ਗੱਲ ਬਣੀ। ਸੋ ਇਸ ਦੀ ਜਿਹੜੀ ਗੱਲ ਆ ਕੇ ਕਰਦਾ ਵਪਾਰਕ ਸੰਦੇਸ਼ ਲੈਣ ਮੈਂ ਜੀ, ਮੈਂ ਖਿਆਲ ਨਹੀਂ ਕੀਤਾ ਦੇਵ ਸਿੱਧੂ ਵੇਟ ਕਰ ਰਹੇ ਸੀ, ਉਹਨਾਂ ਨਾਲ ਮੈਂ ਗੱਲ ਕਰਨੀ ਸੀ। ਦੇਵ ਸਿੱਧੂ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸੌਰੀ, ਮੈਂ ਖਿਆਲ ਨਹੀਂ ਕੀਤਾ, ਮੈਂ ਹੋਰ ਗੱਲ ਤੋਰ ਲਈ ਤੇ ਤੁਹਾਡਾ ਸਮਾਂ ਸੀ। ਅੱਛਾ, ਕਿਸ ਤਰ੍ਹਾਂ ਜਾ ਰਹੀ ਹੈ ਕੈਂਪੇਨ ਤੇ ਇਹਦਾ ਜਿਹੜਾ ਐਡਵਾਂਸ ਵੋਟਿੰਗ ਕਿੰਨੀ ਕੁ ਹੋਗੀ? ਹਾਂਜੀ ਬਾਈ ਜੀ, ਆਪਣੀ ਐਡਵਾਂਸ ਪੋਲਿੰਗ ਆਪਾਂ ਤਾਂ ਸੋਚਦੇ ਸੀ 10% ਵੱਧ ਤੋਂ ਵੱਧ 3 ਦਿਨ ਚ ਪਾਈ ਜਾਣੀ ਹੈ, ਪਰ ਹੁਣ ਆਪਾਂ 2 ਦਿਨ ਹੀ ਹੋਈਆਂ ਆਪਣੀ ਐਡਵਾਂਸ ਪੋਲਿੰਗ, ਇੱਕ ਫਾਈਨਲ ਰਹਿ ਗਿਆ ਆਪਣੇ 25 ਤਰੀਕ ਨੂੰ, ਪਰ ਆਪਾਂ ਹੁਣ 9% ਦੇ ਉੱਤੇ ਟੱਪ ਗਏ ਜੀ ਟੋਟਲ ਵੋਟ ਕਿਹੜੀ ਪਈ ਹੈ ਆਪਾਂ ਨੂੰ। ਤਾਂ ਆਪਾਂ ਨੂੰ ਨਹੀਂ, ਸਾਰਿਆਂ ਨੂੰ 9 ਬੰਦਿਆਂ ਨੂੰ ਕਿਹੜੀ ਪਈ ਹੈ 9.4% ਹੈ ਜੀ ਟੂ ਡੇਟ। ਅੱਛਾ, ਇੱਕ ਕੈਂਪੇਨ ਦੇ ਦੌਰਾਨ ਪਿਛਲੇ ਜਦ ਦੀ ਕੈਂਪੇਨ ਸ਼ੁਰੂ ਹੋਈ ਹੈ 1.5-2 ਮਹੀਨੇ ਤੋਂ ਰਾਦਰ ਪਹਿਲਾਂ, ਤੁਹਾਡੇ 9 ਤੋਂ ਵੀ ਪਹਿਲਾਂ ਕੁਛ ਇਹੋ ਜਿਹੀ ਕੈਂਪੇਨ ਜਿਹੜੀ ਚੰਗੀ ਨਹੀਂ, ਸੱਭਿਅਕ ਨਹੀਂ, ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਉਸ ਦੇ ਵਿੱਚ, ਤੇ ਉਹ ਮੈਨੂੰ ਵਾਇਰਲ ਹੁੰਦੀਆਂ ਵੀਡੀਓਜ਼ ਸੌਰੀ ਫੋਟੋਆਂ ਮਿਲਦੀਆਂ ਰਹੀਆਂ, ਪਰ ਹੁਣ ਉਹਦੀ ਇੰਤਹਾ ਹੋ ਗਈ। ਸਤਿਕਾਰਯੋਗ ਸਿੱਧੂ ਸਾਹਿਬ ਨਾਲ, ਤੁਹਾਡੇ ਪਿਤਾ ਜੀ ਦੇ ਨਾਲ ਤੁਹਾਡੀ ਇੱਕ ਫੋਟੋ ਹੈ ਵਾਇਰਲ ਕੀਤੀ, ਇਹ ਕੀ ਚੱਲ ਰਿਹਾ ਹੈ ਕਮਿਊਨਿਟੀ 'ਚ? ਕੌਣ ਕਰ ਰਿਹਾ ਹੈ? ਕੌਣ ਨੇ ਕਾਲੀਆਂ ਭੇਡਾਂ ਇਹ? ਬਾਈ ਜੀ ਮੈਨੂੰ ਹੁਣ ਪਤਾ ਨਹੀਂ, ਪਿਛਲੇ ਵਾਰੀ ਜਦੋਂ ਆਪਾਂ ਖੜੇ ਸੀ 2018 ਦੇ ਵਿੱਚ ਜਨਰਲ ਇਲੈਕਸ਼ਨ ਸੀ, 15 ਦੇ ਉੱਤੇ ਕੈਂਡੀਡੇਟ ਸੀ, 4 ਆਪਣੇ ਬੰਦੇ ਸੀ, ਹੋਰ ਵੀ ਕਮਿਊਨਿਟੀ ਮੈਂਬਰ ਸੀ ਉਹਦੇ ਵਿੱਚ। ਇਹ ਜਿਹਾ ਕੰਮ ਇੱਕ ਵਾਰੀ ਵੀ ਨਹੀਂ ਹੋਇਆ ਪਿਛਲੀ ਵਾਰੀ। ਇਸ ਵਾਰੀ 9 ਕੈਂਡੀਡੇਟ ਆ, 2 ਆਪਣੇ, ਇੱਕ ਵਿetnamese 6 ਗੋਰੇ। ਐਂਡ ਸਟਾਰਟਿੰਗ ਤੋਂ ਬਾਈ ਜੀ ਜਦੋਂ ਆਪਾਂ ਅਨਾਉਂਸ ਕੀਤਾ ਸੀ ਐਂਡ ਆਫ ਫੈਬਰੂਅਰੀ, ਬੰਦੇ ਪੋਸਟਰ ਲਾਈ ਜਾਂਦੇ ਆ ਜਾ ਕੇ ਗੁਰਦੁਆਰੇ ਤੇ ਸਟੋਰਾਂ ਤੇ, MLA MPਆਂ ਦੇ ਆਫਿਸ ਦੈਟ ਕਮਿਊਨਿਟੀ ਸੇਜ਼ ਨੋ, ਪੋਸਟਰਸ ਲਾਈ ਜਾਂਦੇ ਆ, ਵੀਡੀਓ ਛਾਪੀ ਜਾਂਦੇ ਆ YouTube ਦੇ, ਸਾਈਨਸ ਵੀ ਲਾਈ ਜਾਂਦੇ ਆਪਣੇ ਨੈਕਸਟ ਟੂ ਦੈਟ ਆ ਦੇਵ ਇਦਾਂ ਕਰਦਾ ਉਦਾਂ ਕਰਦਾ, ਕਾਰਟੂਨਸ, ਫੋਨ ਵੀ ਆਉਂਦੇ ਆਪਣੇ, ਕਿਹੜੇ ਨੌਜਵਾਨ ਜਵਾਕ ਆਪਣੇ ਨਾਲ ਕੰਮ ਕਰਦੇ ਸਾਈਨ ਸੁਣ ਲਾਉਂਦੇ, ਫੋਨ ਵੀ ਆਉਂਦੇ ਆ ਰਾਤ ਨੂੰ 10 ਵਜੇ ਤੋਂ ਬਾਅਦ, ਰਾਈਟ, ਆਪਣੀ ਸਾਈਨ ਵੀ ਤੋੜੀ ਜਾਂਦੇ ਆ। ਬਹੁਤ ਬਾਈ ਜੀ ਇਸ ਵਾਰੀ ਕੰਮ, ਕਾਰਟੂਨ ਕੈਰੈਕਟਰ ਕਿਵੇਂ ਤੁਸੀਂ ਕਹਿੰਦੇ ਉਹ ਬਣਾਈ ਜਾਂਦੇ ਆ ਇਸ ਵਾਰੀ ਬਹੁਤ। there's been a lot of dirt campaign and slinging dirt ਬਾਈ ਜੀ, and ਅਸੀਂ ਬਹੁਤ ਵਾਰੀ ਕਿਹਾ ਆਪਣੀ ਸੋਸ਼ਲ ਮੀਡੀਆ ਦੇ ਵਿੱਚ ਜਦੋਂ ਮੀਟਿੰਗਾਂ ਵੀ ਕਰਦੇ ਹਾਂ, ਅਸੀਂ ਕਲੀਨ ਐਂਡ ਪੋਜ਼ਿਟਿਵ ਕੈਂਪੇਨ ਰਨ ਕਰਨਾ ਮੰਗਦੇ ਹਾਂ, ਆਪਾਂ ਇਸ਼ੂਜ਼ ਤੇ ਗੱਲ ਕਰਨੀ ਹੈ। ਮੈਂ ਨਹੀਂ ਕਹਿੰਦਾ ਕਿਹੜੇ ਇਸ਼ੂਜ਼ ਆਪਾਂ ਕਹਿੰਦੇ ਸਾਰੇ 100% ਸਹੀ ਹੈ, ਪਰ ਆਪਾਂ ਡਿਬੇਟ ਵੀ ਕਰ ਸਕਦੇ ਹਾਂ, ਕਿਹੜੀ ਗੱਲ ਨਹੀਂ ਹੈਗੀ ਸਹੀ ਤੁਸੀਂ ਦੱਸੋ। ਆਪਾਂ ਨਹੀਂ ਇਹ ਜੇ ਕੰਮ ਸਿਖਾਉਣਾ ਮੰਗਦੇ ਆਪਣੇ ਜਵਾਕਾਂ ਨੂੰ, ਨਾਲੇ ਆਪਣੇ ਯੂਥ ਨੂੰ, if you don't agree with us ਤੁਸੀਂ ਇਹ ਗਲਤ ਕੰਮ ਕਰੋ। ਇਹ ਤਾਂ ਆਪਾਂ this is what we want to get away from, right? ਇਹ ਗੱਲ ਆਪਾਂ, ਮੈਨੂੰ ਤਾਂ ਬਹੁਤ ਚੰਗੀ ਨਹੀਂ ਲੱਗਦੀ that if somebody doesn't agree with me that ਉਹ ਜਾ ਕੇ ਫਿਰ ਏਦਾਂ ਕੰਮ ਕਰਦੇ ਆ that let's make this into a dirty campaign। ਇਹ ਤਾਂ ਗਲਤ ਆ ਬਾਈ ਜੀ। ਤੇ ਕਿਸੇ ਨੂੰ ਇਸ਼ੂ ਹੈ ਜਾਂ ਕੋਈ ਤੁਸੀਂ ਚੈਲੰਜ ਹੈ ਜਾਂ ਤੁਸੀਂ ਕੋਈ ਬਲੇਮ ਕਰਦੇ ਹੋ, ਫਿਰ ਉਹਨੂੰ ਸਿੱਧ ਕਰੋ ਤੁਸੀਂ ਵੀ ਆਹ ਚੀਜ਼ ਗਲਤ ਹੋ ਰਹੀ ਹੈ, ਆਹ ਚੀਜ਼ ਹੈ ਦੇਵ ਨੇ ਗਲਤ ਕੀਤੀ, ਆਹ ਇਹਦਾ ਪ੍ਰੂਫ ਹੈ। ਤੇ ਜਿਹੜੇ ਨਹੀਂ ਬੋਲਦੇ ਉਹਨਾਂ ਕੋਲ ਪ੍ਰੂਫ ਪਏ ਨੇ ਵੀ ਆਹ ਪ੍ਰੂਫ ਨੇ ਸਾਡੇ ਹੱਥ 'ਚ, ਉਹ ਫੇਰ ਵੀ ਨਹੀਂ ਬੋਲਦੇ, ਉਹ ਕਹਿੰਦੇ ਜਸਟ ਲੀਵ ਇਟ, ਮੈਨੂੰ ਪਰਸਨਲੀ ਨਾ ਲੈ ਕੇ ਆਈਏ, ਇਸ਼ੂ ਬੇਸਡ ਰਾਜਨੀਤੀ ਕਰੀਏ। ਇਹ ਗੰਦ, ਇਸ ਨੂੰ ਗੰਦ ਕਹਿੰਦੇ ਨੇ, ਔਰ ਇਹਦੇ ਤੋਂ ਪਰਾਂ ਰਹਿਣਾ ਤੁਸੀਂ। ਮੈਂ ਨਿੱਜੀ ਤੌਰ ਤੇ ਤੁਹਾਨੂੰ ਕਹਿਣਾ, ਕਿਉਂਕਿ ਮੈਂ ਇਹਦੇ ਵਿੱਚ ਇੰਟਰਵਿਊ ਨਹੀਂ ਸੀ ਅੱਜ ਤੱਕ ਕੀਤਾ, ਮੈਂ ਪਿਛਲੇ 2 ਮਹੀਨੇ ਦੇਖ ਰਿਹਾ, ਮੈਂ ਇਸ ਨੂੰ ਮੈਂ ਕਿਹਾ ਵੀ ਚਲੋ ਇਹ ਪਾਰਟ ਆ, ਪਰ ਜੇ ਤੁਸੀਂ ਇੱਕ 75 ਸਾਲ ਦੇ ਬਜ਼ੁਰਗ ਨੂੰ ਟਾਰਗੇਟ ਕਰਦੇ ਆ ਤੇ ਉਹ ਜਿਹੜੇ ਚਾਂਸਲਰ ਨੇ ਯੂਨੀਵਰਸਿਟੀ ਦੇ, ਬਈ ਉਹ ਇੱਕ ਦੇਵ ਸਿੱਧੂ ਦੇ ਪਿਤਾ ਜੀ ਨੇ, ਉਹ ਫੋਟੋਆਂ ਛਾਪਦੇ ਆ, ਤੁਸੀਂ ਗਲਤ ਪੁੱਠੀਆਂ ਸਿੱਧੀਆਂ ਚਿਹਰੇ ਕਰਕੇ, ਕੋਈ ਵੀ ਕਰਦਾ। ਹੁਣ ਕਿਸੇ ਨੂੰ ਸਿੱਧਤਾ ਕਰ ਨਹੀਂ ਸਕਦੇ, ਜਿਹੜੇ ਗੰਦ, ਜਿਹੜੇ ਲੁਕੇ ਹੋਏ ਲੋਕ ਨੇ ਜਿਨ੍ਹਾਂ ਦੇ ਕੋਲ ਜ਼ਰੂਰਤ ਨਹੀਂ ਮੂੰਹ ਤੇ ਆ ਕੇ ਗੱਲ ਕਰਨ ਦੀ, ਉਹ ਇਹੋ ਜਿਹਾ ਕੁਛ ਕਰ। ਤੁਸੀਂ ਆਪਣੀ ਗੇਮ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੜੀਸ ਰਹੇ ਹੋ, ਜਿਹੜੇ ਸਾਂਝੀ ਇੱਕ ਯੂਨੀਵਰਸਿਟੀ ਦੇ ਚਾਂਸਲਰ ਨੇ, 22 ਵਰਿਆਂ ਤੋਂ ਉਹ ਇੱਕ ਪੇਪਰ ਕੱਢ ਰਹੇ ਨੇ ਕਮਿਊਨਿਟੀ ਦੇ ਵਿੱਚ ਤੇ ਕੋਸ਼ਿਸ਼ ਕਰ ਰਹੇ ਨੇ ਚੰਗਾ ਕਰਨ ਦੀ। ਸਾਰੇ ਬੰਦੇ ਸੰਪੂਰਨ ਨਹੀਂ ਹੈ, ਪਰ ਸਟਿਲ
ਕਿਸੇ ਦੀ ਇੱਜ਼ਤ ਦਾ ਖਿਆਲ ਰੱਖਣਾ। ਤੇ ਕੀ ਕਰਾਂਗੇ ਅਸੀਂ ਜਾ ਕੇ, ਜੇ ਅਸੀਂ ਚੁਣੇ ਵੀ ਜਾਂਦੇ ਹਾਂ, ਅਸੀਂ ਉੱਥੇ ਕੀ ਕਰਾਂਗੇ ਜਾ ਕੇ ਇਹੋ ਜਿਹਾ ਕੁਛ ਕਰਕੇ, ਕੀ ਸੁਨੇਹਾ ਦੇਵਾਂਗੇ? ਔਰ ਮੈਂ ਇਹ ਤੇ ਬੈਨੀਫਿਟ ਆਫ ਡਾਊਟ ਕਰ ਸਕਦਾ ਵੀ ਹੋ ਸਕਦਾ ਕੋਈ ਬਾਹਰਲਾ ਵੀ ਬੰਦਾ ਸ਼ਰਾਰਤ ਕਰਦਾ ਹੋਵੇ, ਵੀ 2 ਕੈਂਡੀਡੇਟਾਂ ਦੇ ਵਿੱਚ ਸ਼ਰਾਰਤ ਕਮਿਊਨਿਟੀ 'ਚ ਹੋ ਜਾਏ, ਸਟਿਲ ਉਹ ਵੀ ਹੁਣ ਮੇਰੀ ਉਹ ਲੈਂਗੁਏਜ ਤਾਂ ਸਮਝਦਾ ਨਹੀਂ, ਪਰ ਇਹ ਤਾਂ ਅਨਐਕਸੈਪਟੇਬਲ ਹੈ। ਹੁਣ ਦੋਨੇ ਬੰਦੇ ਗੁੱਸਾ, ਫਿਰ ਤੁਹਾਡੀ ਕੈਂਪੇਨ ਦੇ ਮੁੰਡਿਆਂ ਦੇ ਮੈਨੂੰ ਫੋਨ ਆ, ਕਹਿੰਦੇ ਸਾਨੂੰ ਗੁੱਸਾ, ਸਾਡੇ ਕੋਲ ਆਹ ਚੀਜ਼ਾਂ ਨੇ, ਅਸੀਂ ਛਾਪ ਦਿੰਦੇ ਅੱਜ, ਪਰ ਨੋ, ਇਸ ਤਰ੍ਹਾਂ ਨਹੀਂ ਕਰਨਾ। ਤੇ ਵੋਟਰਸ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਨੇ? ਵੋਟਰ ਨੇ ਆਪਾਂ ਨੂੰ ਬਾਈ ਜੀ, ਜਦੋਂ ਆਪਾਂ ਸਟਾਰਟ ਤੇ ਵੀ ਕੀਤਾ, ਹੁਣ ਵੀ ਉਹੀ ਮੈਸੇਜ ਆ, ਤੁਸੀਂ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਆ, ਤੁਸੀਂ ਮੈਨੂੰ ਇੱਕ ਮੌਕਾ ਦਿਓ। ਰਾਈਟ, ਆਪਾਂ ਇਹ ਜੀ ਡਰਟੀ ਪੋਲਿਟਿਕਸ ਨਹੀਂ ਮੁਰੇ ਲੈ ਕੇ ਆਉਣੇ ਮੰਗਦੇ। ਦਿਸ ਇਜ਼ ਨਾਟ ਐਨ ਐਗਜ਼ਾਮਪਲ that ਆਪਾਂ ਜਵਾਕਾਂ ਵਾਸਤੇ ਲੀਵ ਕਰਨਾ, ਜੇ ਤੁਹਾਡੇ ਨਾਲ ਬੰਦਾ ਸਹਿਮਤ ਨਹੀਂ, ਗੱਲ ਨਹੀਂ ਤੁਹਾਡਾ ਸਮਝਦਾ, ਤਾਂ ਤੁਸੀਂ ਉਲਟ ਬਜਾਓ, ਏਦਾਂ ਕਰੋ। ਨਹੀਂ, ਆਪਾਂ ਤਾਂ ਬਿਲਕੁਲ ਸਹੀ, we're against this in all terms, right? ਮੇਨ ਆਪਣੀ ਜਿਹੜੀ ਮੈਸੇਜ ਆ ਕੇ ਤੁਸੀਂ ਗੱਲਾਂ ਕਰੋ, ਜਿਹੜੀ if you don't agree with somebody, ਉਹ ਬੰਦੇ ਦੀ ਗੱਲ ਸੁਣ ਲਓ ਤੁਸੀਂ, ਰਾਈਟ। ਇੱਕ ਸਾਰਿਆਂ ਨੂੰ ਇਹ ਮੇਨ ਬੇਨਤੀ ਹੈ ਕਿ ਜ਼ਰੂਰ ਤੁਸੀਂ ਜਾ ਕੇ 25 ਤਰੀਕ ਨੂੰ ਹੁਣ ਵੋਟ ਕਰੋ। ਇੱਕ ਆਪਣਾ ਦਿਨ ਰਹਿ ਗਿਆ, ਇੱਕ ਹੀ ਕੈਂਡੀਡੇਟ ਹੈ ਜੀ, ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ, ਤੁਸੀਂ ਮੈਨੂੰ ਇੱਕ ਮੌਕਾ ਦਿਓ, ਬਾਅਦ ਚ ਹੋਊਗਾ ਕਿਹੜਾ ਆਪਾਂ ਕੰਮ ਕਰਨਾ, ਸਾਂਝਾ ਕੰਮ ਭਾਈਚਾਰੇ ਤੇ। ਬਾਈ ਜੀ ਇਹ ਹੈ ਜੀ, ਬਿਲਕੁਲ 12 ਮਹੀਨੇ ਦਾ ਸਮਾਂ ਹੁਣ ਤਾਂ ਪਰਖਣ ਦਾ ਸਮਾਂ ਹੈ। ਇੱਕ ਵਾਰ ਕਮੇਟੀ ਪਰਖੇ, ਜਿਹਨੂੰ ਪਰਖਦੀ ਹੈ, ਜਿਹਨੂੰ ਮਰਜ਼ੀ ਵੋਟ ਪਾਓ, ਪਰ 12 ਮਹੀਨੇ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਹੜਾ ਬੰਦਾ ਕੀ ਕਰਦਾ, ਕੈਪੇਬਿਲਿਟੀ ਕਿਹੜੀ ਹੈ। ਅਕਤੂਬਰ ਚ ਅਗਲੇ ਸਾਲ ਫਿਰ ਵੋਟਾਂ। ਹਾਂਜੀ, ਸੋ ਇਹਦੇ ਚ ਕੋਈ ਨਹੀਂ, ਸਟੇ ਸਟਰੋਂਗ, ਸਿਰ ਉੱਚਾ ਕਰਕੇ ਰੱਖਣ ਦੀ ਲੋੜ ਹੈ। ਇਸ ਚੀਜ਼ ਨੂੰ ਡਿਨਾਊਂਸ ਕਰਦਾ ਮੈਂ ਆਪਣੇ ਪਲੇਟਫਾਰਮ ਤੋਂ। ਇਸ ਤਰ੍ਹਾਂ ਨਹੀਂ, ਮੈਂ ਪਹਿਲਾਂ ਕਦੇ ਨਹੀਂ ਗੱਲ ਕੀਤੀ, ਪਰ ਬਜ਼ੁਰਗਾਂ ਦੀ ਉਹ ਸਤਿਕਾਰਯੋਗ ਨਸਕ ਇਸ ਤਰ੍ਹਾਂ ਨਹੀਂ ਚੰਗੀ। ਕਿਸੇ ਦਾ ਵੀ ਮਾਤਾ ਹੋਵੇ, ਉਸਦੀ ਫੋਟੋ ਲਾ ਕੇ ਤੁਸੀਂ ਪੁੱਠੀ ਸਿੱਧੀ ਕਰਦੇ ਹੋ, ਕੀ ਕੱਢ ਲਓਗੇ ਇਹਦੇ ਵਿੱਚੋਂ? ਤੁਸੀਂ ਗੰਦ ਦੇ ਨਾਲ ਤੁਹਾਡਾ ਮੂੰਹ ਲਿਬੜਨਾ, ਜਿਹੜਾ ਵੀ ਬੰਦਾ ਇਹ ਕਰ ਰਿਹਾ। ਜੇ ਪਤਾ ਲੱਗ ਗਿਆ ਸਾਨੂੰ ਕਿਸੇ ਚੀਜ਼ ਦਾ ਕੋਈ ਹੋਵੇ, ਉਹਦਾ ਜਲੂਸ ਨਿਕਲੂਗਾ ਰੇਡੀਓ ਤੇ, ਇਸੇ ਸ਼ੋਅ 'ਚ, ਕੁਛ ਵੀ ਹੋ ਜਾਵੇ। ਮੈਂ ਨਿੱਜੀ ਤੌਰ ਤੇ ਕਹਿਣਾ, ਅਸੀਂ ਵੋਟਾਂ ਦੀ, ਕੈਨੇਡੀਅਨ ਵੋਟਾਂ ਦੀ, ਦੇਵ ਸਿੱਧੂ ਉਹਨਾਂ ਨੇ ਆਪਣੀ ਗੱਲ ਕੀਤੀ। ਕਈ ਵਾਰ ਬੰਦਾ ਦੁਖੀ ਹੁੰਦਾ ਤੇ ਉਹ ਕਰਨੀ ਚਾਹੁੰਦਾ ਇਨ ਜਨਰਲ ਬਈ ਆਹ ਕਹਾਣੀ ਹੋਈ ਹੈ। ਸੋ ਉਹ ਆਪਣੇ ਦੱਸ ਕੇ ਗਏ ਨੇ, ਤੇ ਫੇਰ ਹੱਥ ਜੋੜ ਕੇ ਬੇਨਤੀ ਆ, ਬਜ਼ੁਰਗਾਂ ਨੂੰ ਆਪਣੇ ਇਹਦੇ ਚ ਨਾ ਲੈ ਕੇ ਆਓ, ਸਤਿਕਾਰ ਰੱਖੋ ਇੱਕ ਦੂਜੇ ਦਾ। ਇਹ ਚੋਂ ਕੁਛ ਕੱਢਣਾ ਪਾਉਣਾ ਨਹੀਂ, ਇਹ ਕੋਈ ਰਾਕਟ ਸਾਇੰਸ ਨਹੀਂ, ਇਹ ਕੋਈ ਉਪਗ੍ਰਹਿ ਨਹੀਂ ਜਿਹਦੇ ਚੜ੍ਹ ਕੇ ਤੁਸੀਂ ਮੰਗਲ ਤੇ ਨੂੰ ਚੱਲਿਓ। ਇੱਥੇ ਹੀ ਰਹਿਣਾ ਆਪਾਂ, ਇੱਕ ਦੂਜੇ ਚ, ਕਮਿਊਨਿਟੀ ਚ ਰਹਿਣਾ। ਔਰ ਇਹਦੇ ਨਾਲ ਕੁਛ ਨਹੀਂ ਮਿਲਦਾ, ਕੋਈ ਨਹੀਂ ਜਿੱਤ ਸਕਦਾ ਇਹੋ ਜਿਹਾ ਕੁਛ। ਇੱਕ ਦੂਜੇ ਤੇ ਪੱਥਰ ਸਿੱਟ ਕੇ ਸ਼ੀਸ਼ਿਆਂ ਦੇ ਘਰ 'ਚ ਜਾਂ ਤੁਸੀਂ ਰਹਿਣਾ, ਪੱਥਰ ਨਹੀਂ ਕਿਸੇ ਨੂੰ ਮਾਰ ਸਕਦੇ, ਯਾਦ ਰੱਖਿਓ। ਹਰ ਇੱਕ ਬੰਦੇ ਦੀ ਹਰ ਇੱਕ ਸਟੋਰੀ ਕਮਿਊਨਿਟੀ 'ਚ ਇੱਕ ਦੂਜੇ ਕੋਲ ਆ। ਕੋਈ ਨਹੀਂ ਇੱਥੇ ਪਾਕਦਾਮਨ ਕਹੇ ਵੀ ਮੇਰੇ ਵੱਲ ਉਂਗਲ ਨਹੀਂ ਕਰ ਸਕਦਾ ਕੋਈ, ਨਹੀਂ, ਬੰਦਾ ਹੁੰਦਾ ਜ਼ਿੰਦਗੀ 'ਚ ਵਿਚਰਦਾ, ਗਲਤੀ ਕਰਦਾ। ਸੋ ਇਸ ਤੋਂ ਬਾਹਰ ਰਹੋ ਪਲੀਜ਼। ਜਿੰਨੇ ਵੀ ਉਮੀਦਵਾਰ ਨੇ ਆਪਣੇ, ਉਹਨਾਂ ਨੂੰ ਬੇਨਤੀ ਆ, ਜਾਂ ਦੂਸਰੇ ਬੰਨੇ ਤੁਹਾਡੇ ਤੁਸੀਂ ਸਪੋਰਟਰ ਹੋਵੋਗੇ, ਉਹਨਾਂ ਨੂੰ ਸੁਨੇਹਾ ਭੇਜੋ ਕਿ ਇਸ ਤਰ੍ਹਾਂ ਨਾ ਕਰੋ। ਕਈ ਵਾਰ ਸ਼ਰਾਰਤ ਬਹੁਤ ਵੱਡੀ ਹੁੰਦੀ, ਆਪਾਂ ਉਸ ਦਾ ਹਿੱਸਾ ਬਣ ਜਾਂਦੇ। ਸੋ ਮੈਂ ਕੰਸਟੀਚੁਐਂਸੀ ਦੀ ਗੱਲ ਕਰ ਰਿਹਾ ਸੀ, ਸਰੀ ਨਿਊਟਨ ਦੀ। ਇਹਦੇ ਵਿੱਚ ਅੱਜ 39 ਤੇ 34%, 39% ਤੇ ਲਿਬਰਲ ਪਾਰਟੀ ਆ, 34% ਤੇ ਕੱਲ ਤੱਕ, ਸਤੰਬਰ 19 ਤੱਕ। ਅੱਜ ਤਾਂ ਹੁਣ ਕੀ ਹੋਣੀ ਅਪਡੇਟ, ਪਰ ਇਹ ਵੀ ਐਨਡੀਪੀ ਦਾ ਸਟਰੋਂਗ ਹੋਲਡ ਹੈ, ਦੋਨੇ ਸੀਟਾਂ। ਹਾਂ, ਪਾਰਟੀ ਮਦਦ ਕਰੇ, ਪਾਰਟੀ ਪਲੇਟਫਾਰਮ ਠੀਕ ਹੋਵੇ, ਪਾਰਟੀ ਆਟਵਾ ਤੋਂ ਨਾਲ ਰਹੇ ਕੈਂਡੀਡੇਟਾਂ ਦੇ, ਮਾਈਕ ਸਹਾਇਤਾ ਹੋਵੇ, ਵਧੀਆ ਆਲੇ ਦੁਆਲੇ ਬੰਦੇ ਹੋਣ, ਇਉਂ ਨਾ ਹੋਣ ਬਈ ਲਿਆ ਕੇ ਅਲਬਰਟਾ ਤੋਂ ਇੱਥੇ ਗੇੜੇ ਕੱਢ ਕੇ ਤੇ ਲੈ ਕੇ ਕੈਂਡੀਡੇਟ ਦਾ ਸਮਾਨ ਇੱਧਰ ਉੱਧਰ ਤਿੱਤਰ ਫਿੱਤਰ ਹੋ ਜਾਣ। ਉਹ ਚੀਜ਼ਾਂ ਦਾ ਬਹੁਤ ਖਿਆਲ ਰੱਖਣ ਦੇ। ਇੱਥੇ ਬਹੁਤ ਕੁਝ ਹੋਇਆ ਪਿਛਲੀ ਵਾਰ 19 ਚ। ਇਸ ਵਾਰ ਉਹ ਚੀਜ਼ ਤੋਂ ਬਚਤ ਹੈ ਕਿਉਂਕਿ ਹੌਟ ਸੀਟ ਨਹੀਂ ਹੋਈ ਤੇ ਸਭ ਆਰਾਮ ਨਾਲ ਨੇ, ਪਰ ਜਿਹੜਾ ਫਰਕ 4-5% ਦਾ ਹੀ ਹੈ। ਪਿਛਲੀ ਵਾਰ 7-8% ਦਾ ਸੀ ਆਖਰੀ ਦਿਨਾਂ ਤੇ ਉਹ ਬਾਕੀ ਕੁਛ ਨਹੀਂ ਪਤਾ ਕਿੱਧਰ ਨੂੰ ਗੱਲ ਜਾਣੀ। ਸਾ ਗੁਰਪ੍ਰੀਤ ਸਿੰਘ ਲਾਈਨ ਨੰਬਰ 2। ਸਾ ਪ੍ਰਿਤਪਾਲ ਸਿੰਘ ਜੀ ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਗਿਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ ਸੇਖੋ ਸਾਹਿਬ। ਸਤਿ ਸ੍ਰੀ ਅਕਾਲ ਤੁਹਾਡੇ ਲਿਸਨਰਸ ਨੂੰ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਤੁਹਾਡੇ ਮਾਧਿਅਮ ਦੇ ਜ਼ਰੀਏ ਕਿ ਵੱਧ ਤੋਂ ਵੱਧ ਵੋਟਾਂ ਜਾ ਕੇ ਪਾਓ। ਆਪਣੇ ਹੱਕ ਦਾ ਜਿਹੜਾ ਮਤਲਬ ਕਿ ਅੱਜ ਦਾ ਦਿਨ ਤੁਹਾਨੂੰ ਮਿਲਿਆ ਹੈ ਆਪਣਾ ਫੈਸਲਾ ਕਰਨ ਦੇ ਲਈ, ਜਿਸ ਕੈਂਡੀਡੇਟ ਨੂੰ ਵੀ ਪਾਣੀ ਹੈ ਜਾਂ ਜਿਸ ਪਾਰਟੀ ਨੂੰ ਵੀ ਪਾਣੀ ਹੈ ਉਹਨੂੰ ਵੋਟ ਜ਼ਰੂਰ ਕਰੋ। ਜਦੋਂ ਤੱਕ ਤੁਸੀਂ ਆਪਣੇ ਵੋਟ ਦਾ ਹੱਕ ਨਹੀਂ ਵਰਤੋਗੇ ਉਨੇ ਚਿਰ ਕਿਸੇ ਤਰ੍ਹਾਂ ਦੀਆਂ ਕੋਈ ਗੱਲਾਂ ਅਸੀਂ ਕਰੀ ਜਾਈਏ, ਜੋ ਮਰਜ਼ੀ ਅਸੀਂ ਹੌਕੇ ਦੇਈ ਜਾਈਏ, ਜੋ ਮਰਜ਼ੀ ਹਲੂਣੇ ਦੇਈ ਜਾਈਏ, ਉਦੋਂ ਤੱਕ ਉਹ ਬਿਲਕੁਲ ਵਿਅਰਥ ਨੇ। ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਘਰੋਂ ਨਿਕਲੋ, ਆਪਣੇ ਕੰਮਾਂ ਤੋਂ ਛੁੱਟੀ ਲਵੋ, ਵੋਟ ਪਾਓ, ਕਿਉਂਕਿ ਹੁਣ ਫਰਕ ਥੋੜਾ ਰਹਿ ਗਿਆ। ਸਾਡੀ ਜਿੱਤ ਨਿਸ਼ਚਿਤ ਹੋ ਚੁੱਕੀ ਹੈ। ਮੈਨੂੰ ਇੰਨਾ ਪਤਾ ਹੈ ਜਦੋਂ ਨੈਸ਼ਨਲ ਪਾਰਟੀ ਦੇ ਲੀਡਰ ਲਾਸਟ ਮਿੰਟ ਦੇ ਵਿੱਚ ਜਿਸ ਰਾਈਡਿੰਗ 'ਚ ਆਉਂਦੇ ਨੇ ਤਾਂ ਫਰਕ 2 ਤੋਂ 5% ਦਾ ਹੀ ਰਹਿ ਜਾਂਦਾ। ਉਹ ਤੁਸੀਂ ਦੱਸ ਹੀ ਚੁੱਕੇ ਹੋਗੇ ਜੀ ਸਾਹਿਬ। ਔਰ ਜਿਹੜੇ ਲੋਕ ਹਾਂ ਦਾ ਨਾਰਾ ਮਾਰ ਰਹੇ ਸੀ, ਆ ਥੰਮ ਪੱਟੋ, ਔਰ ਮੈਂ ਕਹਿੰਦਾ ਸੀ ਆ 2 ਜੰਮ ਕੱਢੋ ਤੇ ਟਰੂਡੋ ਸੱਟੋ, ਕਿਉਂਕਿ ਉਹ ਲੋਕੀ ਕਹਿੰਦੇ ਨੇ 2 ਥੰਮ ਪੱਟੋ ਤੇ ਟਰੂਡੋ ਸੱਟੋ। ਮੈਂ ਕਹਿੰਦਾ ਸੀ 2 ਦਮ ਹਰਾਓ, ਟਰੂਡੋ ਭਜਾਓ ਤੇ ਕੈਨੇਡਾ ਬਚਾਓ। ਹੁਣ ਇਹ ਜਿਹੜਾ ਸਾਡਾ ਨਾਰਾ ਸੀਗਾ, ਇਹ ਜਿਹੜੀ ਅਸੀਂ ਹਾਂ ਦਾ ਨਾਰਾ ਦੇ ਰਹੇ ਸੀਗੇ, ਜੋ ਪਹਿਲਾਂ ਇੱਥੇ ਜੋ ਕੁਝ ਹੋਇਆ ਪਿਛਲੇ 6 ਸਾਲਾਂ ਦੇ ਵਿੱਚ, ਜੋ ਸਾਡੀ ਜ਼ਿੰਦਗੀ ਦੁਰਭਰ ਕਰਤੀ, ਘਰ ਲੈਣੇ ਔਖੇ ਕਰਤੇ, ਓਵਰਡੋਜ਼ ਨਾਲ ਲੋਕ ਮਰੀ ਜਾ ਰਹੇ ਨੇ, ਇਹ ਲੀਡਰਾਂ ਨੂੰ ਕੋਈ ਪਰਵਾਹ ਨਹੀਂ ਹੈਗੀ। ਤਾਂ ਅਸੀਂ ਇੱਕ ਜੁੱਟ ਹੋ ਕੇ ਦੱਸ ਦਈਏ ਕਿ ਲੋਕਾਂ ਦੀ ਆਵਾਜ਼ ਵੱਡੀ ਹੁੰਦੀ ਹੈ, ਲੀਡਰ ਦੀ ਆਵਾਜ਼ ਵੱਡੀ। ਲੀਡਰ ਦੀ ਜੜ 4 ਗਿੱਠ ਜ਼ਮੀਨ ਤੋਂ ਉੱਪਰ ਹੁੰਦੀ ਹੈ। 4 ਸਾਲ ਬਾਅਦ ਅਸੀਂ ਵੱਢ ਸਕਦੇ ਹੈਗੇ ਆ, ਥੱਲੇ ਸੱਟ ਸਕਦੇ ਹੈਗੇ ਆ। ਅੱਜ ਸੱਟਣ ਦਾ ਵੇਲਾ ਆ ਗਿਆ। ਨਿਕਲੋ ਘਰੋਂ ਬਾਹਰ, ਆ ਪੱਟੋ ਇੱਥੋਂ ਜੰਮ, ਸੱਟੋ ਥੱਲੇ ਟਰੂਡੋ, ਬਚਾਓ ਕੈਨੇਡਾ, ਪਾਓ ਵੋਟ। ਮੈਂ ਕਹਿੰਦਾ ਕਿ ਸੱਟੋ ਟਰੂਡੋ, ਕੱਢੋ, ਬਚਾਓ ਕੈਨੇਡਾ, ਪਾਓ ਵੋਟ। ਬਸ ਮੈਂ ਇਹੀ ਕਹਿਣਾ ਚਾਹਾਂਗਾ, ਵੋਟ ਪਾਵੋ। ਵੋਟ ਦੇ ਹੱਕ ਨਾਲ ਅਸੀਂ ਇਹ ਥੰਮ ਸੱਟਾਂਗੇ ਔਰ ਸੱਟ ਕੇ ਦਿਖਾਵਾਂਗੇ। ਹੁਣ ਜਿੱਤ ਦੇ ਬਿਲਕੁਲ ਨੇੜੇ ਪਹੁੰਚ ਗਏ ਆ, ਔਰ ਜਿੱਤ ਸਾਡੇ ਮਤਲਬ ਕਿ ਸਮਝ ਲਓ ਕਿ ਅਸੀਂ ਲਾਈਨ ਕ੍ਰਾਸ ਕਰਨ ਵਾਲੇ ਆ। ਇਹ ਤੁਹਾਡੀ ਹਿੰਮਤ ਦੇ ਨਾਲ ਹੋਣੀ ਹੈ। ਸੇਖੋ ਸਾਹਿਬ, ਇੰਨੇ ਕਿਉਂ ਤੰਗ ਹੋ ਤੁਸੀਂ ਜੀ? ਇੰਨਾ ਜਿਹੜਾ ਹਾਰਸ਼ ਤੁਹਾਡੀ ਲੈਂਗੁਏਜ ਆ, ਇਹ ਕਿਉਂ ਆ ਜੀ? ਕੀ ਪ੍ਰੋਬਲਮ ਕੀ ਹੈ ਜੀ? ਪ੍ਰੋਬਲਮ ਬੱਚਿਆਂ ਨੂੰ ਘਰ ਲੈਣੇ ਔਖੇ ਹੋ ਗਏ। ਓਵਰਡੋਜ਼ ਦੇ ਵਿੱਚ ਬੱਚੇ ਮਰ ਰਹੇ, ਗੱਲ ਨਹੀਂ ਕਰਨ ਨੂੰ ਤਿਆਰ, ਗੱਲ ਸੁਣਨ ਨੂੰ ਤਿਆਰ ਨਹੀਂ। ਚਾਹੇ ਵਿਦ MP ਦੇ ਕੋਲ ਜਾਓ, ਕਹਿੰਦਾ ਜੀ ਇੰਨੇ ਕੁ ਤਾਂ ਮਰ ਹੀ ਜਾਣਗੇ। ਹੈ ਇਹਨਾਂ ਵਾਸਤੇ ਮਤਲਬ ਕਿ ਉਹ ਕੰਮ ਹੈ, ਉਹ ਗਵਾਰਾਂ ਦੀ ਮੌਤ, ਚਿੜੀਆਂ ਦਾ ਹਾਸਾ ਹੈ। ਇਹਨਾਂ ਵਾਸਤੇ ਤਾਂ ਮਤਲਬ ਕਿ $900 ਮਿਲੀਅਨ ਆਪਣੇ ਦੋਸਤ ਦੀ ਡੋਬਰੀ ਕੰਪਨੀ ਨੂੰ ਬਚਾਉਣ ਵਾਸਤੇ ਦੇ ਦਿਓ। ਲੋਕਾਂ ਨੂੰ ਕਿਹੜਾ ਪਤਾ ਲੱਗਣਾ ਹੈ? ਇਸ ਵਾਸਤੇ ਸਰਕਾਰ ਬਣਾਈ ਹੈ। ਜਿਹੜੀ ਮਤਲਬ ਕਿ ਕੈਨੇਡੀਅਨ ਕੁੜੀਆਂ ਪੇਸ਼ ਕਰਕੇ $ਮਿਲੀਅਨ ਰਿਸ਼ਵਤਾਂ ਦੇ ਕੇ ਗਦਾਫੀ ਨੂੰ, ਰਿਸ਼ਵਤ ਦੇ ਕੇ ਠੇਕੇ ਲੈਣ ਵਾਲੀ ਕੰਪਨੀ ਨੂੰ ਤੁਸੀਂ ਚੁਪਕੇ ਚੋਰੀ ਦੇ ਵਿੱਚ, ਚੋਰੀ ਬਜਟ ਦੇ ਪੇਪਰਾਂ ਦੇ ਵਿੱਚ ਪੇਪਰ ਲਾ ਕੇ ਉਹਨੂੰ ਬਚਾ ਰਹੇ ਹੋ। ਇਹ ਜੇ ਕੰਮ ਬਰਦਾਸ਼ਤ ਹੁੰਦੇ ਨੇ? ਜੇ ਨਹਿਰੂ ਨੇ ਲਾਲ ਬਹਾਦਰ ਸ਼ਾਸਤਰੀ ਕਹੀ ਤੇ ਜੀਪ ਦਾ ਜਿਹੜਾ ਘਟਾਲਾ ਹੋਇਆ ਸੀਗਾ, ਜੇ ਕਿਤੇ ਉਦੋਂ ਕਾਰਵਾਈ ਕੀਤੀ ਹੁੰਦੀ, ਅੱਜ ਹਿੰਦੁਸਤਾਨ ਦਾ ਇਹ ਹਾਲ ਨਹੀਂ ਹੋਣਾ ਸੀ। ਅੱਜ ਕਰਪਸ਼ਨ ਤੋਂ ਲੋਕ ਦੁਖੀ ਹੋਏ ਬੈਠੇ ਨੇ। ਸਾਡੇ DNA 'ਚ ਕਰਪਸ਼ਨ ਆ ਚੁੱਕੀ ਹਿੰਦੁਸਤਾਨ ਦੇ ਅੰਦਰ, ਔਰ ਇਹ ਹਾਲ ਕੈਨੇਡਾ ਦਾ ਹੋ ਜਾਣਾ। ਸਾਡੇ ਬੱਚਿਆਂ ਦੇ ਸਾਹਮਣੇ ਕੋਈ ਤਰਕ ਨਹੀਂ ਰਹਿ ਜਾਣਾ, ਕਿਉਂਕਿ ਉਹ ਕਿੱਥੇ ਜਾਣਗੇ ਕੈਨੇਡਾ ਦੀ ਧਰਤੀ ਨੂੰ ਛੱਡ ਕੇ ਜੇ ਕਰਪਸ਼ਨ ਇੱਥੇ ਆ ਵੜੀ। ਕਰਪਸ਼ਨ ਹਰ ਜਗ੍ਹਾ ਤੇ, ਐਲਾਮਾਈਆਂ, ਵੇਕਰੀਆਂ 40-40 ਹਜ਼ਾਰ ਦੀਆਂ। ਪ੍ਰਧਾਨ ਮੰਤਰੀ ਨੂੰ ਰੇਡੀਓ ਸਟੇਸ਼ਨ ਤੇ ਪੁੱਛਿਆ ਜਾਵੇ, ਤੈਨੂੰ ਪਤਾ ਵੀ ਐਲਾਮੀਆਂ ਵੇਕਰੀਆਂ? ਆ ਕਹਿੰਦਾ ਜੀ ਮੈਨੂੰ ਪਤਾ ਹੈ ਜੀ। ਉਸ ਤੋਂ ਬਾਅਦ ਕਾਰਵਾਈ ਨਾ ਕਰੇ, ਸਾਲਾਂ ਬੱਧੀ ਕਾਰਵਾਈ ਨਾ ਕਰੇ, ਔਰ ਐਲਾਮੀਆਂ ਵਿਕਦੀਆਂ ਰਹਿਣ, ਬੱਚਿਆਂ ਦਾ ਸ਼ੋਸ਼ਣ ਹੁੰਦਾ ਰਹੇ, $10 ਤੇ ਧੱਕੇ ਖਾਂਦੇ। ਫਿਰ ਸਾਡੇ ਬੱਚੇ ਬਾਹਰ ਯੂਨੀਵਰਸਿਟੀਆਂ 'ਚ ਪੜ੍ਹਨ ਜਾਣ, ਉਹਨਾਂ ਨੂੰ ਐਡਮਿਸ਼ਨਾਂ ਨਾ ਮਿਲਣ ਆਪਣੇ ਘਰ ਦੇ ਅੰਦਰ। ਇਹ ਹਾਲਾਤ ਬਣਾਏ ਕਿੰਨੇ ਨੇ ਜੀ? ਇਹ 6 ਸਾਲਾਂ ਦੇ ਵਿੱਚ ਇਹ ਹਾਲਾਤ ਬਣਾਏ ਕਿੰਨੇ ਨੇ? ਜਿੰਨੇ ਬਣਾਏ ਨੇ ਉਹਨੂੰ ਹੁਣ ਜਵਾਬ ਦੇ ਕਰੋ, ਉਹਨੂੰ ਕਚਹਿਰੀ 'ਚ ਖੜਾ ਕਰੋ, ਖੜਾ ਕਰਕੇ ਉਹਨੂੰ ਕੱਢੋ। ਬਸ ਮੇਰਾ ਤਾਂ ਇਹੀ ਕਹਿਣਾ। ਇਸ ਕਰਕੇ ਮੈਂ ਇੰਨੀ ਦਾਅਵੇ ਨਾਲ ਔਰ ਇੰਨੇ ਜ਼ੋਰ ਨਾਲ ਲੋਕਾਂ ਨੂੰ ਹਲੂਣਾ ਦੇ ਰਿਹਾ। ਜਿਵੇਂ ਤੁਸੀਂ ਇੱਥੇ ਪ੍ਰੋਵਿੰਸ਼ੀਅਲ ਸਰਕਾਰ ਪੱਟੀ, ਔਰ ਤੁਸੀਂ ਦੇਖਦੇ ਹੋ ਕਿ ਅੱਜ ਅਸੀਂ ਕਿੰਨੇ ਸੌਖੇ ਆ।
ਸਾਡੇ ਸਕੂਲਾਂ ਦੇ ਹਾਲ ਤੁਸੀਂ ਦੇਖ ਲਿਓ ਕਿ ਕਿੰਨੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ, ਹੋਰ ਵੀ ਸਿਸਟਮ ਕਿੰਨੇ ਵਧੀਆ ਤਰੀਕੇ ਨਾਲ ਚੱਲ ਰਿਹਾ। ਇਸੇ ਲਈ ਮੈਂ ਕਹਿ ਰਿਹਾ ਕਿ ਇਹ ਜੰਮ ਲਾਓ ਔਰ ਇਹਨਾਂ ਨੂੰ ਕੱਢੋ, ਇਹਨਾਂ ਨੂੰ ਹਰਾਓ, ਬਸ ਜਾ ਕੇ ਵੋਟ ਪਾਓ, ਬਸ ਇਹੀ ਬੇਨਤੀ ਹੈ। ਇਹ ਹੁਣ ਅੱਜ ਤੁਹਾਡੇ ਕੋਲ ਮੌਕਾ ਹੈ ਇਹਨਾਂ ਜੰਮਾਂ ਤੋਂ ਆਪਣੀ ਖਲਾਸੀ ਕਰਾਉਣ ਦਾ, ਇਹੀ ਮੈਂ ਬੇਨਤੀ ਕਰਦਾ। ਵੋਟ ਪਾਓ, ਵੋਟ, ਬਸ। ਥੈਂਕ ਯੂ ਜੀ, ਧੰਨਵਾਦ ਜੀ। ਵੋਟ ਪਾਉਣ ਦੀ ਬੇਨਤੀ ਮੈਂ ਵੀ ਕਰਦਾ। ਵੋਟ ਜ਼ਰੂਰ ਕੱਲ ਨੂੰ ਤੁਹਾਡੇ ਕੰਸਟੀਚੁਐਂਸੀ ਜਿਹੜੀ ਫੰਡਸ ਆਉਣੇ ਨੇ, ਕੋਈ ਚੀਜ਼ ਆਉਣੀ ਆ, ਵੋਟ ਸ਼ੇਅਰ ਤੇ ਆਉਣੇ ਆ। ਕਿੰਨੇ ਅਸੀਂ ਉਸ ਏਰੀਏ 'ਚ ਵੱਸਦੇ ਆ ਤੇ ਕਿੰਨਿਆਂ ਨੇ ਅਸੀਂ ਵੋਟ ਪਾਈ। ਰਾਏ 40-45% ਜਾਂਦੇ ਨੇ, 60,000 ਚੋਂ 30,000 ਵੋਟ, 35,000 ਵੋਟ, 40,000 ਵੋਟ ਜਾਂ ਤੇ ਕੁਛ ਵੀ ਨਹੀਂ, 65%, 40 ਵੱਧ ਤੋਂ ਵੱਧ ਹੁੰਦੀ ਹੈ। ਗੁਰਪ੍ਰੀਤ ਸਿੰਘ ਜੀ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿਆਨ ਸਾਹਿਬ, ਗੱਲ ਚੱਲਦੀ ਸੀ, ਤੁਸੀਂ ਗੱਲਾਂ ਵਿੱਚ ਗੱਲ ਕੀਤੀ ਸੀ ਵੀ ਪਿਛਲੀ ਵਾਰੀ ਅਖਾੜਾ ਬਣਿਆ ਹੋਇਆ ਸੀ, ਭੜਥੂ ਮਚਿਆ ਹੋਇਆ ਸੀ, ਜਿਹੜੀ ਆਪਣੀ ਸਰੀ ਵਾਲੀ ਕੌਂਸਟੀਟਿਊਂਸੀ ਆ। ਦੇਖੋ, ਜਿੱਥੇ 3 ਭਲਵਾਨ ਭਿੜਨਗੇ ਉੱਥੇ ਭੜਥੂ ਦਾ ਪਊਗਾ ਜੀ। ਕੁੰਡੀਆਂ ਦੇ ਸਿੰਘ ਫਸੇ ਹੋਏ ਸੀਗੇ ਤੇ ਰਾਈਡਿੰਗ ਵੀ ਬਹੁਤ ਇੰਟਰਸਟਿੰਗ ਬਣੀ ਹੋਈ ਸੀਗੀ। ਪਰ ਇਸ ਵਾਰੀ ਤਾਂ ਥਾਲੀ ਦੇ ਵਿੱਚ ਸਜਾ ਕੇ ਦੇ ਦਿੱਤੀ ਗਈ ਹੈ ਸੀਟ, ਜਿਹੜੇ ਆਪਣੇ ਪਹਿਲਾਂ ਹੀ MP ਹੈਗੇ ਆ। ਸੋ ਕੋਈ ਖਾਸ ਕੰਪੀਟੀਸ਼ਨ ਇਸ ਵਾਰੀ ਕੋਈ ਖਾਸ ਨਜ਼ਰ ਨਹੀਂ ਆਇਆ ਹੈਗਾ। ਪਿਛਲੀ ਵਾਰੀ ਸਰਦਾਰ ਗੁਰਪ੍ਰੀਤ ਸਿੰਘ ਵੀ ਸੀਗੇ, ਜੇ ਉਹ ਤੁਸੀਂ ਨਹੀਂ ਖੜਦੇ ਤਾਂ ਉਹਨਾਂ ਸਾਡੀ ਵੋਟ ਉਹਨਾਂ ਨੂੰ ਜਾਣੀ ਸੀਗੀ। ਪਰ ਕਿਉਂਕਿ ਹਰੇਕ ਤੁਸੀਂ ਗੱਲ ਕਰ ਹੀ ਚੁੱਕੇ ਆ ਵੀ ਵੋਟ ਹੁੰਦੀ ਆ ਕੋਈ ਪਾਰਟੀ ਦੀ ਹੁੰਦੀ ਆ, ਜਾਂ ਕਈ ਵਾਰੀ ਵੋਟ ਹੁੰਦੀ ਆ ਤੁਹਾਡੀ ਪਰਸਨ ਟੂ ਪਰਸਨ ਵੋਟ ਵੀ ਹੁੰਦੀ ਆ। ਜੋ ਪਿਛਲੀ ਵਾਰੀ ਜਿੰਨੇ ਵੀ ਅਸੀਂ ਕਰ ਸਕਦੇ ਵੱਧ ਤੋਂ ਵੱਧ ਅਸੀਂ ਆਪਣੇ ਵੱਲੋਂ ਪਰਸਨ ਟੂ ਪਰਸਨ ਵੋਟ ਆਪਣੇ NDP ਦੇ ਉਮੀਦਵਾਰ ਜਾਣੀ ਕਿ ਤੁਹਾਨੂੰ ਅਸੀਂ ਪਾਈ ਪਿਛਲੀ ਵਾਰੀ। ਸਾਨੂੰ ਕੁਛ ਆਸ ਸੀਗੀ ਵੀ ਹਲਕੇ ਦਾ ਕੋਈ ਸੁਧਾਰ ਹੋਊਗਾ, ਪਰ ਚਲੋ ਪਿਛਲੀ ਵਾਰੀ ਘੱਟੋ ਘੱਟ ਐਟਲੀਸਟ ਇੰਦਰ ਦਾ ਸਿੰਘਾਸਨ ਤਾਂ ਹਿੱਲਿਆ, ਥੋੜਾ ਬਹੁਤ ਪਤਾ ਲੱਗਾ ਵੀ ਕੋਈ ਟੱਕਰ ਵੀ ਦਿੱਤੀ ਜਾ ਸਕਦੀ ਆ। ਮਾਫ ਕਰਨਾ, ਇਸ ਵਾਰੀ ਬਹੁਤ ਕਮਜ਼ੋਰ ਉਮੀਦਵਾਰ ਆ NDP ਪਾਰਟੀ ਵੱਲੋਂ ਵੀ, ਤੇ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਹੀ ਖੜ ਜਾਂਦੇ ਤਾਂ ਕੰਜ਼ਰਵੇਟਿਵ ਨੂੰ ਵੀ ਵੋਟ ਪਾ ਦਿੰਦੇ, ਪਰ ਉਹਨਾਂ ਦਾ ਉਮੀਦਵਾਰ ਵੀ ਬਹੁਤ ਕਮਜ਼ੋਰ ਆ ਜੀ। ਸੋ ਇਸ ਵਾਰੀ ਤਾਂ ਜਿਹੜੀ ਕਨਫਰਮ ਸੀਟ ਆ ਉਹ ਹਾਲੇ ਤੱਕ ਦੇਖਣ ਨੂੰ ਲੱਗ ਰਿਹਾ ਜੀ, ਬਾਕੀ ਸ਼ਾਮ ਨੂੰ ਪਤਾ ਲੱਗੂਗਾ ਵੀ ਕੀ ਬਣਦਾ ਆ। ਤੇ ਦੂਸਰੀ ਗੱਲ ਹੈ ਜੀ, ਹਾਂਜੀ ਜੀ ਦੱਸੋ, ਹੋਰ ਦੂਸਰੀ ਗੱਲ ਕੀ ਕਰ ਦੇ ਤਾਂ ਸਰਕਾਰ ਬਣ ਹੀ ਜਾਣੀ ਸੀਗੀ। ਥੋੜੀ ਬੈਡ ਲੱਕ ਹੋ ਗਿਆ ਵੀ ਉਹ ਛੇਤੀ ਸਵਰਗ ਸੁਧਾਰ ਗਏ, ਜਿਹਦੇ ਕਰਕੇ ਕੋਈ ਹਾਲੇ ਕੋਈ ਕ੍ਰਿਸਮੈਟਿਕ ਲੀਡਰ ਨਹੀਂ ਅੱਗੇ ਆ ਰਿਹਾ ਹੈਗਾ ਜਿਹੜਾ ਪਾਰਟੀ ਨੂੰ ਉਸ ਲੈਵਲ ਤੇ ਲਿਜਾ ਸਕੇ ਜਿਹਦੇ ਨਾਲ NDP ਮੈਜੋਰਟੀ ਦੇ ਲਾਗੇ ਛਾਗੇ ਪਹੁੰਚ ਸਕੇ। ਸੋ ਅਸੀਂ ਆਸ ਕਰਦੇ ਹਾਂ ਵੀ ਸ਼ਾਇਦ ਅਗਲੀ ਵਾਰੀ ਤੁਸੀਂ ਵੀ ਦੁਬਾਰਾ ਟਰਾਈ ਕਰੋ। ਹਾਂਜੀ, ਇੱਕ ਗੱਲ ਜ਼ਰੂਰ ਆ, ਪਿਛਲੀ ਵਾਰ ਪਰਸਨਲ ਲੈਵਲ ਤੇ ਬਹੁਤ ਇੱਕ ਦੂਜੇ ਤੇ ਚਿੱਕਰ ਸੱਟਿਆ ਗਿਆ। ਕੁਛ ਤੁਹਾਡੇ ਪਰਸਨਲ ਪਰਿਵਾਰ ਦੀਆਂ ਵੀ ਗੱਲਾਂ ਬਾਤਾਂ ਕੁਛ ਕੀਤੀਆਂ ਗਈਆਂ ਜੋ ਕਿ ਨਹੀਂ ਹੋਣੀ ਚਾਹੀਦੀ ਰਾਜਨੀਤੀ ਦੇ ਵਿੱਚ, ਪਰ ਹੋਈਆਂ। ਪਰ ਇਸ ਵਾਰੀ ਤੁਸੀਂ ਕਹਿੰਦੇ ਬਹੁਤ ਸ਼ਾਂਤੀ ਦੀ ਵਜ੍ਹਾ ਇਹੀ ਹੈ ਕਿਉਂਕਿ ਮੁਕਾਬਲਾ ਹੀ ਨਹੀਂ ਹੈਗਾ ਜੀ ਕੋਈ। ਸੋ ਇਹੀ ਕਹਿਣਾ ਚਾਹੁੰਦਾ ਜੀ। ਥੈਂਕ ਯੂ ਬਾਈ ਜੀ, ਥੈਂਕ ਯੂ। ਜਿਹੜੀ 3 ਸਟੇਟ ਦੀ ਪੋਲ ਹੈ ਉਹਦੇ ਹਿਸਾਬ ਨਾਲ 4-5% ਦਾ ਫਰਕ ਹੈ ਜਿਹੜਾ ਪੋਲ ਦਾ। ਪਰ ਹੁਣ ਪੋਲ ਤਾਂ 200 ਬੰਦੇ ਹੈ, ਪਤਾ ਨਹੀਂ ਕਿਹਨਾਂ ਨੂੰ ਫੋਨ ਕਰਨਾ ਹੈ। ਉਹ ਹੈ ਜਿਹੜਾ ਦੂਜਾ ਸਟਾਈਲ ਹੈ, ਉਹਦੀ ਗਿਣਤੀ ਨਹੀਂ ਨਾ ਹੋਣੀ। ਉਹਦਾ ਖਿਆਲ ਕਈ ਵਾਰ ਬੰਦੇ ਦੱਸਦੇ ਵੀ ਨਹੀਂ, ਪਾਉਣੀ ਕਿਤੇ ਆ ਕਿਤੇ ਕਹਿ ਦਿੰਦੇ ਨੇ। ਔਰ ਕੰਪੀਟੀਸ਼ਨ ਤਾਂ ਹੋਣਾ ਚਾਹੀਦਾ। ਕੰਪੀਟੀਸ਼ਨ ਕਿਉਂ ਨਾ ਹੋਵੇ? ਹਰਪ੍ਰੀਤ ਸਿੰਘ ਹੋਣੀ ਇਸ ਵਾਰ ਮਿਲੇ ਆ, ਇਹਦੇ ਤੋਂ ਬਾਅਦ ਮੈਂ ਕਿਹਾ ਕੀ ਗੱਲ ਹੋ ਗਈ? ਉਹ ਕਹਿੰਦਾ ਯਾਰ ਮੈਂ ਤਾਂ ਥੱਕ ਗਿਆ, ਮੈਂ ਪਿਛਲੀ ਵਾਰ 1 ਸਾਲ ਕਹਿੰਦੇ ਮੈਂ ਡੋਰ ਟੂ ਡੋਰ ਗਿਆ ਆਪਣੀ ਵਾਈਫ ਨੂੰ ਲੈ ਕੇ, ਕੋਈ ਮੈਂ ਕੰਸਟੀਚੁਐਂਸੀ ਦਾ ਘਰ ਨਹੀਂ ਛੱਡਿਆ, ਇਦੋਂ ਉੱਪਰ ਮੈਂ ਕੁਛ ਨਹੀਂ ਕਰ ਸਕਦਾ। ਤੇ ਕਿਤੇ ਵਲੰਟੀਅਰ ਜਿਹੜੇ ਨੇ ਉਹ ਫਿਰਦੇ ਨੇ, ਜਵਾਕ ਸਿੱਟਦੇ ਤੁਹਾਡੇ ਪੈਂਫਲੇਟ, ਉਹਦਾ ਮੈਂ ਥੱਕ ਜਾਂਦਾ। ਉਹ ਕਹਿੰਦਾ ਮੈਂ ਸਰਵੇ ਕਰਨਾ ਸੀ, ਨਹੀਂ ਹੋਇਆ ਤਾਂ ਨਹੀਂ ਹੋਇਆ। ਇਹ ਸੌਖਾ ਨਹੀਂ ਜੀ ਇਹ ਕੰਮ, ਜਿਹੜਾ ਨਹੀਂ ਇਹਦੇ ਚ ਪਿਆ ਉਹ ਨਹੀਂ। ਐਤਕੀ ਮੀਡੀਆ ਦੇਖ ਲਓ, ਮੀਡੀਆ ਚੁੱਪ ਕਿਵੇਂ ਆ? ਨਹੀਂ, ਸਵੇਰੇ ਹੀ ਗਿਆਨਵਾਨ ਮਹਾਪੁਰਸ਼ ਸਤਿਕਾਰਯੋਗ ਹੋਸਟ ਜੀ ਜਿਉਂ ਗੇੜੇ ਤੇ ਗੇੜਾ ਦੇ ਗੇੜੇ ਤੇ ਗੇੜਾ, ਆਜੋ। ਫਿਰ ਫੋਨ ਵੀ ਕਰ ਲੈਂਦੇ ਨੇ ਇੱਕ ਦੂਜੇ ਨੂੰ, ਕਰੋ ਫੋਨ, ਆਜੋ। ਉਹੀ ਉਹ ਕਹਿੰਦੇ ਇੱਕ ਪਿੰਡ ਦੇ ਬਾਹਰ
ਸਾਰੇ ਬੈਠੇ ਭਾਈਚਾਰਾ ਕੁੱਕਰ 25-30 ਬੈਠੇ, ਕੋਈ ਰੂੜੀਆਂ ਤੇ ਬੈਠਾ, ਕੋਈ ਰਾਹ 'ਚ ਬੈਠਾ। ਤੇ ਇੱਕ ਕਹਿੰਦਾ, ਉਹ ਕਹਿੰਦਾ ਰਾਤ ਸਾਧੂ ਲੰਘਿਆ ਇੱਥੇ ਦੀ, ਉਹ ਕਹਿੰਦਾ ਬਈ ਜੇ ਆਹ ਫਿਰਨੀ ਤੋਂ ਉੱਠ ਕੇ ਅਗਲੇ ਪਿੰਡ ਦੀ ਫਿਰਨੀ ਟੱਪ ਕੇ ਅਗਲੀ ਨਹਿਰ 'ਚ ਵੜ ਜਾਓ, ਗਾਂ ਨੂੰ ਇਹ ਜੂਨ 'ਚ ਨਹੀਂ ਪੈਂਦੇ, ਬੰਦੇ ਬਣ ਜਾਓਗੇ। ਮਰੋੜੀਆਂ ਪੂੰਛਾਂ ਸਾਰੀਆਂ ਟਾਊਂ ਟਾਊਂ ਹੋ ਗਏ, ਕੰਨ ਜਿਹੜੇ ਉਹ ਹਲਾਲੇ ਪੂਰੇ, ਤਿਆਰੀਆਂ ਕਰ ਲੀਆਂ। ਚਲੋ ਬਈ ਚਲੋ, ਕਹਿੰਦੇ ਬਈ ਸਿਆਪੇ ਜਦੋਂ ਮੁੱਕੇ ਕੁੱਤਾ ਕੁੱਤਾ ਕਹੀ ਜਾਂਦੇ ਨੇ, ਬੰਦੇ ਦੀ ਜੂਨ ਪਵਾਂਗੇ। ਸਾਰੇ ਉੱਠ ਖੜੇ। ਇੱਕ ਬਜ਼ੁਰਗ ਬੈਠਾ ਰਹਿ ਗਿਆ ਵਿਚਾਰਾ, ਔਖਾ ਸੀ, ਹੱਡ ਹੁੱਡ ਦੁਖਦੇ ਸੀ, ਉਮਰ ਹੋਈ ਹੋਈ ਸੀ 12 ਸਾਲਾਂ ਦੀ। ਉਹ ਕਹਿੰਦਾ ਬਾਪੂ ਤੂੰ ਨਹੀਂ ਜਾਣਾ? ਉਹ ਕਹਿੰਦਾ ਜੀ ਤਾਂ ਕਰਦਾ ਮੇਰਾ ਵੀ ਜਾਣ ਨੂੰ। ਕਹਿੰਦਾ ਫਿਰ ਤੁਰ। ਉਹ ਕਹਿੰਦਾ ਨਹੀਂ, ਜਿਹੜੇ ਅਗਲੇ ਪਿੰਡ ਦੇ ਵਿੱਚ ਭਾਈਚਾਰਾ ਆਪਣਾ ਬਸਦਾ ਪੈਸੇ 'ਚ, ਉਹਨਾਂ ਦੇ ਵਿੱਚ ਦੀ ਨਹੀਂ ਲੰਘਣ ਦੇਣਾ ਆਪਾਂ ਨੂੰ। ਨਾ ਉਹਨਾਂ ਦੇ ਜਾਣਾ, ਉਹਨਾਂ ਦੇ ਨਹਿਰ ਕੰਢੇ ਆ, ਆਪਾਂ ਨੂੰ ਪਿੰਡ 'ਚੋਂ ਨਹੀਂ ਉਹਨਾਂ ਨੇ ਲੰਘਣ ਦੇਣਾ। ਤੇ ਸੋ ਇਹੀ ਆ ਵੀ ਹੁਣ ਕਈਆਂ ਨੂੰ ਇਹ ਆ ਵੀ ਕਈ ਫੇਲ ਰੀਅਲਟਰ ਨੇ, ਹੋਸਟ ਬਣ ਗਏ, ਉਹਨਾਂ ਨੂੰ ਰੀਅਲਟਰ ਚੰਗੇ ਨਹੀਂ ਲੱਗਦੇ। ਉਹ ਕਹਿੰਦਾ ਵੀ ਅੱਗ ਲੱਗ ਗਈ ਹੈ, ਰੀਅਲਟਰ ਪੈਸੇ ਬਹੁਤ ਬਣਾਉਂਦੇ, ਸਾਡੇ ਤੋਂ ਘਰ ਨਹੀਂ ਇੱਕ ਵਿਕਿਆ। ਕੋਈ ਕਿਸੇ ਚੀਜ਼ 'ਚ ਫੇਲ ਆ, ਕੋਈ ਕਿਸੇ ਚੀਜ਼ 'ਚ ਫੇਲ ਆ, ਉਹਦੇ ਵਿਕਟਮ ਹੋ ਕੇ ਫਿਰ ਉਹਨਾਂ ਨੂੰ ਇਹ ਹੁੰਦਾ ਹੈ। ਹੁਣ ਕਈਆਂ ਨੂੰ ਇਹ ਆ ਵੀ ਸਾਨੂੰ ਸਰਕਾਰਾਂ ਨੇ ਅਹੁਦੇ ਨਹੀਂ ਦਿੱਤੇ, ਸਾਨੂੰ ਅੰਗਰੇਜ਼ੀ ਆਉਂਦੀ, ਸਾਨੂੰ ਬੋਲਣਾ ਆਉਂਦਾ, ਸਾਨੂੰ ਕੱਪੜਾ ਪਾਉਣਾ ਆਉਂਦਾ, ਸਾਡਾ ਸੂਤ ਨਹੀਂ ਆਇਆ। ਉਹ ਫਿਰ ਹੁਣ ਉਹਨਾਂ ਨੂੰ ਇਹ ਸੀ ਵੀ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ, ਇਹ ਕਿਵੇਂ ਹੋ ਗਈ। ਕਈਆਂ ਦੀਆਂ ਗੂੜੀਆਂ ਰਿਸ਼ਤੇਦਾਰੀਆਂ ਨੇ ਬਹੁਤ, ਜਿਹੜੀਆਂ ਦਿਖਦੀਆਂ ਨਹੀਂ ਲੋਕਾਂ ਨੂੰ। ਉਹ ਬਹੁਤ ਚੀਜ਼ਾਂ ਇਨਵੋਲਵ ਸੀ ਉਸ ਸਮੇਂ। ਤੇ ਅੱਛਾ ਹੁਣ ਜੇ ਕਿਤੇ ਇਕੱਠ 'ਚ ਕਿਤੇ ਮਿਲ ਕੇ ਗੱਲ ਕਰੀਏ, ਨਾ 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 ਇਹ ਕਿਵੇਂ ਹੋਏਗੀ। ਤੇ ਛੋਟੇ ਭਾਈ, ਬੜੇ ਭਾਈ, ਸ਼ਬਦ ਬਹੁਤ ਵਧੀਆ ਆਉਂਦੇ ਨੇ, ਕਈਆਂ ਨੂੰ ਵਰਤਣੇ ਬਹੁਤ ਵਧੀਆ। ਇੱਕ ਦਿਨ ਦੇ ਵਿੱਚ ਕਿਸੇ ਤਰ੍ਹਾਂ ਹੀ ਇਹੀ ਰਾਈਡਿੰਗ ਦੇ ਵਿੱਚ ਗੁਰਮੰਤ ਗਰੇਵਾਲ ਜਾਂ ਰਾਈਡਿੰਗ ਦੇ ਵਿੱਚ ਸੀ, 1 ਘੰਟੇ ਦੇ ਵਿੱਚ ਮੈਂ ਟੋਨ ਜਿਹੜੀ ਹੋਸਟਾਂ ਦੀ ਬਦਲਦੀ ਦੇਖਿਆ। 1 ਘੰਟੇ 'ਚ ਫੋਨ ਤੋਂ ਬਾਅਦ ਬਿਲਕੁਲ ਈਸਟ ਤੋਂ ਵੈਸਟ, ਵੈਸਟ ਤੋਂ ਈਸਟ, ਇੰਨਾ ਕੁ ਇਹ ਕਿਰਦਾਰ ਦੇ ਮਾਲਕ ਨੇ ਲੋਕ। ਇਹ ਉਸ ਸਮੇਂ ਫਿਰ ਨਿੱਜ ਹੋ ਗਿਆ ਕਈਆਂ ਦਾ ਵੀ ਉਹ ਕਹਿੰਦੇ ਤਾਂ ਬਹੁਤ ਮਾੜੀ ਗੱਲ ਹੋ। ਗਰ 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 ਜਿਵੇਂ ਗਰਾਰੀਆਂ 'ਚ ਤੇਲ ਮੁੱਕਿਆ ਹੁੰਦਾ, ਸਵੇਰੇ ਹੀ ਜਿਉਂ ਸ਼ੁਰੂ ਹੋਣਾ, ਸਾਹ ਹੀ ਨਹੀਂ ਲੈਣਾ, ਚੱਕ ਲੈ ਚੱਕ ਲੈ। ਤਾਂ ਹੀ ਮੈਂ ਕਹਿੰਦਾ ਹੁੰਦਾ ਵੀ ਮਾੜਾ ਜਿਹਾ ਖੜੋ ਤਾਂ ਸਹੀ, ਜਾਂ ਟੱਬਰ ਦਾ ਕੋਈ ਜੀ ਖੜਾਓ, ਮਾੜਾ ਜਿਹਾ ਮੈਦਾਨ 'ਚ ਤਾਂ ਆਓ, ਫਿਰ ਮਾੜਾ ਜਿਹਾ ਪਤਾ ਤਾਂ ਲੱਗੇ ਆਪਾਂ ਕਿੱਥੇ ਖੜੇ ਆ ਕਮਿਊਨਿਟੀ ਦੇ ਵਿੱਚ। ਨਾਲੇ ਵਿਰੋਧ ਤਾਂ ਨਹੀਂ ਕਰਾਂਗੇ, ਬਿਲਕੁਲ ਵਿਰੋਧ ਤਾਂ ਨਹੀਂ ਕਰਾਂਗੇ, ਹੱਕ 'ਚ ਰਹਾਂਗੇ। ਮਾੜਾ ਡੱਬਾ ਖੜਕਾ ਕੇ ਤਾਂ ਦੇਖੋ ਲੋਕਾਂ 'ਚ। ਸੋ ਇਹ ਨਿੱਜੀ ਤੌਰ ਤੇ ਜਦ ਬੰਦੇ ਇੱਕ ਤਹਈਆ ਕਰ ਲੈਂਦੇ ਨੇ, ਘੁੰਮਣ ਵਾਲੇ, ਟੇਬਲ ਵਾਲੇ ਤੇ ਇਕੱਠੇ ਹੋ ਜਾਂਦੇ ਨੇ, ਫਿਰ ਬਹੁਤ ਕੁਝ ਵਿਗੜਦਾ। ਸੋ ਇਹ ਜਿਹੜੀ ਹੁਣ ਵੀ ਫੇਰ ਵੀ ਜਿਹੜੀ ਨਿੱਜੀ ਤੌਰ ਤੇ ਮੈਂ ਮਹਿਸੂਸ ਕੀਤੀ ਸੀ ਪਿਛਲੀ ਵਾਰ ਐਤਕੀ ਵੀ, ਉਹ ਇਹ ਆ ਵੀ ਔਟਵਾ ਦਾ ਲੋਕਲ ਕੈਂਡੀਡੇਟ ਦੀ ਮਦਦ ਤੇ ਨਾ ਖੜਨਾ, ਉਹ ਬਹੁਤ ਵੱਡਾ ਇੱਕ ਇਸ਼ੂ ਆ, ਬਹੁਤ ਵੱਡਾ ਇਸ਼ੂ। ਫੰਡਿੰਗ ਦਾ, ਪੈਸੇ ਧੇਲੇ ਦਾ, ਹੋਰ ਰਿਸੋਰਸਿਸ ਦਾ, ਬਹੁਤ ਕੁਛ ਹੈ। ਜਦ ਤੱਕ ਉੱਪਰੋਂ ਔਟਵਾ ਜਾਂ ਹਾਈ ਕਮਾਂਡ ਮਦਦ ਨਹੀਂ ਨਾ ਕੈਂਡੀਡੇਟ ਦੀ ਕਰਦੀ, ਜਦ ਤੱਕ ਕੈਂਡੀਡੇਟ ਆਪਣੇ ਮਨੋਬਲ ਤੇ ਆਪਣੇ ਯੁਰਕੇ ਨਾਲ ਨਹੀਂ ਜਿੱਤ ਸਕਦਾ। ਬੜਾ ਲੰਮਾ ਕੰਮ ਹੈ। ਜਿੰਨੀ ਮਦਦ ਹੋ ਜੂਗੀ, ਇਹ ਲੀਡਰ ਦੀ ਐਕਸੈਪਟੈਂਸ, ਲੀਡਰ ਵੱਲ ਵੇਖਦੇ ਨੇ ਲੋਕ, ਲੀਡਰ ਦੀ, ਬੰਦੇ ਨਿੱਜੀ ਉਮੀਦਵਾਰ ਦੀ, ਪਾਰਟੀ ਮੈਨੀਫੈਸਟ ਦੀ, ਬਹੁਤ ਕੁਝ ਇਕੱਠਾ ਹੋ ਕੇ ਤਾਂ ਕੋਈ ਹਾਰਦਾ ਤੇ ਤਾਂ ਕੋਈ ਜਿੱਤਦਾ। ਬਹੁਤ ਵੱਡਾ ਇਹ, ਇਸ ਤਰ੍ਹਾਂ ਨਹੀਂ ਹੁੰਦੀ ਹੈ ਕਹਾਣੀ ਬਈ ਤੁਸੀਂ ਜਿੱਤ ਜੂ ਕੋਈ ਹਾਰ ਜੂ, ਨਹੀਂ। ਰੂਲਿੰਗ ਬੰਦੇ ਨੂੰ ਜਿੱਤਣਾ ਸੌਖਾ ਹੈ। ਉਹ ਦਫ਼ਤਰ ਦੇ ਵਿੱਚ ਬੈਠਾ, ਉਹਦਾ ਦਫ਼ਤਰ ਕੰਮ ਕਰਦਾ, ਉਹਦੇ ਲਈ 24 ਘੰਟੇ ਕੰਮ ਕਰਦਾ, ਲੋਕਾਂ ਦੇ ਕੰਮ ਕਰਨੇ ਉਹਨੂੰ ਸੌਖੇ ਨੇ। ਉਹ ਦਫ਼ਤਰ ਦੇ ਵਿੱਚ ਕੈਂਪੇਨ ਕਰਨੀ ਉਹਨੂੰ ਸੌਖੀ। ਹਰ ਰੋਜ਼ ਇਹ ਕੈਂਪੇਨ ਆ, ਤੁਸੀਂ 100 ਬੰਦੇ ਨੂੰ ਫੋਨ ਕਰ ਲਓ, ਹੋਰ ਜੀ ਠੀਕ ਠਾਕ ਹੋ, ਕੋਈ ਕੰਮਕਾਰ ਦੱਸਿਓ, ਬਸ ਵੋਟ ਪੱਕੀ। ਇੰਨਾ ਹੀ ਕੰਮ ਹੈ। ਨਵਾਂ ਸਿਟੀਜ਼ਨ ਬਣਿਆ, ਤੁਹਾਡੇ ਖਰਚੇ ਦੇ ਵਿੱਚੋਂ ਗੁਲਾਬ ਦੇ ਫੁੱਲ ਭੇਜ ਦੇਣੇ ਨੇ, ਜਿਹੜਾ ਜੇਬ ਚੋਂ ਭੇਜਣੇ ਨੇ। 10 ਬੰਦਿਆਂ ਨੂੰ ਮੁਰਗ ਮੁਸੱਲਮ ਖਿਲਾ ਦੇਣਾ, ਕਿਵੇਂ ਕੰਸਟੀਚੁਐਂਸੀ ਗੈਦਰਿੰਗ, ਚੱਲ।
ਇੱਕ ਨਹੀਂ, ਇਹਦੇ ਚ ਬਹੁਤ ਲੂਪ ਹੋਲਸ ਨੇ। ਸਭ ਤੋਂ ਵੱਡਾ ਲੂਪ ਹੋਲ ਹੈ ਜੇ ਤੁਸੀਂ ਸਿਟੀਜ਼ਨ ਹੈ ਨਹੀਂ ਤੇ ਤੁਸੀਂ ਵੋਟ ਪਾਇਆ ਹੈ, ਹੱਥ ਖੜਾ ਕਰ, ਉਹ ਕਹਿਰ ਆ ਸਭ ਤੋਂ ਵੱਡਾ। ਉਹਦੇ ਤੋਂ ਬਚੋ, ਉਹ ਜ਼ਰੂਰੀ ਬਚਣ ਦੀ ਲੋੜ ਆ। ਕੋਈ ਹਾਰੇ ਕੋਈ ਜਿੱਤੇ, ਮਰੇ ਕੋਈ ਜੀਵੇ, ਖੁਸਰਾ ਘੋਲ ਪਤਾਸੇ ਵਾਲੀ ਗੱਲ ਆ। ਤੁਸੀਂ ਆਪਣੇ ਆਪ ਗਲਤ ਨਾ ਕਰੋ ਕੁਛ ਵੀ। ਜੇ ਫੜੇ ਗਏ, ਉਹ ਜਿਹਨੂੰ ਪਾਉਣ ਗਏ, ਜਿਹਦੇ ਕਹਿਣ ਤੇ ਪਾਉਣ ਗਏ, ਉਹਨੇ ਨਹੀਂ ਖੜਨਾ। ਕੋਈ ਪ੍ਰੂਫ ਹੀ ਨਹੀਂ ਵੀ ਉਹਨੇ ਭੇਜਿਆ ਤੁਹਾਨੂੰ। ਇਹਦਾ ਖਿਆਲ ਰੱਖੋ। ਸਰ ਕੁਲਵੀਰ ਸਿੰਘ, ਲਾਈਨ ਨੰਬਰ 2। ਮੋਹਨ ਸਿੰਘ ਜੀ, ਲਾਈਨ ਨੰਬਰ। ਹੈਲੋ ਗਿੱਲ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਤਾਂ ਜੀ ਇਹ ਬੇਨਤੀ ਆ ਪਬਲਿਕ ਨੂੰ, ਆਪਣੇ ਵੀ ਜਿੱਦਾਂ ਪਿਛਲੀ ਵਾਰੀ ਜਦੋਂ ਤੁਸੀਂ ਖੜੇ ਸੀ, ਤੁਹਾਡੇ ਏਰੀਏ ਦੇ ਵਿੱਚ ਵੋਟਾਂ ਜਿਹੜੀਆਂ ਗਲਤ ਪੈ ਗਈਆਂ ਸੀਆਂ, ਜਿਹੜੇ ਪੀਆਰ ਸੀਗੇ ਜਾਂ ਸਟੂਡੈਂਟ ਸੀਗੇ ਜਾਂ ਵਿਜ਼ਟਰ ਸੀਗੇ ਜਿਨ੍ਹਾਂ ਨੇ ਪਾਈਆਂ, ਉਹ ਕਾਰਡ ਇਸ਼ੂ ਹੋਏ। ਪਰ ਐਤਕੀ ਇਹ ਦੇਖ ਲੈਣ, ਇਹ ਤਾਂ ਕੁਰਸੀ ਤੇ ਬਹਿ ਜਾਣਾ ਜਾ ਕੇ, ਡਿਪੋਰਟ ਤੁਹਾਨੂੰ ਮਿੱਤਰੋ ਲੱਗਣੀ ਆ। ਜਾਂ ਜਿਹੜਾ ਹੈਗਾ ਆਪਣੇ ਵੀ ਲੈਂਡਡ ਆ ਨਾ, ਉਹਨੂੰ ਆਪਣੇ ਵੀ ਡਿਪੋਰਟ ਉਹਨੂੰ ਵੀ ਲੱਗਣੀ। ਉਹ ਵੀ ਆਪਣੇ ਵੀ ਇਹ ਨਾ ਸੋਚੇ ਵੀ ਮੈਨੂੰ ਡਿਪੋਰਟ ਨਹੀਂ ਲੱਗਣੀ। ਇਹ ਬੇਨਤੀ ਆ ਵੀ ਤੁਸੀਂ ਇਹ ਕੰਮ ਨਾ ਕਰਿਓ। ਅਸੀਂ ਹੁਣ ਦੇਖਦੇ ਆ ਅਲਬਰਟਾ ਤੋਂ ਕਿੰਨੀਆਂ ਕਾਰਾਂ ਆਪਣੇ ਇੱਥੇ ਤੁਰੀਆਂ ਫਿਰਦੀਆਂ, ਆਪਣੇ ਵੀ ਜਿਹੜੇ ਬਾਣ ਕੇ ਆਪਣੇ ਵੀ ਐਡਰੈਸ ਚੇਂਜ ਕਰਾ ਲੈਂਦੇ ਆ ਨਾ। ਜਦੋਂ ਕਿਤੇ ਆਪਣੇ ਵੀ ਫਸ ਗਏ, ਚਾਹੇ 5 ਸਾਲਾਂ ਨੂੰ ਫਸ ਗਏ, ਤੇ ਡਿਪੋਰਟ ਉਸਲੇ ਵੀ ਲੱਗਣੀ ਆ ਤੇ ਤੁਹਾਡੀ ਪ੍ਰਾਪਰਟੀ ਸਾਰੀ ਜ਼ਬਤ ਕਰ ਲੈਣੀ ਆ। ਇਹਨਾਂ ਦਾ ਕੱਖ ਨਹੀਂ ਆਣਾ, ਇਹਨਾਂ ਨੂੰ ਮੁਫਤ ਦੀ ਪੈਨਸ਼ਨ ਲੱਗਣੀ ਆ। ਵੋਟ ਜਿਹਨ ਪਾਉਣੀ ਆ ਸਹੀ ਪਾਵੇ, ਆਪਣੇ ਗਲਤ ਵੋਟ ਨਾ ਪਾਵੇ। ਇੰਨੇ ਮੇਰੇ ਵਿਚਾਰ ਸੀਗੇ। ਧੰਨਵਾਦ ਜੀ। ਨਹੀਂ, ਉਹ ਤਾਂ ਸਿੱਧਾ ਮੈਂ ਉਸ ਚੀਜ਼ ਦਾ ਗਵਾਹ। ਮੈਂ ਪੁੱਛਿਆ, ਉਹ ਕਹਿੰਦੇ ਕੋਈ ਪ੍ਰੂਫ ਦਿਖਾਉਣ ਦੀ ਲੋੜ ਨਹੀਂ। ਹੁਣ ਉਹ ਪਾਉਣ ਵਾਲੇ ਤੇ ਆ ਵੀ ਉਹ ਕਿਵੇਂ ਪਾਉਂਦਾ। ਜਿਹੜੀ ਪ੍ਰੈਕਟਿਸ ਚੱਲਦੀ ਆ, ਜਿਹੜੀਆਂ ਗੱਲਾਂ ਚੱਲਦੀਆਂ ਨੇ, ਜਿਹੜੀ ਬਾਹਰ ਗੱਲ ਆਉਂਦੀ ਆ, ਉਹਦਾ ਫਿਰ ਹੁਣ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਈ ਵਾਰ ਕਿ ਬਹੁਤ ਕੋਸ਼ਿਸ਼, ਮੇਰੇ ਕੋਲ ਨਾਂ ਲਿਖੇ ਹੋਏ ਨੇ, ਪਰ ਫਿਰ ਉਹ ਜਵਾਕਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਖਰਾਬ ਹੋਣੀ ਸੀ, ਫਿਰ ਉਹ ਛੱਡਤੀ ਗੱਲ। ਬੜਾ ਪੰਗਾ ਤਾਂ ਇਹ ਹੈ ਜੇ ਚੋਰ ਚੋਰੀ ਕਰਦਾ ਹੈ, ਸੰਨ ਜਿਹੜੀ ਆ ਲੱਗਦੀ ਹੈ, ਤੇ ਦੁਬਾਰਾ ਜਿਹੜੀਆਂ ਨੇ ਭੁਰੀਆਂ ਹੋਈਆਂ ਨੇ। ਇਲੈਕਸ਼ਨ ਕੈਨੇਡਾ ਨੂੰ ਕੰਮ ਕਰਨਾ ਚਾਹੀਦਾ ਹੈ ਵੀ ਘੱਟੋ ਘੱਟ ਜਿਹੜਾ ਵੋਟਰ ਲਿਸਟ 'ਚ ਨਾਂ ਨਹੀਂ, ਉਹ ਕਿਉਂ ਨਹੀਂ ਦਿਖਾਉਂਦਾ ਲਿਆ ਕੇ ਆਪਣਾ ਜਿਹੜਾ ਪ੍ਰੂਫ ਆਫ ਸਿਟੀਜ਼ਨਸ਼ਿਪ? ਕਿਉਂ ਤੁਸੀਂ ਅਫਰਮ ਤੇ ਉਹਨੂੰ ਵੋਟ ਪਾਉਣ ਦਿੰਦੇ ਹੋ? ਇਹ ਕੀ ਕਾਰਨ ਹੋਇਆ? ਸਰ ਕਰਮਜੀਤ ਸਿੰਘ, ਲਾਈਨ ਨੰਬਰ 4। ਜੀ ਗਿੱਲ ਸਾਹਿਬ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ, ਜਿਹੜਾ LMI ਵਿਕਣ ਵਾਲਾ ਕੰਮ ਆ, ਸਾਨੂੰ ਪਤਾ ਸਾਡੇ ਸਾਹਮਣੇ ਵੀ ਹੁੰਦਾ, ਪਰ ਕਰਦਾ ਕੌਣ? ਸਾਡੇ ਵੇਚਣ ਵਾਲੇ ਤੇ ਸਾਡੇ ਖਰੀਦਣ ਵਾਲੇ। ਉਹ ਇੱਕ ਸਹੂਲਤ ਦਿੱਤੀ ਸੀ, ਉਹਦੀ ਗਲਤ ਵਰਤੋਂ ਹੋਣ ਲੱਗੀ ਤੇ ਕਸੂਰ ਸਰਕਾਰ ਦਾ। ਬਾਕੀ ਕਮਿਊਨਿਟੀਆਂ 'ਚ ਨਹੀਂ ਐਵੇਂ ਹੁੰਦਾ। ਜਿਹੜੇ ਵਾਈਟ ਕੰਪਨੀਆਂ ਨੇ ਉਹ ਮੁਫਤ ਦਿੰਦੀਆਂ ਨੇ, ਜੇ ਉਹਨਾਂ ਲੋੜ ਹੁੰਦੀ ਹੈ ਬੰਦਾ ਰੱਖਦੇ ਨੇ। ਸਾਡੇ 'ਚ ਬਹੁਤ ਘੱਟ ਆ ਜਿਹੜੇ ਮੁਫਤ ਦੇਣ ਵਾਲੇ। ਹਾਂ, ਆਪਣੇ ਭਾਈਚਾਰੇ 'ਚ ਵੀ ਚੱਕਦੇ ਆ ਤਾਂ ਸਾਡਾ ਹੀ ਢਿੱਡ ਨੰਗਾ ਹੁੰਦਾ। ਦੂਜੀ ਗੱਲ, ਇੱਕ ਦਿਨ ਤੁਹਾਡੇ ਨਾਲ ਤੁਸੀਂ ਗੁੱਸੇ ਹੋ ਗਏ, ਕਹਿੰਦੇ ਸੀ ਵੀ 3 MLA ਰਲ ਕੇ ਇੱਕ MP ਨਹੀਂ ਜਿਤਾ ਸਕਦੇ, 3 NDP ਦੇ MLA। ਮੈਂ ਤੁਹਾਨੂੰ ਕਾਲ ਕੀਤੀ ਸੀ। ਗੱਲ ਇਹ ਆ ਵੀ ਜੇ ਪਾਰਟੀ ਡਿਸਪਲਿਨ ਨਹੀਂ ਕਰਦੀ MLA ਨੂੰ, ਤਾਂ ਕੁਛ ਨਹੀਂ ਕਰ ਸਕਦੇ। ਪਾਰਟੀ ਨੂੰ ਚਾਹੀਦਾ ਭਾਈ ਤੁਸੀਂ ਸਾਡੇ ਆ ਬੰਦੇ ਜਿਤਾਓ, ਤੇ ਹੋਰ ਕੁਛ ਨਹੀਂ ਹੋ ਸਕਦਾ। ਹੁਣ ਦਿੱਲੀ 'ਚ 67 MLA ਜਿੱਤੇ ਸੀ ਆਮ ਆਦਮੀ ਪਾਰਟੀ ਦੇ, ਉਹ ਇੱਕ ਵੀ MP ਨਹੀਂ ਜਿਤਾ ਸਕੇ, ਨਾ ਮਿਊਨਿਸਪਲ ਕਾਰਪੋਰੇਸ਼ਨ ਜਿਤਾ ਸਕੇ ਆ। ਲੋਕਾਂ ਦੇ ਮੁੱਦੇ ਬਦਲ ਜਾਂਦੇ ਆ, ਗੱਲ ਚੇਂਜ ਹੋ ਜਾਂਦੀ ਆ। ਇੱਥੇ ਤਾਂ ਤੁਸੀਂ MLA ਨੂੰ ਆਖੇ ਨਹੀਂ ਲਾ ਸਕਦੀ ਪਾਰਟੀ ਆਪਦੀ, ਦੂਜਿਆਂ ਨੂੰ ਕੀ ਕਰੂਗੀ? ਨਾਲੇ ਜੀ ਅੱਜ ਪ੍ਰਚਾਰ ਦਾ ਦਿਨ ਹੈਗਾ ਜੀ, ਮੈਂ ਪੁੱਛਣਾ ਸੀ ਅੱਜ ਪ੍ਰਚਾਰ ਕਰ ਸਕਦੇ ਹੋ ਰੇਡੀਓ ਤੇ? ਤੁਸੀਂ ਕਰੀ ਜਾਂਦੇ ਹੋ ਜੀ। ਮੈਂ ਤਾਂ ਚਲੋ ਮੈਂ ਕਰੀ ਜਾਣਾ, ਪਰ ਇਹ ਲੀਗਲ ਵੀ ਹੈ। ਫਿਰ ਕੋਈ ਨਾ ਕਰ ਲਓ ਜੀ, ਕਰ ਲਓ ਫਿਰ। ਪਤਾਈ ਤੁਸੀਂ ਕਰ ਹੀ ਰਹੇ ਹੋ, ਤੁਸੀਂ ਵੀ ਕਰਕੇ ਗਏ ਹੋ ਤੇ ਕੋਣੀ ਵੀ ਕਰਕੇ ਗਏ ਨੇ। ਕੋਈ ਨਾ ਕਰ ਲਓ, ਹੁਣ ਬਰਾਬਰ ਹੀ ਆ ਗੱਲ। ਸੂਤ ਨਹੀਂ ਲੱਗੀ ਗੱਲ ਹੁਣ। ਸੈਮ ਜੀ, ਲਾਈਨ ਨੰਬਰ 5। ਗੱਲ ਤਾਂ ਵੈਸੇ ਅਸੀਂ ਬਾਕੀ ਰਾਈਡਿੰਗਾਂ 'ਚ ਦੇਖਦੇ ਹਾਂ, ਮੇਰੀ ਆਪਣੀ ਰਾਈਡਿੰਗ 'ਚ ਦੇਖਦੇ ਹਾਂ
ਇਸ਼ੂ ਬੇਸਡ ਕੰਮ ਆ, ਕੋਈ ਕਿਸੇ ਦਾ ਕੋਈ ਇਸ਼ੂ ਆ, ਕਿਸੇ ਦਾ ਕੋਈ ਇਸ਼ੂ ਆ। ਇਹ ਕੁਐਸਚਨ ਥੋੜਾ ਤੁਹਾਡੇ ਤੇ ਵੀ ਤੁਸੀਂ ਕਲੀਅਰ ਕਰਕੇ ਜਾਓ, ਕੀ ਲੱਗਦਾ ਨਹੀਂ ਵੀ ਸਰੀ ਦੀ ਪੋਲਿਟਿਕਸ, ਗੰਦਲੀ ਪੋਲਿਟਿਕਸ, ਇਹਦੇ ਵਿੱਚ ਸਾਨੂੰ ਦੂਰੋਂ ਦਾ ਬੈਠੇ ਨੂੰ ਏਦਾਂ ਲੱਗਦਾ ਵੀ ਇਹਦੇ ਵਿੱਚ ਧਰਮ ਵੀ ਹੈਵੀ ਆ, ਇਹਦੇ ਵਿੱਚ ਆਪਸੀ ਰੰਜਿਸ਼ਾਂ ਵੀ ਹੈਵੀ ਆ। ਕਿਸੇ ਨੂੰ ਕੋਈ ਇਸ਼ੂ ਹੈਗਾ ਵੀ ਸਰੀ ਵਿੱਚ ਕੀ ਚਾਹੀਦਾ, ਸਰੀ ਕਿਹੋ ਜਿਹਾ ਬਣੇ ਔਰ ਕਿੱਦਾਂ ਦਾ ਅਸੀਂ ਸਰਕਾਰ ਲੈ ਕੇ ਆਈਏ? ਇੱਥੇ ਕੋਈ ਵੋਟ ਪਾਉਂਦਾ ਜਾਂ ਕੋਈ ਕਿਸੇ ਨਾਲ ਜੁੜਿਆ ਵੋਟ ਪਾਉਂਦਾ ਜਾਂ ਕੋਈ ਪੁਰਾਣੀਆਂ ਗੱਲਾਂ ਕੱਢ ਲਿਆਉਂਦੇ ਆ? ਆਈ ਡੋਂਟ ਥਿੰਕ ਸੋ ਇਹ ਕੋਈ ਗੁੱਡ ਗੱਲ ਆ। ਔਰ ਕੁਛ ਰਾਈਡਿੰਗਾਂ ਮੈਨੂੰ ਆਪਾਂ ਇਹ ਵੀ ਫੋਲੋ ਕਰਦੇ, ਕੁਛ ਰਾਈਡਿੰਗਾਂ ਟੋਰਾਂਟੋ ਵੱਲ ਵੀ ਜਿਹੜੀਆਂ ਹੈਗੀਆਂ, ਕੁਛ ਰਾਈਡਿੰਗਾਂ ਉੱਥੇ ਵੀ ਹੈਗੀਆਂ। ਸੋ ਇਹਦਾ ਮਤਲਬ ਵੀ ਅਸੀਂ ਉਹ ਪੁਰਾਣੀ ਜੇ ਨਹੀਂ ਛੱਡਾਂਗੇ ਪੋਲਿਟਿਕਸ ਤੇ ਕਿਵੇਂ ਹੋਊਗਾ? ਅਸੀਂ ਪਾਰਟੀ ਦੇ ਨਾਲ ਕਿਵੇਂ ਜੁੜ ਸਕਦੇ ਆ? ਅੱਜ ਕੋਈ ਪਾਰਟੀ ਦੀ ਲੋੜ ਹੈ ਸਾਨੂੰ, ਕੱਲ ਨੂੰ ਕਿਸੇ ਹੋਰ ਪਾਰਟੀ ਦੀ ਲੋੜ ਹੋ ਸਕਦੀ ਹੈ। ਅਜਿਹਾ ਕਿਵੇਂ ਹੋ ਸਕਦਾ? ਸੋ ਇਸ ਲਈ ਬਾਹਰ ਬੈਠੇ ਨੂੰ ਸਾਨੂੰ ਅਜਿਹਾ ਹੀ ਲੱਗਦਾ ਕਿ ਨਹੀਂ, ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਰ ਜੀ। ਜਿਹੜਾ ਬੜਾ ਭਾਰੂ ਆ, ਪਾਰਟੀ ਪੂਰਟੀ ਪਿੱਛੇ ਜਾ ਵੜਦੀ ਹੈ। ਇੱਥੇ ਪਾਰਟੀ ਦੀ ਗੱਲ ਜਿਹੜੀ ਕਰਮਜੀਤ ਸਿੰਘ ਹੁਣੀ ਕਹਿ ਗਏ ਨੇ, ਐਮਐਲਏ ਡਿਸਪਲਿਨ ਹੋਣੇ ਚਾਹੀਦੇ ਨੇ। ਐਮਐਲਏ ਦੇ ਸਿਰ ਤੇ ਪਾਰਟੀ ਪ੍ਰੈਜ਼ੀਡੈਂਟ ਥੋੜਾ ਬਹਿ ਸਕਦਾ। ਐਮਐਲਏ ਨੂੰ ਉਹੀਓ ਪਤਾ ਹੋਣਾ ਜਿਹੜਾ ਉਹੀ ਐਮਐਲਏ ਮਿੰਨਤਾਂ ਕਰਦੇ ਨੇ ਆਪਣੀਆਂ ਵੋਟਾਂ ਵੇਲੇ, ਉਹੀ ਐਮਐਲਏ ਫਿਰ ਕਿੱਥੇ ਲੱਭਦੇ ਨਹੀਂ। ਕੋਈ ਕਿਤੇ ਜਾ ਚੜਦਾ, ਕੋਈ ਕਿਤੇ, ਜਾਂ ਆਖਰੀ ਦਿਨ ਆਉਣਗੇ ਮਾਈਕ ਫੜ ਕੇ ਚੜ ਜਾਣਗੇ ਉੱਪਰ ਬਣਿਆ ਬਣਾਏ ਪਲੇਟਫਾਰਮ। ਇਹ ਮਤਲਬ ਪਾਰਟੀ ਅਲਾਇੰਸ ਇਹ ਨਹੀਂ ਇੱਕ ਪਾਰਟੀ 'ਚ, ਸਾਰੀਆਂ ਪਾਰਟੀਆਂ 'ਚ ਇਹ ਹੈ। ਉੱਤਰ ਕਾਟੋ ਮੈਂ ਚੜ੍ਹਾ ਵਾਲੀ ਇੱਕ ਦੂਜੇ ਨੂੰ ਲਾਉਣ ਲਈ। ਪਰ ਇੱਕ ਜਿਹੜੀ ਵੱਡੀ ਗੱਲ ਆ, ਉਹ ਜਿਹੜੀ ਸਥਾਪਤੀ ਹੋਈ ਹੈ, ਜਿਹੜਾ ਨੈਕਸਸ ਹੈ, ਉਹ ਨੈਕਸਸ ਨੂੰ ਉਹਦੇ 'ਚ ਨਵਾਂ ਬੰਦਾ ਐਂਟਰ ਕਰਨਾ ਆਪਣੀ ਪੰਜਾਬੀਆਂ ਦੀ ਰਾਜਨੀਤੀ 'ਚ ਬਹੁਤ ਔਖਾ। ਇਹ ਗੱਲ ਜ਼ਰੂਰ ਮੰਨਣੀ। ਚਰਨ ਔਜਲਾ ਜੀ, ਲਾਈਨ ਨੰਬਰ 2। ਸੁਖੀ ਜੀ, ਲਾਈਨ ਨੰਬਰ। ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿਲ ਸਾਹਿਬ, ਦੇਖੋ ਆਪਣੇ ਪਹਿਲੇ ਕਾਲਰ ਵਿੱਚ ਕਹਿ ਕੇ ਗਿਆ ਨਾ, ਤੁਸੀਂ ਵੀ ਗੱਲ ਕੀਤੀ ਆ। ਮੇਰੀ ਡਾਕਟਰ ਨੇ ਸਵੇਰੇ ਵੋਟ ਪਾਈ ਆ, ਉਹਦੀ ਪਹਿਲੀ ਵੋਟ ਸੀਗੀ ਐਕਚੁਅਲੀ, ਹੈ ਨਾ। ਤੇ ਜਦੋਂ ਉਹ ਗਈ ਆ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਆਪਣਾ ਤੁਸੀਂ ਸਾਲ ਪਹਿਲਾਂ ਦਾ ਕੋਈ ਆਪਣੇ ਬੈਂਕ ਦਾ ਕੋਈ ਸਟੇਟਮੈਂਟ ਜਾਂ ਕੋਈ ਹੋਰ ਲੈ ਜਾਓ, ਵੀ ਉਹਨਾਂ ਨੇ ਉੱਥੇ ਪੁੱਛਣਾ ਹੁੰਦਾ ਤਾਂ। ਤੇ ਉਹ ਗਈ, ਉਹਨਾਂ ਨੇ ਕਹਿੰਦੇ ਤੁਹਾਡੀ ਵੋਟ ਬਣੀ ਹੈ, ਤੁਹਾਡੇ ਕੋਲ ਵੋਟਰ ਕਾਰਡ ਹੈਗਾ? ਕਹਿੰਦੀ ਨਹੀਂ ਹੈਗਾ। ਤੇ ਕਹਿੰਦੇ ਤੇ ਤੁਹਾਨੂੰ ਰਜਿਸਟਰ ਕਰਵਾਉਣਾ ਪੈਣਾ। ਰਜਿਸਟਰ ਦੇ ਵਿੱਚ ਇਕੱਲੀ ਆਈਡੀ ਦੇਖੀ ਤੇ ਉਹਨਾਂ ਨੇ ਵੋਟ ਪਾਤੀ। ਤੇ ਉਹ ਪੇਪਰ ਦਾ ਕੀ ਕਹਿਣਾ ਹੈਗਾ ਜੀ? ਆਪਾਂ ਇੱਥੇ ਸਿਟੀ ਦੀਆਂ ਆਪਾਂ ਇਲੈਕਸ਼ਨਾਂ ਕਈ ਵਾਰੀ ਹੁੰਦੀਆਂ, ਉਹਦੇ ਵਿੱਚ ਤੁਹਾਨੂੰ ਕਹਿੰਦੇ ਆ ਵੀ ਤੁਹਾਡੇ ਕੋਲ ਆਪਣਾ ਹੋਣਾ ਚਾਹੀਦਾ ਵੀ ਜਿੱਥੇ ਤੁਸੀਂ ਰਹਿੰਦੇ ਹੋ ਤੁਹਾਡੇ ਕੋਲ BC ਹਾਈਡਰੋ ਦਾ ਦੂਜਾ। ਪਰ ਇਹਦੇ ਵਿੱਚ ਕਿਉਂ ਨਹੀਂ ਆ ਗਏ? ਤੇ ਇਹਦੇ ਵਿੱਚ ਘਾਟ ਹੈ ਜੀ ਆਪਣੇ। ਇਹਦੇ ਹਿਸਾਬ ਦੇ ਨਾਲ ਤਾਂ ਤੁਹਾਡੀ ਗੱਲ ਸਹੀ ਹੈ ਜੀ। ਆਪਣੇ ਇੱਥੇ ਅਲਬਰਟਾ ਦੀ ਆਪਾਂ ਗੱਡੀਆਂ ਦੇਖ ਰਹੇ ਹਾਂ, ਤੇ ਇਸੇ ਕੰਮ ਨੂੰ ਆ ਵੀ ਆਪਣੇ ਉੱਥੋਂ ਤੁਸੀਂ 5 ਦਿਨ ਪਹਿਲਾਂ ਇੱਥੇ ਐਡਰੈਸ ਚੇਂਜ ਕਰਾ ਲਓ ਤਾਂ ਆਪਣੇ ਆ ਕੇ ਤੁਸੀਂ ਜਿੰਨੀਆਂ ਮਰਜ਼ੀ ਵੋਟਾਂ ਪਵਾ ਲਓ। ਉਹਦੇ ਵਿੱਚ ਇਹਨਾਂ ਦੀ ਘਾਟ, ਕਿਉਂਕਿ ਜਿਹੜੇ ਈਵਨ ਵਲੰਟੀਅਰ ਵੀ ਇਹ ਹਾਇਰ ਕਰਦੇ ਆ ਜਾਂ ਕੁਝ ਵੀ, ਉਹਨਾਂ ਨੂੰ ਆਪਣੇ ਇਹ ਮੇਰੇ ਹਿਸਾਬ ਤਕੀਦ ਨਹੀਂ ਕੀਤੀ ਹੈਗੀ ਵੀ ਤੁਸੀਂ ਇਹ ਪੁੱਛਣਾ ਹੈਗਾ। ਸੋ ਇਹਦੇ ਵਿੱਚ ਇੱਕ ਫੇਲੀਅਰ ਹੈ ਜੀ ਆਪਣੇ। ਸੋ ਇਹਦੇ ਨਾਲ ਆਪਾਂ ਕੋਈ ਵਧੀਆ ਆਪਾਂ ਸਬਕ ਨਹੀਂ ਦੇ ਰਹੇ ਹੈਗੇ ਵੀ ਆਪਾਂ ਵਧੀਆ ਰਾਜਨੀਤੀ, ਗੰਦੀ ਰਾਜਨੀਤੀ ਜਿਹੜੀ ਪਹਿਲਾਂ ਚੱਲਦੀ ਹੋਈ ਇੱਥੇ ਫਿਰ ਦੁਬਾਰਾ ਚੱਲਣ ਲੱਗੀ। ਜੀ ਜੀ, ਬਸ ਆਹੀ ਹੈ ਜਿਹੜਾ ਤੁਸੀਂ ਕਿਹਾ। ਤੁਹਾਡੀ ਧੀ ਧਿਆਣੀ ਇੱਥੇ ਦੀ ਜੰਪਾਲ ਹੈ, ਉਹਨੂੰ ਉਹਨਾਂ ਨੇ ਕੁਛ ਨਹੀਂ ਮੰਗਣਾ। ਸਿਰਫ ਵੋਟਰ ਕਾਰਡ ਨਹੀਂ ਜਿਹਦੇ ਕੋਲ ਹੈ, ਉਹਦੇ ਕੋਲ ਆਈਡੀ, ਪਿਕਚਰ ਆਈਡੀ ਚਾਹੀਦਾ, ਐਡਰੈਸ ਚਾਹੀਦਾ। ਐਡਰੈਸ ਤੇ ਸਟਿੱਕਰ ਜਿਹੜਾ ਹੈ ਉਹ ਚਾਹੇ ਕੱਲ ਲਵਾ ਲਓ, ਸ਼ੁੱਕਰਵਾਰ ਨੂੰ ਲਵਾ ਲਓ, ਬਸ ਐਡਰੈਸ ਚੇਂਜ ਹੋ। ਜਿਹੜੀ ਵੀ ਕੰਸਟੀਚੁਐਂਸੀ 'ਚ ਵੋਟ ਪਾਉਣੀ ਉਹਦਾ ਐਡਰੈਸ ਪਾ ਦਿਓ ਤੇ 2 ਦਿਨ ਰਹਿ ਕੇ ਛੁੱਟੀਆਂ ਕੱਟ ਕੇ ਕਹੋ ਨੋ ਵੀ ਅਸੀਂ ਸੈਟਲ ਨਹੀਂ ਹੋ ਸਕੇ, ਗੋਇੰਗ ਬੈਕ। ਉੱਥੇ ਜਾ ਕੇ ਕਹਿ ਦਿਓ ਵੀ ਨੋ ਅਸੀਂ ਆ ਗਏ ਵਾਪਸ। BC 'ਚੋਂ ਕਿਤੋਂ ਵੀ, ਚਲੋ ਉਹ ਤਾਂ ਅਲਬਰਟਾ ਦੀਆਂ ਪਲੇਟਾਂ ਦਾ ਤਾਂ ਲਾਇਸੈਂਸ ਇੱਥੇ ਬਦਲਣ ਦਾ ਮੈਨੂੰ ਪਤਾ ਨਹੀਂ ਵੀ ਉਹ ਬਦਲਦਾ ਕਿੰਨਾ ਛੇਤੀ ਆ ਜਾਂ ਨਹੀਂ, ਮੈਂ ਇਸ ਗੱਲ ਤੇ ਨਹੀਂ ਕਹਿ ਸਕਦਾ। ਪਰ BC ਦੀ ਕਿਸੇ ਏਰੀਏ 'ਚੋਂ ਆ ਕੇ ਤੁਸੀਂ ਕੈਮਲੂਸ ਤੋਂ ਆ ਜਾਓ, ਕਲੋਨੇ ਤੋਂ ਆ ਜਾਓ, ਆਈਲੈਂਡ ਤੋਂ ਆ ਜਾਓ, ਜਿੱਥੋਂ ਮਰਜ਼ੀ ਆ ਜਾਓ। ਇੱਕ ਦਿਨ ਸ਼ੁੱਕਰਵਾਰ ਨੂੰ ਜੇ ਆਉਣਾ ਹੈ, ਬਸ ਇੱਕ ਦਿਨ ਪਹਿਲਾਂ। ਮੈਂ ਕਹਿੰਦਾ ਅੱਜ ਵੀ ਚੈਲੰਜ ਨਹੀਂ ਹੋ ਸਕਦਾ ਜੇ ਅੱਜ ਸਵੇਰੇ ਪਰ ਐਡਰੈਸ ਚੇਂਜ ਕਰਕੇ ਸਟਿੱਕਰ ਲਾ ਕੇ ਲੈ ਜਾਵੇ, ਨਹੀਂ ਚੈਲੰਜ ਕਰ ਸਕਦੇ। ਉਹ ਕਹਿੰਦੇ ਬਦਲ ਗਏ ਤੇ ਮੈਂ ਇੱਥੇ ਦਾ ਆਹ ਮੇਰਾ ਐਡਰੈਸ ਆ, ਇੱਥੇ ਮੇਰੀ ਬੇਸਮੈਂਟ ਹੈ। ਆਸਟ੍ਰੇਲੀਆ ਤੋਂ ਆਪਣੇ ਲਿਸਨਰ ਨੇ, ਉਹਨਾਂ ਨੇ ਲਿਖ ਕੇ ਭੇਜਿਆ ਵੀ ਆਸਟ੍ਰੇਲੀਆ ਦੇ ਨਾਲ ਬਹੁਤ ਕੁਝ ਸਾਡਾ ਮਿਲਦਾ ਹੈ ਵੀ ਉਹ ਕਿਵੇਂ ਵੋਟ ਪਾਉਂਦੇ। ਕਹਿੰਦੇ ਜੇ ਨਹੀਂ ਤੁਸੀਂ ਵੋਟ ਪਾਉਂਦੇ $80 ਫਾਈਨ। ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਹੈ ਜਿਹੜਾ, ਉਹਦੇ ਕੋਲ ਸਾਰਾ ਰੈਕਰਡ ਹੈ ਕਿ ਇਸ ਕੰਸਟੀਚੁਐਂਸੀ 'ਚ ਕੌਣ
ਰਹਿਣ ਤੋਂ ਬਾਅਦ ਉਹਦੇ 3 ਆਈਡੀਆਂ ਮੰਗਦੇ ਆ ਵੋਟ ਪਾਉਣ ਵੇਲੇ, ਪਾਸਪੋਰਟ, ਡਰਾਈਵਿੰਗ ਲਾਇਸੈਂਸ ਤੇ ਆਸਟ੍ਰੇਲੀਅਨ ਮੈਡੀਕੇਅਰ ਕਾਰਡ। 3 ਉਸ ਤੋਂ ਬਾਅਦ ਆਊਟਸਾਈਡਰ ਵੋਟਰ ਜਿਹੜੇ ਨੇ ਉਹ ਬਿਲਕੁਲ ਵੋਟ ਨਹੀਂ ਪਾ ਸਕਦੇ ਜੇ ਉਹਨਾਂ ਦੀ ਲਿਸਟ 'ਚ ਕੋਈ ਹੈ। ਸੋ ਅਪਡੇਟਡ ਲਿਸਟ ਹੈ ਵੀ ਇਸ ਕੰਸਟੀਟਿਊਐਂਸੀ 'ਚ ਕਿੰਨੇ ਬੰਦੇ ਨੇ, ਕਿੰਨੇ ਵੋਟਰ ਨੇ, ਉਹ ਕਿੱਥੇ ਰਹਿੰਦੇ ਨੇ, ਉਹਨਾਂ ਦੀਆਂ ਵੀ ਗਾਂ 3 ਆਈਡੀਆਂ। ਇਹ ਉਹ ਨਹੀਂ ਹੈ ਕਿ ਐਡਰੈਸ ਚੇਂਜ ਕਰਕੇ ਵੋਟ ਪਾਓ। ਅੱਛਾ, ਇਹਦੇ ਨਾਲ ਹੀ ਮੈਂ ਇੱਕ ਹੋਰ ਗੱਲ ਤੋਰਨੀ ਚਾਹੁੰਦਾ। ਪਿਛਲੇ ਦਿਨੀ ਇੱਕ ਮੈਨੂੰ ਕਿਸੇ ਨੇ ਮੈਸੇਜ ਕੀਤਾ ਸਰਵੇਖਣਾਂ ਦੀ ਗੱਲ, ਵੀ ਤੁਸੀਂ ਕਹਿੰਦੇ ਸਰਵੇਖਣ ਜਿਹੜਾ ਉਹ ਕੰਮ ਨਹੀਂ ਕਰਦੇ। ਮੈਂ ਮੇਰੇ ਖਿਆਲ ਨਹੀਂ ਕਦੇ ਕਿਹਾ ਸਰਵੇਖਣ ਕੰਮ ਨਹੀਂ ਕਰਦੇ। ਮੈਂ ਗੱਲ ਇਹ ਕੀਤੀ ਵੀ ਮੈਂ ਇੱਕ ਆ ਸਰਵੇਖਣ 338 ਕੈਨੇਡਾ ਵਾਲਾ ਇਹਨੂੰ ਫੋਲੋ ਕਰਦਾ। ਇਹਦੀ ਬਹੁਤ ਪੋਲ ਐਗਜ਼ੈਕਟ ਹੁੰਦੀ, ਮੈਂ ਸੁਣਾਉਂਦਾ ਵੀ ਰਿਹਾ ਸ਼ੁਰੂ ਤੋਂ ਵੀ ਕਿੱਦਣ ਕੀ ਐਵਰੀ ਡੇ ਤੁਹਾਨੂੰ ਦੱਸਦਾ ਰਿਹਾ। ਤੇ ਦੂਸਰੀ ਯੂਰਪ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਿਹੜੀਆਂ ਫਲਾਈਟਾਂ ਨੇ ਉਹ ਸਾਰੇ 에ਅਰਪੋਰਟਸ ਤੋਂ ਸ਼ੁਰੂ ਹੋ ਗਈਆਂ। ਤੇ ਇੱਥੇ ਜਿੱਥੋਂ ਤੁਸੀਂ ਜਾਂਦੇ ਹੋ ਆ ਮਤਲਬ ਲਟਾ ਪੀਂਗ ਹੋਏ 4-4, 5-5 ਹਜ਼ਾਰ ਡਾਲਰ ਖਰਚ, ਮੈਕਸੀਕੋ ਉੱਤਰ, ਇੱਧਰ ਉੱਤਰ, ਆਹ ਕਰ ਉਹ ਕਰ, ਤੇ ਇੱਥੋਂ ਹਾਲੇ ਤੱਕ ਅਸੀਂ ਅੰਮ੍ਰਿਤਸਰ ਸਾਹਿਬ ਨੂੰ ਫਲਾਈਟ ਨਹੀਂ ਲਵਾ ਸਕੇ। ਸਮੀਪ ਸਿੰਘ ਗੰਤਾਲਾ ਬਹੁਤ ਕੰਮ ਕਰਦੇ ਨੇ ਇਸ ਵਿਸ਼ੇ ਤੇ ਉਹਨਾਂ ਨੇ ਯੂਰਪ ਆਸਟ੍ਰੇਲੀਆ ਸਾਰਾ ਯੂਰਪ ਤੋਂ, ਰੋਮ ਤੋਂ, ਅੰਮ੍ਰਿਤਸਰ ਸਾਹਿਬ ਤੋਂ ਸਿੱਧੀਆਂ ਫਲਾਈਟਾਂ ਜਿਹੜੀਆਂ ਦੁਬਈ ਤੋਂ ਅੰਮ੍ਰਿਤਸਰ ਸਾਹਿਬ ਨੂੰ ਫਲਾਈਟਾਂ ਨੇ। ਕੰਮ ਕਿਤੇ ਇੱਕ ਨਹੀਂ ਹੈ, ਕੰਮ ਬਹੁਤ ਕਮਿਊਨਿਟੀ ਲਈ ਕਰਨ ਵਾਲੇ ਨੇ। ਪਰ ਹੁਣ ਗੱਲ ਇਹ ਆ ਵੀ ਅਸੀਂ ਕਿਹੜੇ ਕੰਮਾਂ ਦੀ ਤਰਜੀਹ ਆ ਸਾਨੂੰ। ਕਰਮਜੀਤ ਸਿੰਘ ਹੋਣੀ ਕਹਿੰਦੇ ਵੀ ਇੱਥੇ ਵਿਕਦੇ ਨੇ, ਆਪਣੇ ਵਿਕਦੇ ਨੇ, ਆਪਣੇ ਲੈਂਦੇ ਨੇ। ਉਹ ਗੱਲ ਇਹ ਆ ਵੀ ਜਦ ਅਸੀਂ ਆ ਗਏ ਇੱਥੇ ਫਿਰ ਸਾਡੀ ਸੋਚਣੀ ਹੋਰ ਆ। ਜੇ ਅਸੀਂ ਵੀ ਉਰੇ ਆਏ ਹੁੰਦੇ ਨਾ ਵਿਜ਼ਿਟ ਵੀਜ਼ੇ ਤੇ, ਭੈਣ ਭਾਈ ਸਾਡੇ ਇੱਥੇ ਹੁੰਦੇ ਤੇ ਸਾਡੇ ਕੋਲ ਕੋਈ ਚੁਆਇਸ ਹੁੰਦੀ ਵੀ LMI ਹੈਗੀ ਆ, ਖਰਚ ਲਓ 30-40 ਹਜ਼ਾਰ, ਤਾਂ ਅਗਲਾ ਜਦੇ ਕਹਿੰਦਾ 20 ਲੱਖ ਰੁਪਈਏ ਦੇ ਵਿੱਚ ਉੱਥੋਂ ਇਲੀਗਲ ਆ ਕੇ ਤੇ ਇੱਥੇ ਟੱਬਰ ਦੇ ਨਾਲ ਪੱਕੇ ਹੋਣਾ। ਅਗਲਾ ਕਹਿੰਦਾ ਚੱਲ ਕਰ ਲਓ ਕੋਈ ਨਾ ਕੋਈ। ਸਿਸਟਮ ਦੀ ਦੁਰਉਪਯੋਗ ਤਾਂ ਹਰ ਜਗ੍ਹਾ ਹੁੰਦਾ, ਪਰ ਹੁਣ ਇਹਦੇ ਵਿੱਚ ਜੇ ਸਿਸਟਮ ਦੇ ਵਿੱਚ ਪਤਾ ਲੱਗ ਜਵੇ, ਇਸ ਦਾ ਪਤਾ ਲੱਗਿਆ ਹੋਇਆ ਤੇ ਇਹ ਪਤਾ ਲੱਗਣ ਤੋਂ ਬਾਅਦ ਵੀ ਅਸੀਂ ਇਸ ਤੇ ਕੰਮ ਨਾ ਕਰੀਏ, ਰਾਦਰ ਇਹਨੂੰ ਐਕਸੈਪਟ ਕਰੀਏ। ਜੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਕਹੀਏ ਵੀ ਤੂੰ ਫੀਸਾਂ ਜਵਾਕਾਂ ਤੋਂ ਲੈ ਰਿਹਾ, ਉਹ ਕਹਿੰਦਾ ਲੰਬਰ ਇੰਡਸਟਰੀ ਦੇ ਬਰਾਬਰ ਪੈਸੇ ਨੇ ਇਹਦੇ 'ਚ, ਫਿਰ ਉਹਦੇ ਬਾਅਦ ਇਹਨੂੰ ਕਿਵੇਂ ਕਰਾਂਗੇ। ਸ਼ਮਸ਼ੇਰ ਸਿੰਘ ਜੀ, ਲਾਈਨ ਨੰਬਰ 4। ਸ਼ਮਸ਼ੇਰ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਨਾ ਜੀ ਇੱਥੇ ਜਿੱਥੇ ਪੋਲਿੰਗ ਬੂਥ ਹੋਣਾ ਮਿਸੀ ਸਾਡੇ ਹੀ ਆ ਰਿਹਾ ਜੀ, ਇੱਥੇ ਨਾ ਸਿਕਿਉਰਿਟੀ ਦੀ ਸ਼ਿਫਟ ਹੈ ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਤੁਸੀਂ ਬਿਲਕੁਲ ਸੇਮ ਗੱਲ ਆ ਜੀ। ਬਹੁਤ ਅੱਜ ਦਾ ਦੇਖਿਆ ਜਾਵੇ ਤਾਂ ਬਹੁਤ ਵੱਡਾ ਲੂਪ ਹੋਲ ਆ ਤੇ ਵੋਟ ਲਾ ਲਓ ਵੀ ਇਹ ਮੰਗਦੇ ਆ ਜੀ। ਜਿਵੇਂ ਮੈਂ ਕਹਿੰਦਾ ਮੇਰੇ ਨਾਲ ਸਿਟੀਜ਼ਨ ਸ਼ਿਪ ਕਾਰ ਨਹੀਂ ਹੈਗਾ, ਬਟ ਮੈਂ ਵੋਟ ਕਰਨੀ ਹੈ, ਬਿਲਕੁਲ ਉਹੀ ਗੱਲ ਹੈ। ਉਹ ਬਸ ਅਫਰਮ ਕਰਨਾ ਹੁੰਦਾ ਜੀ। ਉਹ ਬਸ ਉਹਨਾਂ ਨੇ ਲਿਖ ਕੇ ਆਪਦਾ ਦੇ ਦੇਣਾ ਐਡਰੈਸ ਤੇ ਨਾਲ ਕੋਈ ਇੱਕ ਬੰਦਾ ਲਿਆਓ, ਉਹਨੇ ਗਵਾਹੀ ਦੇ ਦੇਣੀ ਆ ਵੀ ਹਾਂ ਭਾਈ ਇਹ ਇੱਥੇ ਰਹਿੰਦਾ ਗਾ, ਫਲਾਣਾ ਢੰਕਾ ਬੰਦਾ ਇਹ, ਬਸ ਉਹਨੂੰ ਵੋਟ ਕਰ ਜਾਂਦਾ। ਪਰ ਜੇ ਇਹ ਦੇਖਿਆ ਥੈਂਕ ਯੂ। ਸ਼ਾਹ ਮਨਵੀਰ ਸਿੰਘ, ਲਾਈਨ ਨੰਬਰ। ਮਨਵੀਰ, ਸਤਿ ਸ਼੍ਰੀ ਅਕਾਲ ਜੀ। ਮਨਵੀਰ, ਆਵਾਜ਼ ਨਹੀਂ ਆ ਰਹੀ ਤੁਹਾਡੀ। ਹੈਲੋ, ਨਹੀਂ ਆਵਾਜ਼ ਨਹੀਂ ਮਨਵੀਰ ਆ ਰਹੀ ਕਲੀਅਰ। ਦੁਬਾਰਾ ਕਰਿਓ ਪਲੀਜ਼। ਸੁਖੀ, ਲਾਈਨ ਨੰਬਰ 3। ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਹਾਂਜੀ। ਸਰ ਮੈਂ ਕਹਿਣਾ ਚਾਹੁੰਦਾ ਕਿ ਠੀਕ ਆ, ਵੋਟ ਆਪਾਂ ਨੂੰ ਸਾਰਿਆਂ ਜ਼ਰੂਰ ਪਾਉਣੀ ਚਾਹੀਦੀ ਹੈਗੀ। ਆਪਣੇ ਬਜ਼ੁਰਗਾਂ ਨੇ ਆਪਣੇ ਇਹ ਅਧਿਕਾਰ ਬੜਾ ਔਖਾ ਲੈ ਕੇ ਦਿੱਤਾ ਹੈਗਾ। ਵੋਟ ਜਿੱਥੇ ਵੀ ਤੁਸੀਂ ਪਾਉਣੀ ਹੈਗੀ, ਜਿੱਥੇ ਤੁਹਾਡਾ ਜੀ ਕਰਦਾ ਉਹਨੂੰ ਪਾਓ, ਕਿਸੇ ਦੁਆ ਥੱਲੇ ਲਾ ਕੇ ਪਾਓ। ਕੋਈ ਇਹ ਸੋਚ ਕੇ ਨਾ ਪਾਓ ਕਿ ਤੁਹਾਡਾ ਆਪਣਾ ਭਾਈਚਾਰਾ ਹੈਗਾ ਅਸੀਂ ਤਾਂ ਵੋਟ ਪਾਉਣੀ ਹੈ। ਜਿਹੜਾ ਵਧੀਆ ਇਨਸਾਨ ਹੈਗਾ ਉਹਨੂੰ ਵੋਟ ਪਾਓ, ਚਾਹੇ ਉਹ ਕਿਸੇ ਵੀ ਰੰਗ ਦੇ ਨਾਲ ਬਿਲੋਂਗ ਕਰਦਾ ਹੋਵੇ। ਦੂਜੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਲੋਕਾਂ ਦੇ ਵਿੱਚ ਇਹ ਬਹੁਤ ਧਰਮ ਹੈਗਾ
ਕਿ ਟੂਡੋ ਸਾਹਿਬ ਨੂੰ ਪੈਸੇ ਬਹੁਤ ਬਣਦੇ ਆ। ਦੇਖੋ ਜੇ ਸਰਕਾਰ ਟੂਡੋ ਸਾਹਿਬ ਦੀ ਸੀ ਤਾਂ ਟੂਡੋ ਸਾਹਿਬ ਨੂੰ ਪੈਸੇ ਬਣਨੇ, ਜੇ ਮੰਨ ਲਓ ਕੋਈ ਵਰਗੇ ਤੋਂ ਐਨਡੀਪੀ ਦੇ ਵੀ ਸੀ ਉਹ ਨਹੀਂ ਬਣ ਜਾਣੇ ਸੀਗੇ। ਪੈਸੇ ਕਿਸੇ ਵੀ ਪਾਰਟੀ ਦੇ ਆਪਣੇ ਕੋਲ ਨਹੀਂ ਬਣਨੇ, ਤੇ ਟੈਕਸ ਪੇਅਰ ਦੀ ਬਣੀ ਹੈਗੀ ਆ। ਤੇ ਲੋਕਾਂ ਨੂੰ ਮੰਨੋ ਕਿ ਹੁਣ ਤਿਆਰ ਹੋ ਇਕੱਠੇ ਵੀ ਕਰਨੇ ਹੈਗੇ, ਜਿਹੜੀ ਵੀ ਸਰਕਾਰ ਆ ਗਈ ਹੈਗੀ ਉਹਨੇ ਫਿਰ ਇਕੱਠੇ ਪੈਸੇ ਆਪਣੇ ਕੋਲੋਂ ਕਰਨੇ, ਟੈਕਸ ਵਧਾ ਕੇ ਕਰਨੇ ਹੈਗੇ ਆ। ਪਰ ਇਹ ਗੱਲ ਲੋਕਾਂ ਨੂੰ ਚੇਤੇ ਰੱਖਣੀ ਚਾਹੀਦੀ ਹੈ, ਜਿੰਨੇ ਚਲੋ ਘੁਟਾਲੇ ਲੇਬਰ ਸਰਕਾਰ ਦੇ ਵਿੱਚ ਐਤਕੀ ਹੋਏ ਹੈਗੇ ਆ, ਜੋ ਸਾਡੇ ਭਾਈਚਾਰੇ ਦੁਰਦਸ਼ਾ ਇੰਡੀਆ ਦੇ ਵਿੱਚ ਜਾਂ ਹੋਰ ਜਿਹੜੇ ਕੰਟਰੀ ਦੇ ਵਿੱਚ ਬਾਹਰ ਹੋ ਗਏ ਸੀ ਉਹਨਾਂ ਦੀ ਹੋਈ ਹੈਗੀ ਆ, ਉਹ ਵੀ ਲੋਕਾਂ ਨੂੰ ਚੇਤੇ ਰੱਖਣਾ ਚਾਹੀਦਾ ਹੈਗਾ। ਠੀਕ ਹੈ ਨਾ, ਕਿ ਇਹ ਨਹੀਂ ਹੁੰਦਾ ਹੈਗਾ ਕਿ ਹਲੇ ਨਾ ਤਾਂ ਇਹ ਕਹੀਏ ਨੇ ਕੋਵਿਡ ਹੈਗਾ ਕਿ ਕੰਟਰੀ ਦਾ ਬੁਰਾ ਹਾਲ ਹੈਗਾ, ਲੋਕੀ ਮਰ ਰਹੇ ਹੈਗੇ ਆ, ਤੇ ਫਿਰ ਹੁਣ ਕਿਹੜੀ ਇਹੋ ਜਿਹੀ ਚਲੋ ਕੋਈ ਬਾਂਹ ਆਈ ਸੀ ਬੇਲ ਦੇ ਵਿੱਚ ਕਿ ਇਲੈਕਸ਼ਨ ਜ਼ਰੂਰੀ ਸੀਗੀ ਜਿਹੜੀ ਕਾਲ ਕੀਤੀ ਹੈਗੀ। ਇਸ ਕਰਕੇ ਵੋਟ ਪਾਓ, ਸੋਚ ਸਮਝ ਕੇ ਪਾਓ। ਜਿਹੜੇ ਨਵੇਂ ਡਕੈਤ ਦੇ ਜੰਗ ਕਿਸੇ ਵੀ ਰਾਈਡਿੰਗ ਵਿੱਚ ਖੜੇ ਹੋਏ ਹੈਗੇ ਆ, ਉਹ ਸਪੋਰਟ ਅਸੀਂ ਕਾਹਤੋਂ ਨਹੀਂ ਕਰਦੇ ਹੈਗੇ। ਨਾਲੇ ਇੱਕ ਤਾਂ ਪਾਸੇ ਅਸੀਂ ਕਹਿੰਦੇ ਹੈਗੇ ਕਿ ਹਾਂ ਜੀ ਜੰਗ ਬੱਚੇ ਆਉਣੇ ਚਾਹੀਦੇ ਹੈਗੇ ਆ। ਜਿੱਦਾਂ ਕੁੜੀ ਇੱਕ ਨਿਊਟਨ ਦੇ ਵਿੱਚੋਂ ਖੜੀ ਹੋਈ ਹੈਗੀ ਆਪਣੀ, ਉਹ ਮੈਨੂੰ ਉਹ ਨਾਂ ਨਹੀਂ ਪਤਾ ਹੈਗਾ, ਜੰਗ ਤੁਸੀਂ ਵੀ 2-3 ਵਜੇ ਕੁੜੀ ਨੂੰ ਕਿਹਾ ਹੈਗਾ ਇੱਥੇ ਹੈ ਨਾ, ਪ੍ਰਵੀਰ ਕੀਤਾ ਹੈਗਾ, ਹਾਂਜੀ ਪ੍ਰਵੀਰ, ਹਾਂਜੀ ਉਹਨਾਂ ਨੂੰ ਇਹੋ ਜਿਹੇ ਬੱਚਿਆਂ ਨੂੰ ਕਾਹਤੋਂ ਨਹੀਂ ਸਪੋਰਟ ਕਰਦੇ ਹੈਗੇ। ਤੇ ਕਰੋ ਜੇ ਯਾਰ ਇੱਕ ਪਾਸੇ ਅਸੀਂ ਕਹਿੰਦੇ ਸਾਡੇ ਬੱਚੇ ਆਉਣ, ਜੇ ਆਉਂਦੇ ਹੈਗੇ ਫਿਰ ਅਸੀਂ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਹੈਗੇ, ਤੇ ਉਹਦੇ ਵਿੱਚ ਕਸੂਰ ਜਿਹੜਾ ਹੈਗਾ ਸਾਡਾ ਹੈਗਾ। ਫਿਰ ਕਿਸ ਤਰ੍ਹਾਂ ਬੱਚੇ ਆਉਣਗੇ ਅੱਗੇ? ਇਸ ਕਰਕੇ ਪਾਰਟੀਆਂ ਉੱਤੇ ਉੱਠ ਕੇ ਸੋਚੋ, ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੋ, ਆਉਣ ਵਾਲੇ ਸਮੇਂ ਬਾਰੇ ਸੋਚੋ। ਇਹ ਸੋਚੋ ਕਿ ਲੇਬਰ ਸਰਕਾਰ ਦੇ ਘੁਟਾਲੇ ਕਿੰਨੇ ਹੋ ਗਏ, 20 ਘੁਟਾਲਾ ਜੋ ਕੁਛ ਵੀ ਹੈਗਾ ਮਨਮਾਨੀਆਂ ਜਿਹੜੀਆਂ ਨਹੀਂ ਕੀਤੀਆਂ ਹੈਗੀਆਂ ਉਹਨਾਂ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈਗਾ। ਥੈਂਕ ਯੂ ਜੀ, ਧੰਨਵਾਦ ਜੀ। ਮਨਵੀਰ ਸਿੰਘ ਲਾਈਨ ਨੰਬਰ 4। ਹਾਂਜੀ ਹੁਣ ਆ ਰਹੀ ਹੈ ਜੀ ਆਵਾਜ਼ ਸਹੀ? ਹਾਂ ਬਿਲਕੁਲ ਠੀਕ ਹੈ ਮਨਵੀਰ, ਥੈਂਕ ਯੂ। ਹਾਂਜੀ ਸੌਰੀ, ਜਿਹੜੇ ਆਪਾਂ ਆਸਟ੍ਰੇਲੀਆ ਦੇ ਨਾਲ ਮੈਚ ਕਰਦੇ ਸੀ, ਆਪਣੇ ਕਾਨੂੰਨ 'ਚ ਇੰਨੀ ਕਲੀਨੀਅੰਸ ਸੀ, ਆਪਾਂ ਉਹਨੂੰ ਮੈਚ ਕਰ ਹੀ ਨਹੀਂ ਸਕਦੇ ਦੇਖਿਆ ਜਾਵੇ ਤਾਂ ਵੀ। ਜਿਹੜੇ ਹਿਸਾਬ ਨਾਲ ਕਾਨੂੰਨ ਚੱਲਦਾ ਆਪਣੇ ਤਾਂ ਕਹਿੰਦੇ ਨੇ ਐਨਫੋਰਸਮੈਂਟ ਆਫੀਸਰ ਦੇ ਉੱਤੇ ਦੁਬਾਰਾ ਕੇਸ ਪੈ ਜਾਂਦਾ ਜੇ ਕਿਤੇ ਕੇਸ ਵੀ ਕਿਸੇ ਤੇ ਕਰ ਦੇਵੇ ਨਾ। ਤੇ ਜਿਹੜੀ ਗੱਲ ਹੈਗੀ ਆ ਆਪਣੇ ਸਿਸਟਮ ਜੇ ਕਾਮਯਾਬ ਹੋ ਸਕਦਾ, ਮੇਰੇ ਹਿਸਾਬ ਨਾਲ ਆਪਾਂ ਯੂਕੇ ਵਾਲਾ ਸਿਸਟਮ ਕਾਮਯਾਬ ਕਰ ਸਕਦੇ ਆ ਵੀ ਡਜ਼ਨਟ ਮੈਟਰ ਤੁਸੀਂ ਵਰਕ ਪਰਮਿਟ ਤੇ ਹੋ ਜਾਂ ਤੁਸੀਂ ਟੈਂਪਰੇਰੀ ਰੈਜ਼ੀਡੈਂਸ ਤੇ ਹੋ, ਤੁਸੀਂ ਵੋਟ ਪਾ ਸਕਦੇ ਹੋ। ਉੱਥੇ ਸਾਰੇ ਹੀ ਪਾ ਸਕਦੇ ਨੇ ਜੇ ਤੁਹਾਡੇ ਕੋਲ ਰੈਜ਼ੀਡੈਂਸ਼ੀਅਲ ਐਡਰੈਸ ਹੈਗਾ। ਉਹ ਚਲਾਓ ਵੀ ਦੋਨੇ ਬੰਦਿਆਂ ਨੂੰ, ਜੇ 2 ਉਮੀਦਵਾਰ ਖੜੇ ਨੇ, ਇੱਕ ਬੰਦਾ ਗਲਤ ਵੋਟ ਪਵਾ ਰਿਹਾ ਕਿਸੇ ਬੰਦੇ ਨੂੰ, ਦੂਜੇ ਨੂੰ ਵੀ ਹੱਕ ਦਿਓ ਵੀ ਉਹ ਵੀ ਗਲਤ ਪਵਾ ਸਕੇ, ਜਿਵੇਂ ਬਾਏ ਲਾਅ ਕੋਈ ਵੀ ਪਾ ਸਕੇ ਵੋਟ। ਇਹਦੇ 'ਚ ਇਹੀ ਆਪਣਾ ਸੋਲੂਸ਼ਨ ਹੋ ਸਕਦਾ, ਕਿਉਂਕਿ ਲੀਨੀਅੰਸੀ ਆਪਣੇ ਕਾਨੂੰਨ 'ਚ ਬਹੁਤ ਜ਼ਿਆਦਾ ਹੋ ਜਾਂਦੀ ਆ। ਤੇ ਕਾਨੂੰਨ ਜਿਵੇਂ ਕਹਿੰਦੇ ਨੇ ਵੀ ਆਪਣੇ ਕਹਿੰਦੇ ਨੇ ਉਹਦੇ ਵਾਸਤੇ ਨੈਸੈਸਿਟੀ ਦੇ ਅਕੋਰਡਿੰਗਲੀ ਚੇਂਜ ਵੀ ਹੋ ਜਾਂਦਾ, ਅਮੈਂਡ ਵੀ ਹੋ ਜਾਂਦਾ। ਆਪਣੇ ਤਾਂ ਦੇਖਿਆ ਜਾਵੇ ਬਹੁਤ ਗੱਲਾਂ 'ਚ ਹੋਇਆ। ਤੇ ਆਪਣੀ 에ਅਰਪੋਰਟ ਵਾਲੀ ਗੱਲ ਹੋਈ ਸੀ ਮੇਰੀ ਕੱਲ ਹੀ ਬ੍ਰੈਡ ਨਾਲ ਹੋਈ ਸੀ। ਬ੍ਰੈਡ ਕਹਿੰਦਾ ਆਈ ਵਾਂਟ ਹਗ ਯੂ, ਯੂ ਗਾਇਜ਼ ਡਿਡ ਅ ਲੋਟ ਫॉर ਮੀ। ਮੈਂ ਬਾਂਹ ਫੜ ਕੇ ਗੱਲ ਕਹੀ, ਮੈਂ ਕਿਹਾ ਵੀ ਬ੍ਰੈਡ ਤੇ ਤੂੰ ਕੰਮ ਲੈਣਾ, ਪਰ ਕੰਮ ਉਦੋਂ ਲੈਣਾ ਵੀ ਜਦੋਂ ਤੁਹਾਡੀ ਗਵਰਨਮੈਂਟ ਬਣੀ, ਵੀ ਇੱਕੇ ਕੰਮ ਲੈਣਾ ਵੀ ਪਹਿਲਾਂ ਤਾਂ ਵੀ ਤੁਹਾਡੀ ਸੇ ਕਿੰਨੀ ਆ। 에ਅਰ ਕੈਨੇਡਾ ਦੇ ਵਿੱਚ ਅਸੀਂ ਇਹ ਦੇਖਣੀ ਚਾਹੁੰਦੇ ਆ ਵੀ ਗਵਰਨਮੈਂਟ ਦੀ ਕਿੰਨੀ ਸੇ ਹੁੰਦੀ ਆ। ਜੇ ਸੇ ਹੈਗੀ ਆ ਤਾਂ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਅੰਮ੍ਰਿਤਸਰ ਨੂੰ ਹੀ ਚਲਾਓ, ਤੁਸੀਂ ਫਲਾਈਟ ਚਲਾਓ, ਅੰਮ੍ਰਿਤਸਰ ਸਟੇ ਕਰਕੇ ਦਿੱਲੀ ਵਾਲੀ ਫਲਾਈਟ ਚੱਲਣ ਦਿਓ, ਤੇ ਤੁਸੀਂ ਕਰੋ ਵੀ ਕਿੰਨੇ ਬੰਦੇ ਅੰਮ੍ਰਿਤਸਰ ਰੁਕਦੇ ਨੇ ਤੇ ਕਿੰਨੇ ਦਿੱਲੀ ਫਾਰਵਰਡ ਹੁੰਦੇ ਨੇ। ਜੇ ਕੈਨੇਡਾ ਨੂੰ ਅੰਮ੍ਰਿਤਸਰ ਨੂੰ ਚਲਾ ਲਵੇ, ਨਹੀਂ ਚਲਾਵੇ, ਨਹੀਂ ਦਿੱਲੀ ਨੂੰ ਚੱਲੇ ਰਹੀ। ਕਿਉਂਕਿ ਜੇ ਗਵਰਨਮੈਂਟ ਤੋਂ ਆਪਾਂ ਨਹੀਂ ਸੀਗਾ, ਉਹਨੂੰ ਜੋ ਮਰਜ਼ੀ ਕਹੀਏ ਉਹਦੀ ਚੱਲਣੀ ਤਾਂ ਹੈ ਨਹੀਂ ਦੇਖਿਆ ਜਾਵੇ ਉਹਦੀ। ਕਿਉਂਕਿ ਤੇ ਇੱਕ ਦੋ ਵਾਰੀ ਮੀਟਿੰਗਸ ਵੀ ਕਰਵਾਈਆਂ ਨੇ ਗਸਮੀਪ ਉਹਨਾਂ ਦੀਆਂ, ਉਹਨਾਂ ਨਾਲ ਮਾਈਕ ਉਹਨਾਂ ਦੀ ਆਪਣੇ ਬ੍ਰੈਡ ਨਾਲ। ਉਹਦੀ ਗਵਰਨਮੈਂਟ ਹੋਰ ਸੀ ਤੇ MP ਹੋਰ ਸੀ। ਇਹ ਗੱਲ ਆਪਾਂ ਜਾਣੀ ਕਹਿੰਦੇ ਨੇ ਫਸਟ ਆਰਡਰ ਦੇ ਵਿੱਚ ਕਰਾਉਣੀ ਆ ਉਹਨੂੰ, ਵੀ ਜੋ ਮਰਜ਼ੀ ਹੋਏ ਵਿੱਚ ਸਰਕਾਰ ਬਣਦੀ ਆ, ਹੋਪਫੁਲੀ ਬਣੇ ਤੇ ਅਸੀਂ ਆਪਣੇ ਕਹਿੰਦੇ ਨੇ ਗੁਰੂ ਕੀ ਨਗਰੀ ਦੇ ਵਿੱਚ ਉਤਰੀਏ ਸਿੱਧੇ। ਪਹਿਲੀ ਗੱਲ ਥੈਂਕ ਯੂ, ਥੈਂਕ ਯੂ। ਸੰਦੀਪ ਸਿੰਘ ਜੀ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਬੜਾ ਅਫਸੋਸ ਹੋਇਆ ਜੀ ਸੁਣ ਕੇ, ਬਾਕੀ ਸ਼ੌਕ ਆ ਵੀ ਇੱਥੇ ਵੀ ਕੰਮ ਚੱਲਦਾ। ਮੈਂ ਤਾਂ ਹੈਰਾਨ ਹੋ ਗਿਆ ਸੁਣ ਕੇ। ਤੇ ਬਾਕੀ ਕਾਲਾਂ ਵੀ ਕੀਤੀਆਂ ਨੇ, ਇੱਥੇ ਵੋਟਾਂ ਨੂੰ ਪਤਾ ਲੱਗਿਆ, ਉਹ ਕਹਿੰਦੇ ਬਾਕੀ ਜਾਲੀ ਵੋਟਾਂ ਸੋਚ ਵੀ ਨਹੀਂ ਸਕਦੇ ਤੁਸੀਂ ਇਹੋ ਜਿਹੇ ਮਤਲਬ ਕੰਟਰੀ ਦੇ ਵਿੱਚ। ਹੁਣ ਇਉਂ ਕਰੋ ਨਾ, ਤੁਸੀਂ ਰਸਤਾ ਇੱਕ ਪਾਸੇ ਪਾਓ, ਤੁਹਾਡੇ ਕੋਲ 2 ਕੈਂਡੀਡੇਟ ਵਧੀਆ ਖੜੇ ਨੇ, ਇੱਕ ਤੋਂ ਕੁੜੀ ਖੜੀ ਆ ਆਪਣੀ ਵਿਚਾਰੀ ਤੇ ਇੱਕ ਉਹ NDP ਵਾਲੇ। ਰਸਤਾ ਬਾਈ ਸਾਰੀ ਵਾਲੇ ਇੱਕ ਪਾਸੇ ਪਾਰੋ, ਕੜਾਕਾ ਕਰਕੇ ਵਾਹਿਗੁਰੂ ਕਹਿ ਕੇ ਮਾਰਿਓ, ਫੇਰ ਪਟਾਓ ਨਾ। ਨਹੀਂ ਤੋਂ ਇਹ ਢਾਹ ਨਹੀਂ ਹੋਣਾ। ਜਿਹੜੀਆਂ ਜੜਾਂ ਲਾਈ ਬੈਠੇ ਨੇ ਨਾ, ਬਹੁਤ ਅਫਸੋਸ ਆ ਜੀ, ਬਹੁਤ ਜ਼ਿਆਦਾ ਜੀ। ਇੰਨਾ ਗੰਦ ਪੋਲੀਟਿਕਸ ਦੇ ਵਿੱਚ ਇਹੋ ਜਿਹੇ ਬੰਦੇ ਨਰਕ ਬਣਾਤਾ ਉਹਨਾਂ ਨੇ ਸਾਡਾ। ਉੱਥੇ ਰਹਿਣਾ ਇਹਦਾ ਪਿੰਡ 'ਚ ਨਹੀਂ ਕੋਈ ਜਾਲੀ ਵੋਟ ਇੰਨਾ ਕਰ ਸਕਦਾ ਹੁੰਦਾ ਸੀ। ਬੰਦੇ ਝੱਟ ਪਛਾਣ ਲੈਂਦੇ ਸੀ, ਕੋਈ ਚਲੋ ਪਾ ਜਾਂਦਾ ਸੀ। ਆ ਤਾਂ ਬਣਾਉਣ ਵਾਲਾ ਤਾਂ ਜਮੇ ਹੀ ਸਿਰੇ ਲੱਗੀ ਗੱਲ ਜੀ। ਕੜਾਕਾ ਮਾਰੋ ਵਾਹਿਗੁਰੂ ਕਹਿ ਕੇ, ਫੇਰ ਬਣਨੀਆਂ ਗੱਲ ਇਕੱਠੇ ਇੱਕ ਪਾਸੇ ਨੂੰ। ਥੈਂਕ ਯੂ। ਦੂਰੋਂ ਬੈਠੇ
ਸਾਰਿਆਂ ਨੂੰ ਇਹ ਲੱਗਦਾ ਵੀ ਇਹ ਕਿਵੇਂ ਪੋਸੀਬਲ ਹੈ। ਇਹ ਤਾਂ ਚਲੋ ਜਿੰਨੇ % ਵੀ ਹੋਈ, ਪਰ ਇਹਨੂੰ ਇਹੋ ਨਹੀਂ ਕਹਿ ਸਕਦੇ ਹੁੰਦੀ ਆ। ਕਰਨ ਵਾਲਿਆਂ ਨੂੰ ਪਤਾ। ਇਹ ਤਾਂ ਇੱਕ ਹੋਰ ਹੋ ਸਕਦਾ ਵੀ ਜਿਹੜੇ ਆਪਣੇ ਭਾਈਚਾਰਾ ਰਲ ਕੇ ਕਹੇ, ਜਿਹੜੇ ਆਪਣੇ ਮੂਲ ਦੇ ਵਿੱਚ ਚਲੋ ਵੀ ਕੈਂਪੇਨ ਤੋਂ ਪਹਿਲਾਂ ਚਲੋ ਗੁਰੂ ਘਰ ਟੇਕੋ ਮੱਥਾ ਤੇ ਕਰੋ ਅਰਦਾਸ, ਬਿਲਕੁਲ ਗਲਤ ਨਹੀਂ ਕਰਾਂਗੇ। ਐਟਲੀਸਟ ਆ ਗੁਣੀ ਗਿਆਨੀ ਜਿਹੜੇ ਮਹਾਰਾਜ ਦੇ ਸ਼ਲੋਕ ਪੜ੍ਹਦੇ ਨੇ ਉਹਨਾਂ ਨੂੰ ਵੀ ਕਈ ਵਾਰ ਕਹੇ ਤੁਸੀਂ ਅਰਦਾਸ ਕਰ ਦਿਓ, ਕਰਨੀ ਆਉਂਦੀ ਆ ਉਹਨਾਂ ਨੂੰ ਬਹੁਤ ਵਧੀਆ ਨਾਲ। ਪਰ ਉਹ ਇੱਕ ਹੋਰ ਵੀ ਹੈ, ਜਿਹਦੀ ਮਦਦ ਕਰਦੇ ਹੋ ਐਨ ਓਪਨਲੀ ਕਰਦੇ ਹੋ। ਹੁਣ ਕਰਦੇ ਨੇ ਨਾ ਬੰਦੇ ਫੋਨ, ਕਹਿ ਕੇ ਗਿਆ ਮਨਵੀਰ, ਮੈਂ ਬਰਾੜ ਨੂੰ ਇਹ ਕਿਹਾ, ਇੱਥੇ ਮਦਦ ਵੀ ਗੁਣੀ ਗਿਆਨੀ ਕਰਦੇ ਨੇ। ਤਾਂ ਕਹਿੰਦਾ ਨਾ ਸਾਡੇ ਵੱਲ ਉਂਗਲ ਨਾ ਕਰੋ, ਮੈਂ ਨਹੀਂ ਕਰਦਾ। ਕਰੀ ਵੀ ਜਾਂਦੇ ਨੇ, ਮੰਨਦੇ ਵੀ ਨਹੀਂ। ਇਹ ਜਿਹੜਾ ਨਾ ਦੂਰਾ ਕਰਦਾਰ ਆ, ਡਿਵਿਡਾ ਜਿਹੜਾ ਜੋੜਿਆ ਹੋਇਆ, ਬੜਾ ਮਾੜਾ। ਐਡ ਕਰੋ ਜਿਹਦੀ ਕਰਨੀ ਆ, ਇਹਦੇ ਲਈ ਇਹਦੀ ਕਰਦੇ ਆ ਤੇ ਐਵੇਂ ਹੀ ਕਰ। ਸਰ ਜਗਮੇਰ ਸਿੰਘ, ਲਾਈਨ ਨੰਬਰ 5। ਆਪਣੇ ਸਿੰਘ ਸਾਹਿਬ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਹਿਬ ਜੀ ਫਤਿਹ ਜੀ। ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਬਈ ਜਾਲੀ ਵੋਟ ਬਣਦੀ ਕਿਵੇਂ ਹੈ? ਇੱਥੇ ਲਿਸਟ ਬਣਦੀ ਹੈ ਬਕਾਇਦਾ, ਉਦੋਂ ਬਾਅਦ ਪ੍ਰੂਫ ਹੁੰਦਾ। ਇੱਥੇ ਤਾਂ ਅਸੀਂ ਕੋਈ ਜਾਲੀ ਵੋਟ ਪੈਂਦੀ ਨਹੀਂ ਦੇਖੀ, ਤੁਹਾਡੇ ਉੱਥੇ ਪਤਾ ਨਹੀਂ ਕਿਉਂ ਪੈਂਦੀ ਹੈ। ਤੇ ਇਹ ਤਾਂ ਜਿਹੜੇ ਐਕਟਿਵ ਵਰਕਰ ਨੇ ਹਰ ਪਾਰਟੀ ਦੇ, ਉਹਨਾਂ ਨੂੰ ਇਹਦੇ ਤੇ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ। ਔਰ ਜਿਹੜੇ ਲੋਕ ਜਾਲੀ ਵੋਟ ਪਾਉਂਦੇ ਆ ਉਹਨਾਂ ਨੂੰ ਫੜਾ ਕੇ ਇੱਕ ਵਾਰੀ ਤਾਂ ਜਾਂਚ ਚੜਾਓ, ਉਹਨਾਂ ਨੂੰ ਮੁੜ ਕੇ ਪਏਗੀ। ਬਿਲਕੁਲ ਇਹ ਸਮਝ ਨਹੀਂ ਆਈ। ਸਾਡੇ ਤਾਂ ਬਿਨਾਂ ਪ੍ਰੂਫ ਤੋਂ ਕਦੇ ਵੋਟ ਨਹੀਂ ਪੈਂਦੀ। ਰਾਜ ਜੀ ਪ੍ਰੂਫ ਕਾਹਦਾ? ਸੁਣੋ, ਤੁਸੀਂ ਸਮਝ ਲਿਓ ਹੁਣ ਗੱਲ, ਤੁਸੀਂ ਬਹੁਤ ਸਿਆਣੇ ਹੋ। ਹਾਂਜੀ ਹਾਂਜੀ ਦੱਸੋ। ਇੱਕ ਕੰਸਟੀਚੁਐਂਸੀ ਦੇ ਵਿੱਚ ਹੁਣ ਤੁਸੀਂ ਆਲ ਓਵਰ ਚ ਰਹਿੰਦੇ ਹੋ, ਆਲ ਓਵਰ ਦਾ ਐਡਰੈਸ ਆ ਤੁਹਾਡਾ, ਉੱਪਰ ਫੋਟੋ ਲੱਗੀ ਹੋਈ ਹੈ, ਠੀਕ ਹੈ ਜੀ? ਬਿਲਕੁਲ। ਜੇ ਜਦ ਤੁਸੀਂ ਜਾ ਕੇ ਉੱਥੇ ਕਹਿਣਾ ਤੁਹਾਡਾ ਵੋਟਰ ਕਾਰਡ ਨਹੀਂ, ਤੁਹਾਡੇ ਕੋਲ ਤੁਹਾਡਾ ਨਾਮ ਨਹੀਂ ਉਸ ਵੋਟਰ ਲਿਸਟ ਚ, ਆਲ ਓਵਰ ਦੀ ਤੁਹਾਡੀ ਕੰਸਟੀਚੁਐਂਸੀ, ਠੀਕ ਹੈ ਜੀ? ਦੇਖੋ ਉਹਨਾਂ ਦਾ ਆਈਡੀ ਦੇਖ ਕੇ ਨਾ ਪਹਿਲੀ ਗੱਲ ਤਾਂ ਉਹਨੇ ਕੱਢ ਲੈਣਾ ਉਹ ਆਪਣਾ ਤੁਹਾਡਾ ਨਾਮ ਲਿਸਟ ਵਿੱਚੋਂ। ਚਲੋ ਹੁਣ ਤੁਸੀਂ ਸੁਣਿਓ ਮੇਰੀ ਗੱਲ, ਸੁਣਿਓ। ਹਾਂ ਚਲੋ ਕੱਟ ਦਿਓ, ਮੈਂ ਤੁਹਾਨੂੰ ਗੱਲ ਸੁਣਾਉਂ। ਇਹਨੂੰ ਦੱਸੋ ਕਰੀ ਹੁਣ। ਅੱਛਾ, ਉਹ ਜਦ ਤੁਸੀਂ ਉੱਥੇ ਜਾਂਦੇ ਹੋ ਨਾ ਜੀ, ਇਹ ਨਹੀਂ ਇਸ ਤਰ੍ਹਾਂ ਨਹੀਂ ਹੈ ਜਿਵੇਂ ਜਾਲੀ ਤੁਸੀਂ ਆਪਾਂ ਸੁਣਾਂਗੇ। ਜਾਲੀ ਦਾ ਮਤਲਬ ਇੱਕ ਹੈ ਵੀ ਤੁਸੀਂ ਬਾਹਰੋਂ ਆਏ ਹੋ, ਇੱਥੇ ਆ ਕੇ ਐਡਰੈਸ ਚੇਂਜ ਕਰ ਲਿਆ 2 ਦਿਨ ਪਹਿਲਾਂ ਆਪਣੇ ਚਹੇਤਿਆਂ ਨੂੰ ਸੱਦ ਕੇ। ਐਡਰੈਸ ਚੇਂਜ ਇੱਕ ਤਾਂ ਉਹ ਪੈਂਦੀ ਆ, ਉਹ ਐਡਰੈਸ ਚੇਂਜ ਤਾਂ ਤੁਹਾਡਾ ਵੋਟਰ ਲਿਸਟ 'ਚ ਨਾਮ ਨਹੀਂ, ਤੁਹਾਡੇ ਕੋਲ ਆਈਡੀਆਂ ਦਿਖਾਤੀਆਂ ਤੁਸੀਂ ਤੇ ਤੁਹਾਡੀ ਵੋਟ ਪੈ ਗਈ, ਜਿਵੇਂ ਮੂਵ ਹੋ ਗਿਆ, ਠੀਕ ਹੈ ਜੀ? ਇੱਕ ਇਹ ਹੈ। ਦੂਜਾ ਇਹ ਆ ਵੀ ਜਿਹੜੇ ਸਿਟੀਜ਼ਨ ਹੈ ਨਹੀਂ, ਤੇ ਉਹਨਾਂ ਦੇ ਕੋਲ ਜਿਹੜਾ ਵੀ ਹੁਣ ਇੰਡੀਆ ਤੋਂ ਕੋਈ ਸਟੂਡੈਂਟ ਆਇਆ, ਕੋਈ PR ਆ, ਕੋਈ ਵਰਕ ਪਰਮਿਟ ਤੇ ਆ, ਉਹਨਾਂ ਕੋਲ ਲਾਇਸੈਂਸ ਸਾਰਿਆਂ ਕੋਲ ਨੇ ਤੇ ਉਹਦੇ ਤੇ ਐਡਰੈਸ ਆ ਜਿੱਥੇ ਰਹਿੰਦੇ ਨੇ ਉਹ। ਬਿਲਕੁਲ। ਉਹਨੇ ਜਾ ਕੇ ਜਦ ਕਹਿਣਾ ਹੈ ਵੀ ਵੋਟਰ ਲਿਸਟ ਤੇ ਮੇਰਾ ਨਾਮ ਨਹੀਂ, ਉਹ ਕਹਿੰਦਾ ਵੀ ਮੈਂ ਸਿਟੀਜ਼ਨ ਹੋਇਆ, ਉਹਦੀ ਸਿਟੀਜ਼ਨ ਦੀ ਰਿਕੁਆਇਰਮੈਂਟ ਨਹੀਂ ਹੈ ਕੋਈ ਮੈਨੂੰ ਵੀ ਪਾਸਪੋਰਟ ਲਿਆਓ ਤੇ ਸਿਟੀਜ਼ਨ ਸਰਟੀਫਿਕੇਟ ਲਿਆਓ। ਸਿਰਫ ਤੁਸੀਂ ਜੇ ਸਹੁੰ ਚੱਕ ਲੈਂਦੇ ਹੋ, ਫਰਮ ਕਰ ਲੈਂਦੇ ਹੋ ਤਾਂ ਵੋਟ ਪਾ ਸਕਦੇ। ਆਹ ਗੱਲ ਹੈ ਵਿਚਲੀ। ਇਹਨੂੰ ਰੋਕਣਾ ਪਊਗਾ ਫਿਰ ਤਾਂ ਉਹ ਪ੍ਰੂਫ ਉਹਦਾ ਪਾਸਪੋਰਟ ਦੇਖਣਾ ਪਊ, ਸਿਟੀਜ਼ਨਸ਼ਿਪ। ਉਹਦੇ ਲਈ ਇਲੈਕਸ਼ਨ ਕੈਨੇਡਾ ਨੂੰ ਮੈਂ ਵੀ ਲਿਖਿਆ ਜਦ ਮੈਂ ਪਿਛਲੀ ਵਾਰ ਇਹ ਵੋਟ ਪਾਉਣ ਗਿਆ, ਰਿਟਰਨਿੰਗ ਅਫੀਸਰ ਨੂੰ ਪੁੱਛਿਆ ਵੀ ਜਿਹੜਾ ਸਿਟੀਜ਼ਨ ਮੇਰਾ ਵੋਟਰ ਲਿਸਟ 'ਚ ਨਾਮ ਨਹੀਂ ਤੇ ਪਰ ਮੇਰੇ ਕੋਲ ਸਿਟੀਜ਼ਨ ਤੈਨੂੰ ਦਿਖਾਉਣ ਲਈ ਪੇਪਰ ਕੋਈ ਨਹੀਂ। ਕਹਿੰਦੇ ਨੋ ਯੂ ਡੋਨਟ ਹੈਵ ਟੂ ਸ਼ੋ ਐਨੀਥਿੰਗ। ਆ ਜਾ ਇੱਥੇ ਸਾਹਮਣੇ ਦਸਤਖਤ ਕਰ ਦੇ ਤੇ ਹੱਥ ਖੜਾ ਕਰ ਦੇ। ਉਹ ਬਹੁਤ ਵੱਡੀ ਗੱਲ ਹੈ ਇਸ ਕੰਟਰੀ ਲਈ, ਇਹਨਾਂ ਲੋਕਾਂ ਲਈ ਸਹੁੰ ਚੱਕਣੀ ਬਹੁਤ ਵੱਡੀ ਗੱਲ ਹੈ। ਪਰ ਜਿਹੜਾ ਚੋਰ ਹੈ ਉਹਦੇ ਲਈ ਕੋਈ ਗੱਲ ਨਹੀਂ ਹੈ। ਇਹਦੀ ਰੋਕਥਾਮ ਹੋਣੀ ਚਾਹੀਦੀ ਹੈ। ਯਸ, ਇਹ ਕਹਿ ਰਹੇ ਹਾਂ ਅਸੀਂ। ਬਿਲਕੁਲ ਠੀਕ ਹੈ। ਮੈਂ ਵੀ ਹੈਰਾਨ ਸੀ ਕਿ ਜਾਲੀ ਵੋਟ ਪੈਂਦੀ ਕਿਵੇਂ ਹੈ। ਬਿਲਕੁਲ ਇਸ ਤਰ੍ਹਾਂ ਪੈਂਦੀ ਹੈ ਜੀ। ਥੈਂਕ ਯੂ। ਅੱਛਾ, ਦੂਸਰਾ ਸ਼ਮਸ਼ੇਰ ਸਿੰਘ ਵੀ ਇਹੀ ਕਹਿ ਗਿਆ ਮੁੰਡਾ ਮਿਸਿਸਾਗਾ ਦੇ ਵਿੱਚ, ਉਹਨੇ ਵੀ ਇਹੀ ਗੱਲ ਕਹੀ ਹੈ। ਅੱਛਾ, ਇਹਨੂੰ ਤੁਸੀਂ ਚੈਲੰਜ ਕਰ ਸਕਦੇ ਹੋ। ਚੈਲੰਜ ਕੌਣ ਕਰੂਗਾ? ਜਿਹੜੇ ਅੰਦਰ ਕੰਮ ਕਰਨ ਲਈ ਬੈਠੇ, ਉਹ ਕੰਮ ਕਰਨ ਲਈ ਜਿਹੜੇ ਬੈਠੇ ਆ, ਉਹ ਫਿਰ ਕਿਸੇ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਅੰਦਰ। ਉਹ ਤਾਂ ਨਾਂ ਭੇਜੇ ਹੋਏ ਨੇ ਜਿਹੜੇ ਅੰਦਰ ਬੈਠੇ ਨੇ। ਇੱਕ ਤਾਂ ਵੋਟ ਕਾਊਂਟ ਵੇਲੇ ਜਾਂਦੇ ਨੇ ਬੰਦਿਆਂ ਨੇ, ਪਰ ਉਹਨਾਂ ਨੂੰ ਅਗਲਾ ਚੈਲੰਜ ਨਹੀਂ ਕਰਦਾ। ਕਹਿੰਦੇ ਅਸੀਂ ਕਿਵੇਂ ਚੈਲੰਜ ਕਰਨਾ, ਇਹਦੇ ਲਈ ਵੋਟ ਪਾ ਕੇ ਤੇ ਚਲੇ ਗਿਆ ਬਸ।
ਇਹ ਜਿਹੜਾ ਐਡਰੈਸ ਚੇਂਜ ਹੋਣਾ ਉਹਦਾ ਵੀ ਫਰਕ ਚਾਹੀਦਾ। 2 ਦਿਨ ਪਹਿਲਾਂ ਐਡਰੈਸ ਚੇਂਜ ਹੁੰਦਾ, 2 ਦਿਨ ਅਟਕ ਕੇ ਉੱਥੇ ਵੋਟ ਪਾ ਕੇ ਕਿਹੜੀ ਨੇਰੀ ਆ ਗਈ, ਸ਼ਹਿਰ ਚ ਅੱਗ ਲੱਗ ਗਈ ਵੀ ਅੱਗ ਉਤੋਂ ਉੱਥੇ ਜਾ ਕੇ ਉੱਥੋਂ ਭੱਜ ਰਿਹਾ ਉਹ। ਜੇ ਵੋਟਾਂ ਦਾ ਕੋਈ ਟਾਈਮ ਦੇ ਦੇਵੇ ਵੀ ਵੋਟਾਂ ਦੇ 15 ਦਿਨ ਇੱਧਰ 2 ਵੀਕ ਪਹਿਲਾਂ ਜੇ ਐਕਸਟ੍ਰੀਮ ਐਮਰਜੈਂਸੀ ਹੈ ਤੁਸੀਂ ਮੂਵ ਆਊਟ ਕਰ ਸਕਦੇ, ਨਹੀਂ ਤੁਸੀਂ ਵੋਟ ਪਾ ਕੇ ਜਾਓ। ਜਾਂ ਦੂਜੀ ਕੰਸਟੀਚੁਐਂਸੀ ਚ ਜਿੱਥੇ ਉਹ ਜਾ ਕੇ ਗਿਆ ਉੱਥੇ ਜਿੱਦੇ ਉਹਦਾ ਹੋਵੇ ਵੀ ਜੇ 15 ਦਿਨਾਂ ਦੇ ਵਿੱਚ ਐਡਰੈਸ ਚੇਂਜ ਹੋਇਆ ਇੱਥੇ ਨਹੀਂ ਤੂੰ ਵੋਟ ਪਾ ਸਕਦਾ। ਸਿੰਪਲ ਆ। ਕਿਹੜੀਆਂ ਚੀਜ਼ਾਂ ਨੇ ਇੱਥੇ ਤਾਂ ਚੀਜ਼ਾਂ ਫਿਕਸ ਕਰਨ ਵਾਲੀਆਂ ਨੇ। ਉਹੀ ਆਮਰ ਸਿਸਟਮ ਦੇ ਥੱਲੇ ਇਹ ਚੀਜ਼ਾਂ ਨੇ। ਇਹਦੀ ਪਰਸੈਂਟੇਜ ਕਿੰਨੀ ਆ ਹੁਣ ਆ ਜਾਣਗੇ ਬਹੁਤ ਇਹਦੀ ਕੀ ਚੱਲ ਰਿਹਾ ਜੀ, ਇਹਦੀ ਪਰਸੈਂਟੇਜ ਕਿੰਨੀ ਆ ਜੀ, ਕਿੰਨੀਆਂ ਵੋਟਾਂ ਪੈਂਦੀਆਂ ਜੀ, ਐ ਕੀ ਪਤਾ। ਇਹ ਤਾਂ ਗੱਲਾਂ ਹੋ ਜਾਣਗੀਆਂ ਪਰ ਮੇਰੇ ਖਿਆਲ ਦੇ ਵਿੱਚ ਇਹ ਰੁਕਣੀ ਚਾਹੀਦੀ।